ਹੁਣ ਪੇਰੋਲ ਤਾਂ ਮਿਲ ਗਈ 40 ਦਿਨ ਦੀ, ਹੁਣ ਜਿਹੜਾ ਉਹ ਸਤਸੰਗ ਵੀ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਜੀ। ਤੇ ਹੁਣ ਖਬਰ ਇਹ ਬਣਨੀ ਚਾਹੀਦੀ ਹੈ ਵੀ ਰਾਮ ਰਹੀਮ ਜਿਹੜੇ ਨੇ ਉਹ ਗਏ ਜੇਲ੍ਹ ਦੇ ਅੰਦਰ, ਕਿਉਂਕਿ ਬਾਹਰ ਤਾਂ ਉਹ ਅਕਸਰ ਹੀ ਰਹਿੰਦੇ ਨੇ। ਬਿਲਕੁਲ ਲਗਭਗ 5 ਸਾਲ ਬਾਅਦ ਇੱਥੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਉਹਨਾਂ ਦਾ। ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਵੀ ਭਾਵੇਂ ਬਾਬਾ ਖੁਦ ਪੰਜਾਬ 'ਚ ਨਹੀਂ ਆ ਸਕਦਾ, ਪਰ ਵਰਚੁਅਲ ਐਂਟਰੀ ਜ਼ਰੂਰ ਲੈਣਾ ਚਾਹੁੰਦੇ ਆ ਪੰਜਾਬ ਦੇ ਵਿੱਚ। ਰਾਮ ਰਹੀਮ ਨੂੰ CBI ਕੋਰਟ ਦੇ ਵਿੱਚ ਜਦੋਂ ਪੇਸ਼ ਕੀਤਾ ਗਿਆ ਸੀ CBI ਦੀ ਖਾਸ ਅਦਾਲਤ ਦੇ ਵਿੱਚ, ਉਹ ਪੰਚਕੂਲੇ ਉਸ ਵੇਲੇ ਜਿਹੜਾ ਹੈ ਤੁਸੀਂ ਇਹ ਦੇਖੋ ਵੀ ਕਿੰਨੇ ਲੋਕਾਂ ਦੀ ਮੌਤ ਹੋਈ ਸੀ ਉਸ ਜੀ। ਅਗਰ ਪੰਜਾਬ ਦੇ ਵਿੱਚ ਉਹੋ ਜਿਹੇ ਹਾਲਾਤ ਦੁਬਾਰਾ ਬਣਦੇ ਹੈਗੇ ਆ ਜਾਂ ਪੰਜਾਬ 'ਚ ਕੁਝ ਅਜਿਹਾ ਹੁੰਦਾ ਹੈ ਤਾਂ ਡੈਫੀਨੇਟਲੀ ਕੌਣ ਉਹਦਾ ਜ਼ਿੰਮੇਵਾਰ ਵੀ ਉਹ ਬੰਦਾ ਸਤਸੰਗ ਕਰ ਰਿਹਾ ਜਿਹਨੂੰ ਖੁਦ ਸਿੱਖਣ ਦੀ ਜ਼ਰੂਰਤ ਹੈਗੀ ਆ। ਹਮੇਸ਼ਾ ਇਹ ਤਰਕ ਦਿੱਤਾ ਜਾਂਦਾ ਹੈ ਵੀ ਜੇ ਇਹਨਾਂ ਨੂੰ ਛੱਡਿਆ ਜਾਂ ਕੁਝ BJP ਆਗੂ ਇਹ ਬੋਲਦੇ ਨੇ ਕਿ ਜੇ ਉਹਨਾਂ ਨੂੰ ਰਿਹਾ ਕੀਤਾ ਤਾਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਵਿਗੜ ਸਕਦੀ ਹੈ। ਪਾਸੇ ਤੇ ਇਹਨਾਂ ਜੀ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਵੀ ਕਰ ਚੁੱਕੇ ਨੇ ਤੇ ਇਧਰ ਪੇਰੋਲ ਵੇਲੇ ਬਿਆਨ ਇਹ ਵੀ ਸਾਹਮਣੇ ਨੇ, ਸਾਫ ਸੁਥਰਾ ਆਚਰਣ ਹੈਗਾ ਜੀ, ਬਹੁਤ ਚੰਗੇ ਤਰੀਕੇ ਨਾਲ ਰਹਿ ਰਹੇ ਨੇ। ਮੁੱਖ ਮੰਤਰੀ ਦੇ ਬਿਲਕੁਲ ਕਰੀਬੀ ਜੋ ਸ਼ਖਸ ਹੈਗਾ, ਅਗਰ ਉਹ ਸ਼ਾਮਿਲ ਹੋ ਰਿਹਾ ਹੈ ਰਾਮ ਰਹੀਮ ਦੇ ਸਤਸੰਗ ਦੇ ਵਿੱਚ, ਤਾਂ ਇੱਥੋਂ ਕਿਵੇਂ ਡਿਨਾਈ ਕੀਤਾ ਜਾ ਸਕਦਾ? ਪਹਿਲਾਂ ਦੇਖੋ ਪੰਜਾਬ ਦੀਆਂ ਸਿਆਸੀ ਪਾਰਟੀਆਂ ਸੀਗੀਆਂ, ਚਾਹੇ ਕਾਂਗਰਸ ਸੀ, ਚਾਹੇ ਅਕਾਲੀ ਦਲ ਸੀ ਜਾਂ ਹੋਰ ਪਾਰਟੀਆਂ ਸੀਗੀਆਂ, ਉਹ ਡੇਰੇ ਦੇ ਵਿੱਚ ਜਾਂਦੀਆਂ ਸੀਗੀਆਂ। ਇਹਨੂੰ ਜਦੋਂ ਜੱਜ ਨੇ ਗੱਲ ਲਾਈ ਸੀ ਬਾਈ ਜੀ ਇਹਨੂੰ ਖੂੰਖਾਰ ਜਾਨਵਰ ਕਿਹਾ ਸੀ, ਇਹਨੂੰ ਕਿਹਾ ਸੀ ਤੂੰ ਬੰਦਾ ਨਹੀਂ ਵੀ ਇਹੋ ਜਿਹੇ ਬੰਦੇ ਨੂੰ ਪਰੋਲ ਦੇਣੀ ਬਾਈ ਜੀ, ਉਹ ਵੀ ਥੋੜੇ ਦਿਨਾਂ ਬਾਅਦ ਕੀ ਸੁਨੇਹਾ ਦੇਣਾ ਚਾਹੁੰਦੇ ਆ? ਆਸਾਰਾਮ ਨੂੰ ਪਰੋਲ ਨਹੀਂ ਮਿਲੀ, ਉਹਦੇ ਮੁੰਡੇ ਨੂੰ ਪਰੋਲ ਨਹੀਂ ਮਿਲੀ, ਸਤਪਾਲ ਨੂੰ ਪਰੋਲ ਨਹੀਂ ਮਿਲੀ, ਇਹਨੂੰ ਕਾਹਤੇ ਘੜੀ ਮਿਲਦੀ ਆ? BJP ਚਾਹੁੰਦੀ ਹੈ ਪੰਜਾਬ ਦਾ ਮਾਹੌਲ ਖਰਾਬ ਹੋਵੇ, ਆਮ ਆਦਮੀ ਪਾਰਟੀ ਬਦਨਾਮ ਹੋਵੇ ਤੇ 24 'ਚ ਤਾਂ ਹੀ ਸਾਡਾ ਉੱਥੇ ਪੈਰ ਲੱਗਣਗੇ, ਨਹੀਂ ਤਾਂ ਅਦਰਵਾਈਜ਼ ਸਾਡੇ ਪੈਰ ਨਹੀਂ ਲੱਗਣੇ ਪੰਜਾਬ 'ਚ। ਸਤਿ ਸ਼੍ਰੀ ਅਕਾਲ ਜੀ, ਸਾਰੇ ਦਰਸ਼ਕਾਂ ਦਾ ਸਾਡੇ ਖਾਸ ਸ਼ੋਅ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ ਸਵਾਗਤ ਹੈ। ਮੈਂ ਪੱਟੀ ਬਹੁ ਮਾਚਰਾ। ਇਸ ਸ਼ੋਅ ਦੇ ਰਾਹੀਂ ਅਸੀਂ ਗੱਲਬਾਤ ਕਰਦੇ ਹਾਂ ਹਰ ਉਸ ਸੁਰਖੀ ਦੀ, ਹਰ ਉਸ ਖਬਰ ਦੀ ਜਿਹੜੀ ਕਿ ਭਾਵੇਂ ਅਖਬਾਰਾਂ ਦੇ ਪਹਿਲੇ ਪੰਨਿਆਂ 'ਤੇ ਆ ਜਾਂਦੀ ਆ, ਮੀਡੀਆ ਲਾਈਨਾਂ 'ਚ ਸੁਰਖੀਆਂ ਬਣ ਜਾਂਦੀਆਂ ਨੇ, ਪਰ ਕੁਝ ਅਜਿਹੀਆਂ ਖਬਰਾਂ ਵੀ ਤੁਹਾਡੇ ਸਾਹਮਣੇ ਰੱਖਦੀਆਂ ਜਿਹੜੀਆਂ ਸੁਰਖੀਆਂ ਬਣ ਤੋਂ ਰਹਿ ਜਾਂਦੀਆਂ ਨੇ ਜਾਂ ਫਿਰ ਤੁਹਾਡੇ ਤੱਕ ਉਸ ਤਰੀਕੇ ਨਾਲ ਨਹੀਂ ਪਹੁੰਚਦੀਆਂ ਜੋ ਉਹਨਾਂ ਦੀ ਅਸਲ ਪੜਚੋਲ ਹੁੰਦੀ ਆ। ਇਸ ਸ਼ੋਅ ਦੇ ਰਾਹੀਂ ਤੁਸੀਂ ਸਾਡੇ ਨਾਲ ਆਨਲਾਈਨ ਜੁੜ ਸਕਦੇ ਹੋ, ਤੁਸੀਂ ਸਾਡੇ ਨਾਲ ਫੋਨ ਕਾਲ ਦੇ ਰਾਹੀਂ ਜੁੜ ਸਕਦੇ ਹੋ। ਤੁਹਾਡੀ ਸਕਰੀਨ ਦੇ ਉੱਤੇ ਨੰਬਰ ਫਲੈਸ਼ ਹੋ ਰਹੇ ਨੇ। ਦੁਨੀਆ ਭਰ ਦੇ ਵਿੱਚ ਜਿੱਥੇ ਵੀ ਸਾਡੇ ਪੰਜਾਬ ਨੂੰ ਚਾਹੁਣ ਵਾਲੇ, ਪੰਜਾਬ ਦੇ ਲਈ ਚਿੰਤਾ ਜ਼ਾਹਿਰ ਕਰਨ ਵਾਲੇ ਲੋਕ ਨੇ ਜਿਹੜੇ, ਉਹ ਵੀ ਸਾਡੇ ਨਾਲ ਜੁੜ ਸਕਦੇ ਨੇ। ਨੰਬਰ ਤੁਹਾਡੀ ਸਕਰੀਨ ਦੇ ਉੱਤੇ ਫਲੈਸ਼ ਹੋ ਰਹੇ ਨੇ ਜੀ। ਪੰਜਾਬ ਜਾਂ ਇੰਡੀਆ ਤੋਂ ਬਾਹਰ ਦੀ ਗੱਲ ਕਰ ਲਈ ਤਾਂ ਉਹਨਾਂ ਲਈ ਨੰਬਰ ਫਲੈਸ਼ ਹੋ ਰਿਹਾ ਹੈ, ਤਾਂ ਉਹ ਨੰਬਰ ਤੁਹਾਨੂੰ ਇੱਕ ਵਾਰ ਦੱਸ ਦਿੰਦੇ ਹਾਂ। ਉਸ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ। 8889232656 ਨੰਬਰ ਹੈਗਾ ਆ ਜੀ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਾਂ ਸਾਡੇ ਦੇਸ਼ ਭਰ ਦੇ ਜਿੱਥੇ ਵੀ ਪੰਜਾਬੀ ਬੈਠੇ ਨੇ ਜਾਂ ਹਰ ਉਹ ਸ਼ਖਸ ਜਿਹੜਾ ਆਪਣੇ ਗਲੀ ਮੁਹੱਲੇ ਦੀ ਉਸ ਖਬਰ ਨੂੰ ਸਾਡੇ ਤੱਕ ਪਹੁੰਚਾਉਣਾ ਚਾਹੁੰਦਾ ਹੈ ਜਿਹੜੀ ਮੀਡੀਆ ਤੱਕ ਨਹੀਂ ਪਹੁੰਚੀ, ਜਾਂ ਫਿਰ ਉਹ ਖਬਰ ਜਿਸ ਦਾ ਅਸਰ ਹੋ ਸਕਦਾ ਆ ਪਰ ਉਹ ਸਾਹਮਣੇ ਨਹੀਂ ਆ, ਉਹਨਾਂ ਲਈ ਵੀ ਨੰਬਰ ਇੱਕ ਵਾਰ ਫਿਰ ਉਹ ਵੀ ਅਨਾਊਂਸ ਕਰ ਦਿੰਦੇ ਆ। 8872 8835 ਨੰਬਰ ਆ। ਤੁਸੀਂ ਇਹਨਾਂ ਨੰਬਰਾਂ 'ਤੇ ਕਾਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ, ਫੋਨ ਰਾਹੀਂ ਦੇ ਮਾਧਿਅਮ ਰਾਹੀਂ ਜੁੜ ਸਕਦੇ ਹੋ। ਹਰ ਇੱਕ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ, ਪੜਚੋਲ ਕਰਾਂਗੇ, ਤੁਹਾਡੀ ਵੀ ਰਾਏ ਲਵਾਂਗੇ ਔਰ ਤੁਹਾਡੀ ਰਾਏ ਸਾਡੇ ਇਸ ਸ਼ੋਅ ਦੇ ਜ਼ਰੀਏ ਸਰਕਾਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰਾਂਗੇ। ਤਾਂ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਸਾਡੇ ਇਸ ਸ਼ੋਅ ਦਾ ਖਾਸ ਹਿੱਸਾ ਨੇ ਜਿਹੜੇ ਬਲਦੀਪ ਸਿੰਘ ਕਾਂਗੋਣੀ। ਸਤਿ ਸ਼੍ਰੀ ਅਕਾਲ ਬਲਦੀਪ ਜੀ, ਕੀ ਹਾਲ ਹੈ ਜੀ? ਸਤਿ ਸ਼੍ਰੀ ਅਕਾਲ, ਸ਼ੁਕਰੀਆ ਭੱਟੀ ਸਾਹਿਬ ਤੁਹਾਡਾ ਬਹੁਤ ਔਰ ਸਵਾਗਤ ਸਾਡੇ ਦਰਸ਼ਕਾਂ ਦਾ ਵੀ ਜਿਹੜੇ ਸਾਡੇ ਨਾਲ ਅਕਸਰ ਜੁੜਦੇ ਨੇ, ਅਹਿਮ ਖਬਰਾਂ ਦੇ ਉੱਪਰ ਆਪਣੀ ਗੱਲਬਾਤ ਰੱਖਦੇ ਨੇ, ਰਾਏ ਰੱਖਦੇ ਨੇ, ਕਿਉਂਕਿ ਲੋਕਾਂ ਦੀ ਰਾਏ ਵੀ ਬੜੀ ਅਹਿਮ ਹੁੰਦੀ ਹੈ। ਔਰ ਅੱਜ ਵੀ ਅਹਿਮ ਖਬਰਾਂ ਦੇ ਉੱਪਰ ਚਰਚਾ ਕਰਾਂਗੇ ਔਰ ਉਮੀਦ ਕਰਦੇ ਹਾਂ ਕਿ ਤੁਸੀਂ ਅੱਜ ਵੀ ਆਪਣੀ ਰਾਏ ਜਿਹੜੀ ਹੈ ਦਰਸ਼ਕ ਸਾਡੇ ਨਾਲ ਜ਼ਰੂਰ ਸਾਂਝੀ ਕਰੋਗੇ। ਬਿਲਕੁਲ। ਜੇ ਦੇਖਿਆ ਜਾਵੇ ਕਈ ਸੁਰਖੀਆਂ ਨੇ ਅਜਿਹੀਆਂ ਸਾਹਮਣੇ, ਅਖਬਾਰ ਫਰੰਟ ਪੇਜ ਦੀਆਂ ਜਿਹੜੀਆਂ ਸੁਰਖੀਆਂ ਬਣੀਆਂ ਨੇ। ਕੱਲ੍ਹ ਦੀ ਜੇ ਗੱਲ ਕਰ ਲਈਏ, ਪੰਜਾਬ ਭਰ ਦੇ ਵਿੱਚ, ਦੇਸ਼ ਭਰ ਦੇ ਵਿੱਚ ਇੱਕ ਸੁਰਖੀ ਬਣੀ ਹੋਈ ਹੈ, ਜਾਂ ਕਹਿ ਲਈਏ ਕਿ ਪਿਛਲੇ ਕਈ ਸਾਲਾਂ ਤੋਂ, ਮੇਰੇ ਖਿਆਲ 'ਚ 2007 ਤੋਂ ਲਾ ਲਈਏ, ਇੱਕ ਸੁਰਖੀਆਂ 'ਚ ਚੱਲਦਾ ਰਿਹਾ ਬਾਬਾ ਰਾਮ ਰਹੀਮ ਹੋਣੀ। ਬਾਬਾ ਰਾਮ ਰਹੀਮ ਉਦੋਂ ਸੁਰਖੀਆਂ ਦੇ ਵਿੱਚ ਆਏ ਸੀਗੇ, ਤਾਂ ਹੁਣ ਇੱਕ ਵਾਰ ਫਿਰ ਉਹ ਸੁਰਖੀਆਂ ਦੇ ਵਿੱਚ ਆਉਂਦੇ ਨੇ ਕਿਉਂਕਿ ਬਾਰ-ਬਾਰ ਉਹਨਾਂ ਨੂੰ ਪੈਰੋਲ ਦਿੱਤੀ ਜਾ ਰਹੀ ਆ। ਪੈਰੋਲ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਆ। ਜਿੱਥੇ ਸਰਕਾਰ ਦੇ ਵੱਲੋਂ ਕਾਨੂੰਨ ਦਾ ਹਵਾਲਾ ਦਿੱਤਾ ਜਾਂਦਾ, ਉੱਥੇ ਕਿਤੇ ਨਾ ਕਿਤੇ ਸਿੱਖ ਕੌਮ ਦੀ ਗੱਲ ਕਰ ਲਈਏ, ਜਥੇਬੰਦੀਆਂ ਦੀ ਗੱਲ ਕਰ ਲਈਏ, ਕਿਤੇ ਨਾ ਕਿਤੇ ਸਰਕਾਰਾਂ ਦੇ ਦੋਹਰੇ ਮਾਪਦੰਡ ਦੀ ਵੀ ਗੱਲ ਜਿਹੜੀ ਚੱਕੀ ਜਾਂਦੀ ਆ। ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ ਵੀ ਕੀ ਲੱਗਦਾ ਅਜਿਹੇ ਬਾਬੇ ਜਿਨ੍ਹਾਂ ਦੇ ਉੱਤੇ ਬਲਾਤਕਾਰ ਦਾ ਦੋਸ਼ ਹੋਵੇ, ਇੱਕ ਪੱਤਰਕਾਰ, ਸਾਡੇ ਕਿੱਤੇ ਨਾਲ ਜੁੜੇ ਹੋਏ ਪੱਤਰਕਾਰ ਦੇ ਕਤਲ ਦਾ ਦੋਸ਼ ਹੋਵੇ, ਅਨੇਕਾਂ ਅਜਿਹੇ ਜਿਹੜੇ ਸੰਗੀਨ ਜੁਰਮ ਲੱਗੇ ਹੋਣ ਤੇ ਉਮਰ ਕੈਦ ਦੀਆਂ ਸਜ਼ਾਵਾਂ ਹੋਣ, ਤੇ ਇੰਨੀ ਜਲਦੀ ਉਹਨਾਂ ਨੂੰ ਬਾਰ-ਬਾਰ, ਮਤਲਬ ਜੇ ਦੇਖਿਆ ਜਾਵੇ 15-20 ਦਿਨ ਹੁਣ ਜੇਲ੍ਹ ਦੇ ਵਿੱਚ ਰਹਿੰਦੇ ਆ ਤੇ ਮਹੀਨਾ ਡੇਢ ਮਹੀਨਾ ਉਹ ਬਾਹਰ ਰਹਿੰਦੇ ਆ, ਪੈਰੋਲ ਦੇਣੀਆਂ ਕਿੰਨੀਆਂ ਕਿ ਜਾਇਜ਼ ਨੇ ਇਹ?
ਬਿਲਕੁਲ ਪੱਟੀ ਸਾਹਿਬ, ਇਹ ਮਸਲਾ ਜਿਹੜਾ ਹੈ ਉਹ ਇਸ ਸ਼ੋਅ ਦੇ ਵਿੱਚ ਮੈਂ ਮਤਲਬ ਅਕਸਰ ਕਈ ਵਾਰ ਡਿਸਕਸ ਕਰ ਚੁੱਕੇ ਹਾਂ, ਔਰ ਪਿਛਲੇ ਹਫਤੇ ਵੀ ਜਦੋਂ ਪੇਰੋਲ ਮਿਲੀ ਸੀ ਉਸ ਵੇਲੇ ਵੀ ਡਿਸਕਸ ਕੀਤਾ। ਅੱਜ ਜੋ ਇਸ ਨੂੰ ਵਿਚਾਰਨ ਦਾ ਜੋ ਉੱਠਿਆ ਉਹ ਇਹ ਕਿ ਹੁਣ ਪੇਰੋਲ ਤਾਂ ਮਿਲ ਗਈ 40 ਦਿਨ ਦੀ, ਹੁਣ ਜਿਹੜਾ ਉਹ ਸਤਸੰਗ ਵੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਜੀ। ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਦੇ OSD ਨੇ ਜਿਹੜੇ, ਤੇ ਇੱਕ ਜਿਹੜੇ ਉੱਥੇ ਦੇ ਹੋਰ ਆਗੂ ਨੇ, ਉਹ ਪਹੁੰਚਦੇ ਨੇ ਉਹਨਾਂ ਦੇ ਸਤਸੰਗ ਦੇ ਵਿੱਚ। ਤੇ ਹੁਣ ਜਿਹੜਾ ਉਹ ਸਲਾਬਤਪੁਰੇ ਪੰਜਾਬ ਦਾ ਜਿਹੜਾ ਡੇਰਾ ਹੈ, ਜਿਹੜਾ ਕਿ ਆਪਾਂ ਇਹ ਕਹਿ ਲਈਏ ਕਿ ਪੰਜਾਬ 'ਚ ਹੈੱਡਕੁਆਟਰ ਹੈ, ਜਿਹੜਾ ਡੇਰਾ ਸਿਰਸਾ ਦਾ ਹੈੱਡਕੁਆਟਰ ਆਪਾਂ ਕਹਿ ਲਈਏ ਪੰਜਾਬ 'ਚ ਸਭ ਤੋਂ ਵੱਡਾ ਡੇਰਾ ਸਿਰਸਾ ਤੋਂ ਬਾਅਦ ਉਹੀ ਹੈਗਾ ਰਾਮ ਰਹੀਮ ਦਾ। ਤਾਂ ਉੱਥੇ ਜਿਹੜਾ ਉਹ ਸਤਸੰਗ ਹੋਣ ਜਾ ਰਿਹਾ, ਔਰ ਜਿਵੇਂ ਤੁਸੀਂ ਗੱਲ ਕੀਤੀ ਕਿ ਕੁਝ ਕੁ ਦਿਨ ਅੰਦਰ ਰਹਿੰਦੇ ਨੇ ਤੇ ਬਹੁਤਾ ਦਿਨ ਬਾਹਰ ਰਹਿੰਦੇ ਨੇ, ਮੈਂ ਤਾਂ ਪਿਛਲੀ ਵਾਰ ਜ਼ਿਕਰ ਕੀਤਾ ਸੀ ਕਿ ਹੁਣ ਖਬਰ ਇਹ ਬਣਨੀ ਚਾਹੀਦੀ ਹੈ ਵੀ ਰਾਮ ਰਹੀਮ ਜਿਹੜੇ ਨੇ ਉਹ ਗਏ ਜੇਲ੍ਹ ਦੇ ਅੰਦਰ, ਕਿਉਂਕਿ ਬਾਹਰ ਤਾਂ ਉਹ ਅਕਸਰ ਹੀ ਰਹਿੰਦੇ ਨੇ ਬਿਲਕੁਲ। ਕਿ ਖਬਰ ਇਹ ਵੈਸੇ ਆਮ ਤੌਰ ਤੇ ਖਬਰਾਂ ਇਹ ਬਣਦੀਆਂ ਕਿ ਪੇਰੋਲ ਮਿਲ ਗਈ ਇੰਨੀ 40 ਦਿਨ ਦੀ, ਪਰ ਮੈਂ ਇਹ ਕਹਿੰਦਾ ਕਿ ਖਬਰ ਇਹ ਬਣਨੀ ਚਾਹੀਦੀ ਹੈ ਵੀ ਹੁਣ ਉਹ ਅੰਦਰ ਗਿਆ, ਇਹ ਵੱਡੀ ਬ੍ਰੇਕਿੰਗ ਹੋਣੀ ਚਾਹੀਦੀ ਹੈ। ਇਹ ਜੇ ਹੁਣ ਜਿਹਦੇ ਵੀ ਰਾਮ ਰਹੀਮ ਹੁਣ 15 ਦਿਨ ਜੇਲ੍ਹ 'ਚ ਰਹਿਣਗੇ, ਵੀ ਉਹ 1.5 ਮਹੀਨਾ ਬਾਹਰ ਰਹਿ ਗਏ, ਹੁਣ 15ਵੀਂ ਦਿਨ ਜੇਲ੍ਹ 'ਚ ਰਹਿਣਗੇ, ਇਹ ਖਬਰ ਚਾਹੀਦੀ ਹੈ। ਸੋ ਇਹ ਹੁਣ ਤੁਸੀਂ ਇਹ ਦੇਖੋ ਵੀ 14 ਮਹੀਨਿਆਂ ਦੇ ਵਿੱਚ ਚੌਥੀ ਪੇਰੋਲ ਮਿਲ ਚੁੱਕੀ ਹੈ, 40 ਦਿਨ ਦੀ ਪੇਰੋਲ ਮਿਲਦੀ ਹੈਗੀ ਆ। ਫਿਰ ਸਤਸੰਗ ਵੀ ਲਗਾਤਾਰ ਜਿਹੜੇ ਨੇ ਉਹ ਚੱਲ ਰਹੇ ਨੇ। ਹੁਣ ਸਲਾਬਤਪੁਰੇ ਡੇਰੇ ਦੇ ਵਿੱਚ ਸਤਸੰਗ ਜਿਹੜਾ ਹੋਣ ਜਾ ਰਿਹਾ, ਹਾਲਾਂਕਿ ਦੱਸ ਦਈਏ ਕਿ ਯੂਪੀ ਦੇ ਬਾਗਪਤ ਤੋਂ ਉਹਨਾਂ ਨੇ ਸਤਸੰਗ ਕਰਨਾ ਹੈਗਾ ਜੀ, ਵਰਚੁਅਲੀ ਸਤਸੰਗ ਕਰਨ। ਇਹ ਨਹੀਂ ਹੈਗਾ ਵੀ ਜਿਹੜਾ ਰਾਮ ਰਹੀਮ ਹੈਗਾ ਉਹ ਪੰਜਾਬ ਆ ਕੇ ਸਲਾਬਤਪੁਰ ਡੇਰੇ ਦੇ ਵਿੱਚ ਆ ਕੇ ਸਤਸੰਗ ਕਰੂਗਾ, ਆਨਲਾਈਨ ਜੁੜੂਗਾ। ਆਨਲਾਈਨ ਉੱਥੇ ਜਿਹੜੇ ਉਹ ਪ੍ਰੇਮੀ ਹੈਗੇ ਨੇ ਜਾਂ ਜਿਹੜੇ ਉਹਨਾਂ ਨੂੰ ਮੰਨਦੇ ਨੇ, ਪੈਰੋਕਾਰ ਹੈਗੇ ਨੇ, ਉਹਨਾਂ ਨੂੰ ਸਤਸੰਗ ਜਿਹੜਾ ਕੀਤਾ ਜਾਏਗਾ। ਪਰ ਵੱਡਾ ਸਵਾਲ ਐਜ਼ ਏ ਪੱਤਰਕਾਰ ਜਾਂ ਜਰਨਲਿਸਟ ਅਸੀਂ ਵੀ ਸੋਚਦੇ ਹਾਂ, ਦੇਖੋ ਭਾਰਤ ਖਾਸ ਤੌਰ ਤੇ ਬੀਜੇਪੀ ਇਹ ਗੱਲ ਕਹਿੰਦੀ ਹੈ ਕਿ ਭਾਰਤ ਨੂੰ ਵਿਸ਼ਵ ਗੁਰੂ ਬਣਾਉਣਾ ਜੀ। ਵਿਸ਼ਵ ਗੁਰੂ ਮਤਲਬ ਪੂਰੇ ਜਹਾਨ ਦਾ, ਪੂਰੇ ਜੱਗ ਦਾ ਜਿਹੜਾ ਗੁਰੂ ਕਹਿਲਾਏ। ਐਸੀ ਮਤਲਬ ਭਾਰਤ ਦੇ ਵਿੱਚ ਵਿਦਵਤਾ ਹੋਵੇ, ਇਹੋ ਜਿਹੇ ਗੁਣ ਹੋਣ, ਮਤਲਬ ਇਹੋ ਜਿਹੇ ਲੋਕ ਹੋਣ, ਇਹੋ ਜਿਹੀ ਸੰਸਕ੍ਰਿਤੀ ਹੋਵੇ ਵੀ ਅਸੀਂ ਗੁਰੂ ਬਣੀਏ ਪੂਰੀ ਦੁਨੀਆ ਦੇ। ਵਿਸ਼ਵ ਗੁਰੂ ਦੀ ਗੱਲ ਛਿੜਦੀ ਹੈਗੀ ਹੈ। ਪਰ ਫਿਰ ਸੋਚੋ ਕਿ ਕੀ ਇਹੋ ਜਿਹਾ ਵਿਸ਼ਵ ਗੁਰੂ ਬਣਨਾ ਵੀ ਜਿੱਥੇ ਡੂਅਲ ਰੇਪ ਦਾ ਕਨਵਿਕਟਡ ਹੋਵੇ ਬੰਦਾ, ਮਰਡਰ ਕੇਸ ਦੇ ਵਿੱਚ ਕਨਵਿਕਟਡ ਹੋਵੇ ਬੰਦਾ, ਤੇ ਉਹਨੂੰ ਵਾਰ-ਵਾਰ ਪੇਰੋਲ ਮਿਲਦੀ ਹੋਵੇ ਤੇ ਉਹ ਸਤਸੰਗ ਕਰ ਰਿਹਾ ਹੋਵੇ। ਨਹੀਂ ਲੱਗਦਾ ਕਿ ਉਸ ਬੰਦੇ ਨੂੰ ਖੁਦ ਸਤਸੰਗ ਦੀ ਲੋੜ ਹੈ, ਜਿਹੜਾ ਸਤਸੰਗ ਕਰਕੇ ਪ੍ਰਵਚਨ ਕਰ ਰਿਹਾ? ਪਹਿਲਾਂ ਮੈਨੂੰ ਲੱਗਦਾ ਵੀ ਉਹਨੂੰ ਆਪ ਨੂੰ ਸਤਸੰਗ ਕਰ ਲੈਣਾ ਚਾਹੀਦਾ, ਵੀ ਕਿਸੇ ਚੰਗੇ ਗੁਰੂ ਦੇ ਕੋਲ ਜਾ ਕੇ ਜਾਂ ਕਿਸੇ ਚੰਗੇ ਮਹਾਤਮਾ ਦੇ ਕੋਲ ਜਾ ਕੇ ਉਹ ਸਤਸੰਗ ਕਰ ਲਵੇ, ਪਹਿਲਾਂ ਖੁਦ ਨੂੰ ਸੁਧਾਰ ਲਵੇ, ਉਦੋਂ ਬਾਅਦ ਉਹ ਸਤਸੰਗ ਦੂਜਿਆਂ ਦੀ ਗੱਲ ਕਰੇ। ਪਰ ਕਮਾਲ ਦੀ ਗੱਲ ਹੈ ਵੀ ਲੋਕਾਂ ਦੀਆਂ ਭੀੜਾਂ ਵੀ ਜੁੜਦੀਆਂ ਨੇ, ਸਿਆਸੀ ਆਗੂ ਜਿਹੜੇ ਨੇ ਉਹ ਵੱਡੇ ਪੱਧਰ ਤੇ ਜਾਂਦੇ ਨੇ, ਔਰ ਬੀਜੇਪੀ ਦਾ ਤਾਂ ਇਹਦੇ ਵਿੱਚ ਸਭ ਤੋਂ ਮੋਹਰੀ ਨਾਮ ਹੈਗਾ। ਆਪਾਂ ਗੱਲ ਕਰੀਏ ਕਿ ਬੀਜੇਪੀ ਦੇ ਆਗੂ ਲਗਾਤਾਰ ਜਿਹੜੇ ਨੇ ਉੱਥੇ ਜਾ ਰਹੇ ਨੇ, ਔਰ ਹੁਣ ਸਲਾਬਤਪੁਰੇ ਡੇਰੇ ਦੇ ਵਿੱਚ ਇਹ ਸਤਸੰਗ ਹੋਣ ਜਾ ਰਿਹਾ। ਪੱਟੀ ਸਾਹਿਬ ਦੇਖੋ ਪੰਜਾਬ ਬਿਲਕੁਲ ਇਹ ਆਪਣੇ ਨਾਲ ਇੱਕ ਕਾਲਰ ਜੁੜ ਚੁੱਕੇ ਨੇ ਇਸ ਮਾਮਲੇ ਦੇ ਉੱਤੇ ਨਾਲ ਗੱਲਬਾਤ ਕਰਦੇ ਹਾਂ ਜੀ। ਸਵਾਗਤ ਹੈ ਤੁਹਾਡਾ, ਕਿੱਥੋਂ ਬੋਲ ਰਹੇ ਹੋ ਜੀ? ਰਾਏ ਰੱਖ ਸਕਦੇ ਹੋ ਜੀ ਆਪਣੀ ਤੁਸੀਂ। ਹੈਲੋ, ਤਾਂ ਡਿਸਕਨੈਕਟ ਹੋ ਚੁੱਕੇ ਨੇ ਜੀ। ਬਿਲਕੁਲ, ਤਾਂ ਆਪਾਂ ਬਿਲਕੁਲ ਉਹੀ ਵੀ ਸਲਾਬਤਪੁਰੇ ਦੀ ਗੱਲ ਕਰੀਏ। ਇੱਥੇ ਇੱਕ ਚੀਜ਼ ਇਹ ਵੀ ਆਉਂਦੀ ਆ, ਲੰਮੇ ਸਮੇਂ ਤੋਂ ਸਲਾਬਤਪੁਰਾ ਉਹ ਡੇਰਾ ਆ ਜਿੱਥੇ 2007 ਦੇ ਵਿੱਚ ਰਾਮ ਰਹੀਮ ਦੇ ਵੱਲੋਂ ਦਸਮ ਪਾਤਸ਼ਾਹ ਦਾ ਜੋੜਾ ਪਾ ਕੇ, ਜਿਹੜਾ ਉਹਨਾਂ ਦਾ ਬਾਣਾ ਪਾ ਕੇ ਕੋਸ਼ਿਸ਼ ਕੀਤੀ ਗਈ ਸੀ ਉਹਨਾਂ ਦੀ, ਉਦੋਂ ਚਰਚਾ ਦੇ ਵਿੱਚ ਆਇਆ ਸੀ। ਤਾਂ ਹੁਣ ਲਗਭਗ 5 ਸਾਲ ਬਾਅਦ ਇੱਥੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਉਹਨਾਂ ਦਾ। ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਵੀ ਭਾਵੇਂ ਬਾਬਾ ਖੁਦ ਪੰਜਾਬ 'ਚ ਨਹੀਂ ਆ ਸਕਦਾ, ਪਰ ਵਰਚੁਅਲ ਐਂਟਰੀ ਜ਼ਰੂਰ ਲੈਣਾ ਚਾਹੁੰਦੇ ਆ ਪੰਜਾਬ ਦੇ ਵਿੱਚ। ਉਹ ਇਸ ਤਰ੍ਹਾਂ ਹੈਗਾ ਵੀ ਜਿੱਦਾਂ ਕਹਿੰਦੇ ਆ ਨਾ ਵੀ ਹੌਲੀ ਹੌਲੀ ਟੀਕਾ ਲਾ ਕੇ ਦੇਖਣਾ। ਤਾਂ ਬਿਲਕੁਲ ਕਾਲਰ ਸਾਡੇ ਦੁਬਾਰਾ ਜੁੜ ਚੁੱਕੇ ਨੇ ਜੀ। ਸਵਾਗਤ ਹੈ ਤੁਹਾਡਾ, ਕੀ ਰਾਏ ਰੱਖਣਾ ਚਾਹੁੰਦੇ ਤੁਸੀਂ ਆਪਣੀ? ਹੈਲੋ, ਤੁਸੀਂ ਗੱਲ ਰੱਖ ਸਕਦੇ ਹੋ ਜੀ ਆਪਣੀ। ਸਵਾਗਤ ਹੈ ਤੁਹਾਡਾ ਸ਼ੋਅ ਦੇ ਉੱਪਰ। ਤਾਂ ਤਕਨੀਕੀ ਕਾਰਨ ਕਰਕੇ ਸ਼ਾਇਦ ਗੱਲਬਾਤ ਨਹੀਂ ਹੋ ਰਹੀ, ਤਾਂ ਬਿਲਕੁਲ ਗੁਜ਼ਾਰਿਸ਼ ਵੀ ਕਰਾਂਗੇ ਵੀ ਜੇ ਕੋਈ ਤਕਨੀਕੀ ਖਰਾਬੀ ਹੈ ਤਾਂ ਉਹਨੂੰ ਦਰੁਸਤ ਕੀਤਾ ਜਾਵੇ, ਤੇ ਕਾਲਰ ਜਿਹੜੇ ਨੇ ਉਹ ਦੁਬਾਰਾ ਲਾ ਸਕਦੇ ਨੇ ਕਾਲ, ਕੋਈ ਐਸੀ ਗੱਲ ਨਹੀਂ ਹੈ। ਅਗਰ ਕੋਈ ਡਿਸਕਨੈਕਟ ਹੈ ਜਾਂ ਤਕਨੀਕੀ ਖਰਾਬੀ ਹੈ ਦੁਬਾਰਾ ਗੱਲਬਾਤ ਕਰ ਸਕਦੇ ਨੇ। ਤਾਂ ਬਿਲਕੁਲ ਸਲਾਬਤਪੁਰੇ ਦੀ ਹੋਈ ਆਪਾਂ ਗੱਲ ਕਰਦੇ ਸੀ ਵੀ ਸ਼ਾਇਦ ਲੱਗਦਾ ਵੀ ਐਂਟਰੀ ਦੁਬਾਰਾ ਵਰਚੁਅਲ ਤਰੀਕੇ ਨਾਲ ਹੁਣ ਪੰਜਾਬ ਦੇ ਵਿੱਚ ਇਹ ਕਰ ਰਹੇ ਨੇ, ਕਿਉਂਕਿ ਪੰਜਾਬ 'ਚ ਆ ਤਾਂ ਸਕਦੇ ਨੇ, ਜਿਹੜੇ ਹਿਸਾਬ ਨਾਲ ਵਿਰੋਧ ਹੁੰਦਾ ਆ ਜਾਂ ਉਸ ਸਮੇਂ ਜਿਹੜੀਆਂ ਚੀਜ਼ਾਂ ਹੋਈਆਂ ਨੇ, ਬੇਅਦਬੀ ਦੀ ਚੀਜ਼ਾਂ ਹੈਗੀਆਂ ਨੇ, ਹੁਣ ਵਰਚੁਅਲ ਤਰੀਕੇ ਨਾਲ ਐਂਟਰੀ ਜ਼ਰੂਰ ਕਰ ਰਹੇ, ਕਿਉਂਕਿ ਸਲਾਬਤਪੁਰਾ ਜਿਵੇਂ ਆਪਾਂ ਦੱਸਿਆ ਵੀ ਹੈੱਡਕੁਆਟਰ ਆ ਸਭ
ਸਭ ਤੋਂ ਵੱਡਾ ਦੂਜਾ ਸਭ ਤੋਂ ਵੱਡਾ ਡੇਰਾ ਆ ਇਹ ਪੰਜਾਬ ਦੇ ਵਿੱਚ, ਤੇ ਪਹਿਲਾਂ ਇਹਨਾਂ ਦਾ ਹਰਿਆਣੇ 'ਚ ਹੈਗਾ ਆ ਜਿਹੜਾ। ਉਹ ਦੇਖੋ ਮੈਂ ਉਹੀ ਗੱਲ ਕਰ ਰਿਹਾ ਸੀਗਾ ਕਿ ਜਿਵੇਂ ਕਹਿੰਦੇ ਆ ਨਾ ਕਿ ਹੌਲੀ ਹੌਲੀ ਟੀਕਾ ਲਾ ਕੇ ਦੇਖਣਾ ਵੀ ਕੋਈ ਬੰਦਾ ਕਿੰਨਾ ਕੁ ਰੌਲਾ ਪਾ ਲੈਂਦਾ ਹੈਗਾ, ਉਹ ਆਪਾਂ ਦੇਸੀ ਭਾਸ਼ਾ 'ਚ ਗੱਲ ਕਰਦੇ ਹਾਂ, ਉਹ ਟੀਕਾ ਲਾਉਣ ਵਾਲੀ ਕੰਮ ਹੈ ਵੀ ਪੰਜਾਬ ਦੇ ਲੋਕਾਂ ਦੇ ਜਾਂ ਭਾਈਚਾਰੇ ਦੇ ਵਿੱਚ ਥੋੜਾ ਜਿਹਾ ਟੀਕਾ ਲਾ ਕੇ ਦੇਖੋ ਵੀ ਕਿੰਨਾ ਕੁ ਰਿਐਕਸ਼ਨ ਆਉਂਦਾ ਹੈਗਾ ਜੀ। ਤਾਂ ਉਹ ਰਿਐਕਸ਼ਨ ਪਹਿਲ ਤਾਂ ਹੁਣ ਹੈਗਾ ਵੀ SGPC ਵੱਲੋਂ ਵਿਰੋਧ ਕੀਤਾ ਗਿਆ ਜਾਂ ਪੰਜਾਬ ਦੀਆਂ ਹੋਰ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ, ਉਹ ਤਾਂ ਡੈਫੀਨੇਟਲੀ ਹੈਗਾ ਹੀ ਹੈ, ਉਹ 'ਚ ਕੋਈ ਉਹ ਨਹੀਂ ਹੈ। ਪਰ ਮੈਨੂੰ ਲੱਗਦਾ ਕਿ ਜਿਵੇਂ ਪਹਿਲਾਂ ਵਰਚੁਅਲ ਤਰੀਕੇ ਨਾਲ ਐਂਟਰੀ ਹੋਏਗੀ, ਫਿਰ ਅਗਰ ਕੋਈ ਜ਼ਿਆਦਾ ਹੋ ਹੱਲਾ ਜਿਹੜਾ ਉਹ ਨਹੀਂ ਹੁੰਦਾ ਹੈਗਾ ਤਾਂ ਫਿਰ ਦੂਜੇ ਹਿਸਾਬ ਨਾਲ ਵੀ ਐਂਟਰੀ। ਬਿਲਕੁਲ ਜੇ ਇੱਕ ਚੀਜ਼ ਹੋਰ ਬਲਦੀਪ ਜੀ ਦੇਖਿਆ ਜਾਵੇ, ਪਹਿਲਾਂ ਵੀ ਮਾਹੌਲ ਪੰਜਾਬ ਦੇ ਵਿੱਚ ਡੇਰੇ ਨੂੰ ਲੈ ਕੇ ਜਾਂ ਬਾਬਾ ਰਾਮ ਰਹੀਮ ਨੂੰ ਲੈ ਕੇ ਵਿਗੜਦਾ ਰਿਹਾ ਆ, ਇੱਕ ਵਾਰ ਫਿਰ ਉਹੀ ਵਿਵਾਦਿਤ ਡੇਰੇ ਦੇ ਵਿੱਚ ਹੁਣ ਸਮਾਗਮ ਹੋਣ ਜਾ ਰਿਹਾ ਆ। ਜੇ ਦੇਖਿਆ ਜਾਵੇ ਕੱਲ ਪਰਸੋਂ ਇੱਕ ਚੀਜ਼ ਵੀ ਸਾਹਮਣੇ ਆਉਂਦੀ ਕਿ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਸਮਾਗਮਾਂ ਦੇ ਸੰਬੰਧੀ, ਜਿਹੜੇ ਉਹਨਾਂ ਦੇ ਪੈਰੋਕਾਰ ਨੇ ਉਹਨਾਂ ਵੱਲੋਂ ਇਨਫੋਰਮੇਸ਼ਨਾਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ, ਲੰਗਰ ਦੀਆਂ ਤਿਆਰੀਆਂ ਜਾਂ ਲੋਕਾਂ ਦੇ ਇਕੱਠ ਦੀਆਂ ਤਿਆਰੀਆਂ, ਵੱਡਾ ਇਕੱਠ, ਇੱਥੋਂ ਤੱਕ ਕਿ ਪ੍ਰਸ਼ਾਸਨ ਨੇ ਮਨਜ਼ੂਰੀ ਵੀ ਦਿੱਤੀ। ਪਰ ਲੱਗਦਾ ਵੀ ਜੇ ਕਿਤੇ ਮਾਹੌਲ ਵਿਗੜ ਜਾਂਦਾ ਆ ਜਾਂ ਇੱਦਾਂ ਦੇ ਕੁਛ ਚੀਜ਼ ਹੁੰਦੀ ਵੀ ਆ, ਪਰ ਉਹਦੇ ਲਈ ਜ਼ਿੰਮੇਵਾਰ ਕੌਣ ਹੋ ਸਕਦਾ ਆ, ਜਾਂ ਫਿਰ ਅਜਿਹੀ ਜੇ ਘਟਨਾ ਸਾਹਮਣੇ ਆਉਂਦੀ ਸਰਕਾਰ ਦਾ ਕੀ ਰੁਖ ਹੋਊਗਾ ਉਹਦੇ ਤੇ? ਦੇਖੋ ਬਿਲਕੁਲ ਇਹ ਗੱਲ ਬਿਲਕੁਲ ਸਹੀ ਹੈ। ਅਗਰ ਮਾਹੌਲ ਕੱਲ ਨੂੰ ਵਿਗੜਦਾ ਹੈ, ਕੋਈ 19-21 ਘਟਨਾ ਹੁੰਦੀ ਹੈ, ਆਪਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਜਦੋਂ ਰਾਮ ਰਹੀਮ ਨੂੰ CBI ਕੋਰਟ ਦੇ ਵਿੱਚ ਜਦੋਂ ਪੇਸ਼ ਕੀਤਾ ਗਿਆ ਸੀਗਾ, CBI ਦੀ ਖਾਸ ਅਦਾਲਤ ਦੇ ਵਿੱਚ, ਉਹ ਪੰਚਕੂਲੇ, ਉਸ ਵੇਲੇ ਜਿਹੜਾ ਹੈ ਤੁਸੀਂ ਇਹ ਦੇਖੋ ਵੀ ਕਿੰਨੇ ਲੋਕਾਂ ਦੀ ਮੌਤ ਹੋਈ ਸੀ ਉਸ ਵੇਲੇ, ਔਰ ਬਹੁਤ ਜ਼ਿਆਦਾ ਪ੍ਰਾਪਰਟੀ ਦਾ ਨੁਕਸਾਨ ਹੋਇਆ ਸੀ। ਅਗਰ ਪੰਜਾਬ ਦੇ ਵਿੱਚ ਉਹੋ ਜਿਹੇ ਹਾਲਾਤ ਦੁਬਾਰਾ ਬਣਦੇ ਹੈਗੇ ਆ ਜਾਂ ਪੰਜਾਬ 'ਚ ਕੁਝ ਅਜਿਹਾ ਹੁੰਦਾ ਹੈ ਤਾਂ ਡੈਫੀਨੇਟਲੀ ਕੌਣ ਉਹਦਾ ਜ਼ਿੰਮੇਵਾਰ? ਦੇਖੋ ਕਿਸੇ ਸਿੰਗਰ ਦਾ ਅਗਰ ਗੀਤ ਪਸੰਦ ਨਾ ਆਏ ਤਾਂ ਆਪਾਂ ਕਹਿ ਦਿੰਦੇ ਆ ਵੀ, ਜਾਂ ਸਰਕਾਰਾਂ ਕਹਿ ਦਿੰਦੀਆਂ, ਲੋਕ ਕਹਿੰਦੇ ਵੀ ਇਹ ਬੈਨ ਹੋਣਾ ਚਾਹੀਦਾ ਜੀ, ਇਹ ਠੀਕ ਨਹੀਂ ਹੈਗਾ ਜੀ, ਇਹਦੇ 'ਚ ਅਸ਼ਲੀਲਤਾ ਜਾਂ ਹਥਿਆਰ ਦਿਖਾਤੇ, ਚੈਂ ਕਰਤਾ, ਵਾਹ ਕਰਤਾ। ਅਗਰ ਸਿੰਗਰਾਂ ਦੇ ਗੀਤ ਬੈਨ ਹੋ ਸਕਦੇ ਆ ਤਾਂ ਉਹ ਸ਼ਖਸ ਜਿਸ ਦੇ ਉੱਪਰ ਪਹਿਲਾਂ ਹੀ ਉਹ ਕਨਵਿਕਟਡ ਹੈ 2 ਕੇਸਿਸ ਦੇ ਵਿੱਚ, ਕੀ ਸਰਕਾਰਾਂ ਉਸ ਦੇ ਉੱਪਰ ਕੋਈ ਕਾਰਵਾਈ ਨਹੀਂ ਕਰ ਸਕਦੀਆਂ? ਜਾਂ ਪੰਜਾਬ ਦੀ ਸਰਕਾਰ, ਮੈਨੂੰ ਲੱਗਦਾ ਕਿ ਪੰਜਾਬ ਦੀ ਸਰਕਾਰ ਨੂੰ ਉਸ ਐਂਗਲ ਤੋਂ ਵੀ ਇਸ ਮਸਲੇ ਨੂੰ ਸੋਚਣਾ ਚਾਹੀਦਾ ਹੈ। ਅਗਰ ਕਿਸੇ ਸ਼ਖਸ ਦੇ ਨਾਲ, ਮੈਂ ਕਹਿੰਦਾ ਕਿ ਅਗਰ ਕਿਸੇ ਸ਼ਖਸ ਜਿਹੜਾ ਕਿ ਖੁਦ ਮੁਜਰਮ ਹੈਗਾ, ਉਸ ਦੀ ਮੌਜੂਦਗੀ ਜਾਂ ਉਸ ਦੀ ਵਰਚੁਅਲ ਪ੍ਰੈਜ਼ੈਂਸ ਦੇ ਨਾਲ ਵੀ ਕਿਸੇ ਵੀ ਤਰੀਕੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੈ ਤਾਂ ਉਸ ਦੇ ਉੱਪਰ ਕਿਸੇ ਤਰੀਕੇ ਦੀ ਕੋਈ ਪਾਬੰਦੀ ਜਿਹੜੀ ਲਗਾਉਣੀ, ਮੈਨੂੰ ਨਹੀਂ ਲੱਗਦਾ ਵੀ ਕੋਈ ਗਲਤ ਜਿਹੜਾ ਉਹ ਚੀਜ਼ ਸਰਕਾਰ ਨੂੰ ਮਨਜ਼ੂਰੀ ਦੇਣੀ ਹੋਣੀ ਚਾਹੀਦੀ। ਕਿਉਂਕਿ ਇੱਕ ਪਾਸੇ ਜੇ ਦੇਖਿਆ ਜਾਵੇ ਨਾ, ਇਲਜ਼ਾਮ ਹੁੰਦੇ ਆ, ਕਈ ਵਾਰ ਬੰਦਾ ਕਹਿੰਦਾ ਵੀ ਇਲਜ਼ਾਮ ਲੱਗਿਆ, ਸਾਬਿਤ ਨਹੀਂ ਹੋਏ, ਸਾਬਿਤ ਹੋ ਚੁੱਕੇ ਆ, ਉਮਰ ਕੈਦ ਦੀਆਂ ਸਜ਼ਾਵਾਂ ਹੋ ਚੁੱਕੀਆਂ ਨੇ, ਪਰ ਫਿਰ ਵੀ ਬਾਰ-ਬਾਰ ਜਿਸ ਤਰ੍ਹਾਂ ਉਹੀ ਆ ਵੀ ਸਤਸੰਗ ਕਰਦੇ ਆ, ਵੀ ਉਹ ਬੰਦਾ ਸਤਸੰਗ ਕਰ ਰਿਹਾ ਜਿਹਨੂੰ ਖੁਦ ਸਿੱਖਣ ਦੀ ਜ਼ਰੂਰਤ ਹੈਗੀ ਆ, ਤੇ ਉਹ ਹੁਣ ਆ ਕੇ ਪੰਜਾਬ ਦੇ ਵਿੱਚ ਵੀ ਇੱਕ ਵੱਡਾ ਇਕੱਠ ਕਰਕੇ, ਜੇ ਕਹਿ ਸਕਦੇ ਹਾਂ ਵੀ ਇੱਕ ਸ਼ਕਤੀ, ਜਿਵੇਂ ਉਹੀ ਟੀਕੇ ਵਾਲੀ ਗੱਲ ਆ ਲਈਏ ਜਾਂ ਇੱਕ ਸ਼ਕਤੀ ਪ੍ਰਦਰਸ਼ਨ ਕਹਿ ਸਕਦੇ ਹਾਂ ਵੀ ਹਾਂ ਇੰਨੇ ਲੋਕ ਹਲੇ ਵੀ ਮੇਰੇ ਨਾਲ ਜੁੜੇ ਹੋਏ ਆ, ਪਰ ਪ੍ਰਸ਼ਾਸਨ ਜੇ ਮਨਜ਼ੂਰੀ ਦਿੰਦੀ ਹੈ ਕਿਤੇ ਨਾ ਕਿਤੇ ਜਾਂ ਉਹ ਚੀਜ਼ਾਂ ਆ ਜਾਂਦੀਆਂ ਨੇ ਵੀ ਵੋਟ ਵਾਲੀ ਨੀਤੀ ਵੀ ਦੇਖੀ ਜਾ ਸਕਦੀ ਹੈ, ਕਿਤੇ ਨਾ ਕਿਤੇ ਲੀਡਰ ਆਪਣਾ ਫਾਇਦਾ ਵੀ ਦੇਖ ਲੈਂਦੇ ਵੀ ਚਲੋ ਮਨਜ਼ੂਰੀ ਦੇ ਦਿਓ ਇਹਨਾਂ ਨੂੰ ਵੀ ਕੱਲ ਨੂੰ ਸਾਨੂੰ ਵੀ ਫਾਇਦਾ ਹੋ ਸਕਦਾ ਇਸ ਚੀਜ਼ ਦਾ। ਜਿਹੜੀ ਦੇਖੋ ਵੋਟਿੰਗ ਵਾਲਾ ਤਾਂ ਡੈਫੀਨੇਟਲੀ ਐਂਗਲ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਰਹਿੰਦਾ ਹੀ ਹੈ ਕਿ ਜਿਸ ਡੇਰੇ ਦੇ ਨਾਲ, ਖਾਸ ਤੌਰ ਤੇ ਡੇਰਾਵਾਦ, ਵੀ ਜਿਸ ਡੇਰੇ ਦੇ ਨਾਲ ਲੋਕ ਜੁੜੇ ਹੋਏ ਨੇ ਤਾਂ ਉਸ ਡੇਰੇ ਤੋਂ ਵੋਟ ਮਿਲੇਗੀ ਜਾਂ ਇਸ ਤਰੀਕੇ ਨਾਲ ਉਸ ਨੂੰ ਪ੍ਰਭਾਵਿਤ। ਹੁਣ ਹਰਿਆਣਾ ਦੇ ਵਿੱਚ ਜਿਹੜੀਆਂ ਆਉਣ ਵਾਲੇ ਸਮੇਂ 'ਚ ਚੋਣਾਂ ਹੋਣਗੀਆਂ ਤਾਂ ਉਸ ਨੂੰ ਵੀ ਧਿਆਨ ਦੇ ਵਿੱਚ ਰੱਖਿਆ ਜਾ ਰਿਹਾ। ਤੁਸੀਂ ਦੇਖੋ ਕਿ ਆਪਾਂ ਪਹਿਲਾਂ ਹੀ ਗੱਲ ਉੱਥੋਂ ਸ਼ੁਰੂ ਕੀਤੀ ਕਿ 40 ਦਿਨ ਦੀ ਪੇਰੋਲ ਪਹਿਲਾਂ ਮਿਲੀ, 56 ਦਿਨ ਬਾਹਰ ਰਹੇ, 25 ਨਵੰਬਰ ਨੂੰ ਜਿਹੜਾ ਉਹ ਜੇਲ੍ਹ ਦੇ ਅੰਦਰ ਗਏ ਸੀ, 56 ਦਿਨ ਬਾਹਰ ਰਹੇ ਨੇ ਤੇ ਹੁਣ ਫੇਰ ਜਿਹੜੀ ਪੇਰੋਲ ਮਿਲੀ ਹੈਗੀ ਹੈ 40 ਦਿਨ ਦੀ। ਇਹ ਪੋਸੀਬਲ ਕਿਵੇਂ ਹੁੰਦਾ? ਮਤਲਬ ਇੱਕ ਪਾਸੇ ਬੰਦੀ ਸਿੰਘ ਨੇ, ਉਹਨਾਂ ਦਾ ਲਗਾਤਾਰ ਸੰਘਰਸ਼ ਜਿਹੜਾ ਚੱਲ ਰਿਹਾ, ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਸਮਾਂ ਜਿਹੜਾ ਉੱਪਰ ਹੋ ਚੁੱਕਿਆ, ਮੋਰਚੇ ਲੱਗੇ ਹੋਏ ਨੇ, ਪਰ ਕੇਂਦਰ ਸਰਕਾਰ ਦੇ ਕੰਨ ਦੇ ਉੱਪਰ ਜੂੰ ਨਹੀਂ ਸਰਕਰੀ ਹੈਗੀ ਹੈ। ਤੇ ਹਮੇਸ਼ਾ ਇਹ ਤਰਕ ਦਿੱਤਾ ਜਾਂਦਾ ਹੈ ਵੀ ਜੇ ਇਹਨਾਂ ਨੂੰ ਛੱਡਿਆ, ਜਾਂ ਕੁਝ BJP ਆਗੂ ਇਹ ਬੋਲਦੇ ਨੇ ਕਿ ਜੇ ਉਹਨਾਂ ਨੂੰ ਰਿਹਾ ਕੀਤਾ ਤਾਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਵਿਗੜ ਸਕਦੀ ਹੈ। ਤੇ ਹੁਣ ਇੱਥੇ ਕੀ ਗੱਲ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਵਿਗੜਨ ਦਾ ਖਦਸ਼ਾ ਨਹੀਂ ਹੈਗਾ ਅਗਰ ਉਹ ਸਲਾਬਤਪੁਰ ਡੇਰਾ, ਜਿੱਥੇ ਇੱਕ ਸਮਾਂ ਪਹਿਲਾਂ ਇੱਕ ਪੂਰਾ ਸਵਾਂਗ ਰਚਿਆ ਗਿਆ ਸੀ, ਐਡੇ ਬੜੇ ਐਲੀਗੇਸ਼ਨਸ ਲੱਗੇ ਸੀ, ਬਹੁਤ ਕੁਝ ਹੋਇਆ ਸੀ ਉਸ ਵੇਲੇ, ਤਾਂ ਕੀ ਹੁਣ ਉਹ ਸਿਚੁਏਸ਼ਨ ਨਹੀਂ ਵਿਗੜ ਸਕਦੀ ਹੈਗੀ? ਸਰਕਾਰਾਂ ਮੈਨੂੰ ਲੱਗਦਾ ਕਿ
ਵੋਟ ਬੈਂਕ ਪੋਲਿਟਿਕਸ ਦੇ ਉੱਪਰ ਜ਼ਿਆਦਾ ਧਿਆਨ ਜੀ। ਦਿੰਦੀਆਂ ਹੈਗੀਆਂ ਬਜਾਏ ਕਿ ਇਸ ਦੇ ਕਿ ਉਸ ਚੀਜ਼ ਨੂੰ ਸੰਜੀਦਗੀ ਨਾਲ ਲਿਆ ਜਾਵੇ। ਬਿਲਕੁਲ ਇੱਕ ਚੀਜ਼ ਹੋਰ ਦੇਖੀ ਜਾ ਸਕਦੀ, ਜਿਵੇਂ ਬੰਦੀ ਸਿੰਘਾਂ ਦੀ ਹੁਣ ਅਸੀਂ ਗੱਲ ਕੀਤੀ ਆ, ਬੰਦੀ ਸਿੰਘਾਂ ਦੀ ਰਿਹਾਈ ਇੱਕ ਪਾਸੇ ਤੇ ਇਹ ਜਾਂਦਾ ਜੀ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਵੀ ਕਰ ਚੁੱਕੇ ਨੇ, ਤੇ ਇੱਧਰ ਪੇਰੋਲ ਵੇਲੇ ਬਿਆਨ ਇਹ ਵੀ ਸਾਹਮਣੇ ਨੇ ਸਾਫ਼ ਸੁਥਰਾ ਆਚਰਣ ਹੈਗਾ ਹੈ ਜੀ, ਬਹੁਤ ਚੰਗੇ ਤਰੀਕੇ ਨਾਲ ਰਹਿ ਰਹੇ ਨੇ। ਇੱਕ ਪਾਸੇ ਜਿੱਤੇ ਬੰਦੇ ਦੇ ਬਲਾਤਕਾਰ ਦੇ ਦੋਸ਼ ਨੇ, ਲੋਕਾਂ ਨੂੰ ਨਪੁੰਸਕ ਬਣਾਉਣ ਦੇ ਦੋਸ਼ ਨੇ, ਮਤਲਬ ਦੋਸ਼ ਤੈਅ ਵੀ ਹੋ ਚੁੱਕੇ ਨੇ, ਸਾਰੀਆਂ ਚੀਜ਼ਾਂ ਨਾ ਕਤਲ ਦੇ ਸਾਰੇ ਚੀਜ਼ਾਂ ਇਲਜ਼ਾਮ ਉਹਨਾਂ ਦੇ ਤੈਅ ਨੇ, 4-5 ਕੇਸ ਵੀ ਚੱਲ ਰਹੇ ਨੇ। ਤੁਸੀਂ ਉਸ ਬੰਦੇ ਨੂੰ ਇੱਕ ਕਹਿ ਸਕਦੇ ਹੋ ਵੀ ਉਹ ਸਾਫ਼ ਸੁਥਰੇ ਆਚਰਣ ਵਾਲਾ ਜੀ, ਉਹਨੂੰ ਬਾਹਰ ਕੱਢਤਾ, ਤੇ ਜਿਹੜੇ ਬੰਦੀ ਸਿੰਘ ਨੇ ਉਹ ਸਜ਼ਾਵਾਂ ਪੂਰੀਆਂ ਕਰਕੇ ਵੀ ਅੰਦਰ ਨੇ। ਤਾਂ ਬਿਲਕੁਲ ਆਪਾਂ ਬੰਦੀ ਸਿੰਘਾਂ ਦੀ ਗੱਲਬਾਤ ਕਰਦੇ ਸੀਗੇ ਵੀ ਇੱਕ ਪਾਸੇ ਉਹਨਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਮੋਰਚੇ ਲੱਗ ਰਹੇ ਨੇ, ਹੋ ਰਿਹਾ ਸਾਰਾ ਕੁਝ, ਪਰ ਉਧਰ ਸਰਕਾਰ ਨਹੀਂ ਧਿਆਨ ਦੇ ਰਹੀ। ਪਰ ਇੱਧਰ ਬਾਰ-ਬਾਰ ਜਿਹੜੀਆਂ ਪੇਰੋਲਾਂ ਤੇ ਨੇ, ਜਿਵੇਂ ਆਪਾਂ ਪਹਿਲਾਂ ਦੇਖਿਆ ਵੀ ਲੀਡਰ ਸਮਾਗਮ ਦੇ ਵਿੱਚ ਪਾਉਂਦੇ, ਤੇ ਕਈ ਵਾਰ ਦੇਖਿਆ ਵਰਚੁਅਲ ਤਰੀਕੇ ਨਾਲ ਉਹਨਾਂ ਨੂੰ ਸੱਦਾ ਪੱਤਰ ਵੀ ਦਿੰਦੇ ਆ ਵੀ ਤੁਸੀਂ ਆਓ ਜੀ ਬਾਬਾ ਜੀ, ਆਹ ਕਰੋ, ਇਦਾਂ ਕਰੋ, ਉਹ ਚੀਜ਼ਾਂ ਵੀ ਸਾਹਮਣੇ ਆਉਂਦੀਆਂ ਨੇ। ਬਿਲਕੁਲ, ਇਹ ਤਾਂ ਜਿਵੇਂ ਮੈਂ ਉਹ ਹਰਿਆਣਾ ਦੇ OSD ਦੀ ਗੱਲ ਕੀਤੀ, ਜਿਹੜੇ ਦੇਖੋ ਉਹ ਵਰਚੁਅਲ ਤਰੀਕੇ ਨਾਲ ਸਤਸੰਗ 'ਚ ਸ਼ਾਮਲ ਹੁੰਦੇ ਨੇ। ਹੁਣ ਜਦੋਂ ਮੁੱਖ ਮੰਤਰੀ ਦੇ ਬਿਲਕੁਲ ਕਰੀਬੀ ਜੋ ਸ਼ਖਸ ਹੈਗਾ, ਅਗਰ ਉਹ ਸ਼ਾਮਿਲ ਹੋ ਰਿਹਾ ਹੈ ਰਾਮ ਰਹੀਮ ਦੇ ਸਤਸੰਗ ਦੇ ਵਿੱਚ, ਤਾਂ ਇੱਥੋਂ ਕਿਵੇਂ ਡਿਨਾਈ ਕੀਤਾ ਜਾ ਸਕਦਾ ਕਿ ਪੋਲੀਟੀਕਲ ਜਿਵੇਂ ਬੀਜੇਪੀ ਆਮ ਤੌਰ ਤੇ ਇਹ ਗੱਲ ਕਹਿੰਦੀ ਹੈ ਕਿ ਦੇਖੋ ਜੀ ਉਹਨੂੰ ਤਾਂ ਕਾਨੂੰਨ ਦੇ ਮੁਤਾਬਕ ਹੀ ਪੇਰੋਲ ਮਿਲਦੀ ਹੈਗੀ, ਕਾਨੂੰਨ ਤੋਂ ਬਾਹਰ ਨਹੀਂ ਮਿਲਦੀ ਹੈ। ਪਰ ਜਦੋਂ ਇੱਕ ਮੁੱਖ ਮੰਤਰੀ ਦਾ ਬਹੁਤ ਨੇੜਲਾ ਅਫਸਰ ਹੈ ਜਿਹੜਾ, ਅਗਰ ਉਹ ਉੱਥੇ ਜਾ ਰਿਹਾ, ਅਗਰ ਉੱਥੇ ਸਿਆਸੀ ਹੋਰ ਆਗੂ ਜਾ ਰਹੇ ਨੇ ਬੀਜੇਪੀ ਦੇ, ਜਿਹੜੀ ਪਾਰਟੀ ਰੂਲ ਕਰ ਰਹੀ ਹੈ ਉਸ ਸਟੇਟ ਦੇ ਵਿੱਚ, ਤਾਂ ਇਹ ਕਿਵੇਂ ਸਮਝਿਆ ਜਾਵੇ ਜਾਂ ਕਿਵੇਂ ਇਹ ਨਾ ਸ਼ੱਕ ਨਹੀਂ ਜਾਂਦਾ, ਇਹ ਕਿਵੇਂ ਨਹੀਂ ਜਾਂਦਾ ਸ਼ੱਕ ਇਹ ਕਿ ਉਸ ਦੀ ਰਿਹਾਈ ਦੇ ਪਿੱਛੇ ਬੀਜੇਪੀ ਦਾ ਕੋਈ ਸਿਆਸੀ ਪ੍ਰੈਸ਼ਰ ਜਾਂ ਕੋਈ ਕਮਜ਼ੋਰੀ ਬੀਜੇਪੀ ਦੀ ਉਹ ਜਿਹੜੀ ਆ ਨਹੀਂ ਰਹੀ ਹੋਊਗੀ। ਤਾਂ ਡੈਫੀਨੇਟਲੀ ਪਹਿਲਾਂ ਦੇਖੋ ਪੰਜਾਬ ਦੀਆਂ ਸਿਆਸੀ ਪਾਰਟੀਆਂ ਸੀਗੀਆਂ, ਚਾਹੇ ਕਾਂਗਰਸ ਸੀ, ਚਾਹੇ ਅਕਾਲੀ ਦਲ ਸੀ ਜਾਂ ਹੋਰ ਪਾਰਟੀਆਂ ਸੀਗੀਆਂ, ਉਹ ਡੇਰੇ ਦੇ ਵਿੱਚ ਜਾਂਦੀਆਂ ਸੀਗੀਆਂ, ਪਰ ਜਦੋਂ ਤੋਂ ਰੌਲਾ ਪਿਆ ਉਦੋਂ ਤੋਂ ਕੁਝ ਪਰਹੇਜ਼ ਜਿਹੜਾ ਕਰਨਾ ਸ਼ੁਰੂ ਕੀਤਾ ਹੈਗਾ। ਪਰ ਬੀਜੇਪੀ ਜਿਹੜੀ ਹੈਗੀ ਆ ਉਹ ਲਗਾਤਾਰ ਜਿਹੜੀ ਹੈ ਚੀਜ਼, ਪਰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ, ਬੀਜੇਪੀ ਚਾਹੇ ਅੱਜ ਜਿੰਨੀ ਮਰਜ਼ੀ ਮੈਜੋਰਿਟੀ 'ਚ ਹੋਵੇ, ਚਾਹੇ ਜਿੱਦਾਂ ਮਰਜ਼ੀ ਹੋਵੇ, ਜਿੰਨੀ ਮਰਜ਼ੀ ਸਟਰੋਂਗ ਹੋਵੇ, ਅਜਿਹੇ ਕਲਪਰੇਟ ਨੂੰ ਅਗਰ ਤੁਸੀਂ ਮਤਲਬ ਇੰਨੀ ਆਜ਼ਾਦੀ ਦੇ ਰਹੇ ਹੋ, ਤਾਂ ਇਹ ਕਿਤੇ ਨਾ ਕਿਤੇ ਤੁਹਾਡੇ ਲਈ ਵੀ ਕੱਲ ਨੂੰ ਨੁਕਸਾਨਦੇਹ ਸਾਬਿਤ ਹੋ ਸਕਦੀ ਹੈ ਚੀਜ਼, ਔਰ ਦੇਸ਼ ਲਈ ਤਾਂ ਡੈਫੀਨੇਟਲੀ ਨੁਕਸਾਨਦੇਹ ਸਾਬਿਤ ਹੋਏਗੀ। ਕਿ ਮੈਸੇਜ ਕੀ ਦੇ ਰਹੇ ਹੋ ਤੁਸੀਂ ਕਿ ਇੱਕ ਬੰਦਾ ਜਿਹੜਾ ਕਲਪਰੇਟ ਹੈ, ਕਨਵਿਕਟਡ ਹੈ ਔਰ ਇਹਨੇ ਹੀਨੀਅਸ ਕ੍ਰਾਈਮਸ ਦੇ ਵਿੱਚ ਹੈਗਾ, ਉਹਨੂੰ ਤੁਸੀਂ ਬਾਰ-ਬਾਰ ਰਿਹਾ ਕਰ ਰਹੇ ਹੋ, ਔਰ ਸਤਸੰਗ ਕਰ ਰਿਹਾ ਉਹ ਲੋਕਾਂ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਬੜਾ ਈਜ਼ੀਲੀ ਕਰ ਰਿਹਾ। ਤਾਂ ਮੈਨੂੰ ਲੱਗਦਾ ਪਹਿਲਾਂ ਉਹਨੂੰ ਖੁਦ ਨੂੰ ਸਤਸੰਗ ਦੀ ਲੋੜ ਹੈ, ਉਹ ਜਾ ਕੇ ਪਹਿਲਾਂ ਸਤਸੰਗ ਕਰੇ। ਵੀ ਉਹ ਆ ਵੀ ਦੂਜਿਆਂ ਨੂੰ ਸਿਖਾਉਣ ਤੋਂ ਪਹਿਲਾਂ ਖੁਦ ਸਿੱਖਿਆ ਲੈਣੀ ਜ਼ਰੂਰੀ ਹੈ, ਵੀ ਜੇ ਟੀਚਰ ਤੁਸੀਂ ਬਣਨਾ ਖੁਦ ਪੜ੍ਹਨਾ ਜ਼ਰੂਰੀ ਆ ਤੁਹਾਡੇ ਲਈ। ਦੂਜੇ ਪਾਸੇ ਜੇ ਦੇਖਿਆ ਜਾਵੇ ਦੋਹਰੇ ਮਾਪਦੰਡ ਵੀ ਸਾਹਮਣੇ ਆਉਂਦੇ ਰਹਿੰਦੇ ਆ। ਤਾਂ ਕਾਲਰ ਸਾਡੇ ਨਾਲ ਇੱਕ ਹੋਰ ਜੁੜੇ ਹੋਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਸਵਾਗਤ ਹੈ ਜੀ ਤੁਹਾਡਾ ਸ਼ੋਅ ਦੇ ਉੱਤੇ, ਰਾਏ ਰੱਖ ਸਕਦੇ ਹੋ ਤੁਸੀਂ ਆਪਣੀ। ਹੈਲੋ, ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਮੈਂ ਸ਼ੇਰਗਿੱਲ ਬੋਲਦਾ ਲਾਸ ਐਂਜਲਸ ਤੋਂ। ਜੀ ਸ਼ੇਰਗਿੱਲ ਸਾਹਿਬ, ਸਵਾਗਤ ਹੈ ਜੀ। ਕੀ ਰਾਏ ਰੱਖਣੀ ਚਾਹੁੰਦੇ ਤੁਸੀਂ ਮੁੱਦੇ ਦੇ ਉੱਤੇ? ਹਾਂਜੀ ਭਾਈ ਜੀ, ਇੱਕ ਤਾਂ ਮੇਰੀ ਪਹਿਲੀ ਰਾਏ ਆ ਵੀ ਪੋਲੀਟੀਕਲ ਪਾਰਟੀਆਂ ਤਾਂ ਗਈਆਂ ਗੁਜਰੀਆਂ, ਢੀਠ ਹੋਈਆਂ, ਜਿਨ੍ਹਾਂ ਨੇ ਇਹਨੂੰ ਇੱਥੋਂ ਤੱਕ ਲਿਆਂਦਾ ਸਿਰਫ ਵੋਟ ਪਰਚੀ ਕਰਕੇ, ਰਾਈਟ। ਤੇ ਦੂਜਾ ਇੱਕ ਹੋਰ ਸਵਾਲ ਉੱਠਦਾ ਬਾਈ ਜੀ, ਜਿਹੜਾ ਸਾਡਾ ਪੈਰੋਲ ਡਿਪਾਰਟਮੈਂਟ ਹੈ, ਪੈਰੋਲ ਆਫੀਸਰ ਹੈ, ਜੋ ਵੀ ਡਿਸੀਜਨ ਲੈਂਦਾ, ਵੀ ਐਡਾ ਸੰਗੀਨ ਜੁਰਮ ਕੀਤਾ ਹੋਵੇ ਬੰਦੇ ਨੇ, ਇਸ ਨੇ ਇਹਨੂੰ ਜਦੋਂ ਜੱਜ ਨੇ ਗੱਲ ਆਈ ਸੀ ਬਾਈ ਜੀ, ਇਹਨੂੰ ਖੂੰਖਾਰ ਜਾਨਵਰ ਕਿਹਾ ਸੀ, ਇਹਨੂੰ ਕਿਹਾ ਸੀ ਵੀ ਤੂੰ ਬੰਦਾ ਨਹੀਂ, ਤੇ ਇਹ ਜਿਹਦੇ ਸਿਰ 2 ਕਤਲ ਦੇ, ਤੇ ਨੰਬਰ ਫੇਰ ਆ ਗਈ ਬਲਾਤਕਾਰ ਦੇ, ਫਿਰ ਪਤਾ ਨਹੀਂ ਹਜੇ ਨਪੁੰਸਕ ਦੇ ਕਿੰਨੇ ਕੁ ਹੋਰ ਹੈ। ਵੀ ਇਹੋ ਜਿਹੇ ਬੰਦੇ ਨੂੰ ਪੈਰੋਲ ਦੇਣੀ ਬਾਈ ਜੀ, ਉਹ ਵੀ ਥੋੜੇ ਥੋੜੇ ਦਿਨਾਂ ਬਾਅਦ, ਕੀ ਸੁਨੇਹਾ ਦੇਣਾ ਚਾਹੁੰਦੇ ਆ? ਕੀ ਇਹ ਵਾਰਡ ਦੇ ਵਿੱਚ ਆਪਦਾ ਬਣਾ ਰਹੇ ਆ? ਤੇ ਦੂਜੀ ਮੈਂ ਗੱਲ ਕਹੂੰਗਾ ਬਾਈ ਜੀ, ਵੀ ਜਿਹੜੀ ਚਲੋ ਇਹ ਪੈਰੋਲ ਤੇ ਵੀ ਆ ਗਿਆ, ਫਿਰ ਇਹਨੂੰ ਬਾਈ ਜੀ ਕੀ ਹੱਕ ਆ ਰੋਲ ਮਾਡਲ ਬਣਨ ਦਾ? ਇਹ ਤੇ ਐਡੀ ਸਜ਼ਾ ਭੁਗਤ ਰਿਹਾ, ਐਡੇ ਬਲਾਤਕਾਰੀ ਬੰਦਾ, ਚਾਈਲਡ ਮੋਲੈਸਟਰ ਹੈ, ਇਹ ਕੀ ਨਹੀਂ, ਕਾਤਲ ਨਹੀਂ, ਫਿਰ ਇਹਨੂੰ ਤਾਂ ਸਟੇਜ ਤੋਂ ਰੋਲ ਮਾਡਲ ਬਣ ਕੇ ਸੰਦੇਸ਼ ਦੇਣ ਦਾ ਕੋਈ ਹੱਕ ਹੀ ਹੈ ਨਹੀਂ ਬਾਈ ਜੀ। ਬਿਲਕੁਲ। ਕੀ ਇਹ ਸਾਡੀਆਂ ਧੀਆਂ ਭੈਣਾਂ ਨੂੰ, ਕੀ ਬੱਚਿਆਂ ਨੂੰ, ਕੀ ਸਾਡੇ ਸਿਟੀਜ਼ਨ ਨੂੰ ਜਾਂ ਸਾਡੀ ਸਮਾਜ ਨੂੰ ਕੀ ਇਹ ਐਡਰੈਸ ਕਰੂਗਾ? ਬਾਈ ਜੀ ਇੱਥੇ ਜਿਵੇਂ ਇਹ ਇੰਡੀਆ ਦਾ ਜੋ ਵੀ ਹੈਗਾ, ਮੈਨੂੰ ਨਹੀਂ ਪਤਾ, ਜਾਂ ਇਹ ਪੈਰੋਲ ਸਿਸਟਮ ਡਿਪਾਰਟਮੈਂਟ, ਜਸਟਿਸ ਹੈ, ਜੋ ਵੀ, ਪਰ ਇਹਨਾਂ ਦੇ ਮੂੰਹ ਤੇ ਇੱਕ ਧੱਬਾ ਹੈ, ਕਿਉਂਕਿ ਜਿਹੜਾ ਇੰਨਾ ਸੰਗੀਨ ਜੁਰਮ ਕੀਤਾ ਹੋਵੇ ਨਾ, ਕੋਲਡ ਬਲਡਡ ਮਰਡਰ ਹੋਵੇ, ਇਹੋ ਜਿਹੀਆਂ ਦੇਸ਼ਾਂ 'ਚ ਉਹਨੂੰ ਵਿਦਆਊਟ ਪੈਰੋਲ ਲਾਈਫ ਤੱਕ ਬਿਹਾਈਂਡ ਦਾ ਬਾਹਰ ਜਾਂਦਾ ਜੀ, ਪੈਰੋਲ ਨਹੀਂ ਮਿਲਦੀ। ਜਿਹਨੇ ਇੰਨਾ ਕੋਲਡ, ਕਿਉਂਕਿ ਲੋਕ ਚਾਹੁੰਦੇ ਹੀ ਨਹੀਂ, ਲੋਕ ਕਿਉਂਕਿ ਡੀਏ ਨੂੰ ਪੁੱਛਣਾ ਪੈਂਦਾ ਵੀ ਅਸੀਂ ਇਹ ਬੰਦੇ ਨੂੰ ਛੱਡੀਏ ਕਮਿਊਨਿਟੀ ਦੇ ਵਿੱਚ ਆਸੇ ਪਾਸੇ, ਵੀ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ? ਇੱਥੋਂ ਵਾਲੇ ਝੱਟ ਕਹਿੰਦੇ ਆ ਨਹੀਂ ਜੀ ਇਹ ਖਤਰਾ ਸਾਡੀ ਕਮਿਊਨਿਟੀ 'ਚ, ਭਾਵੇਂ ਉਹ ਚਾਈਲਡ ਮੋਲੈਸਟਰ ਹੋਵੇ, ਭਾਵੇਂ ਰੇਪਿਸਟ ਹੋਵੇ, ਭਾਵੇਂ ਮਰਡਰ ਹੋਵੇ,
ਖਾਸ ਕਰਕੇ ਚਾਈਲਡ ਮੋਲੈਸਟ ਤੇ ਰੇਪਿਸਟ ਦਾ ਬਾਈ ਜੀ ਬਿਲਕੁਲ ਲੋਕ ਨਹੀਂ ਲਾਈਕ ਕਰਦੇ ਜੀ। ਕਿਉਂਕਿ ਬੱਚਿਆਂ ਲਈ ਇਹਦਾ ਸਪੀਡ ਤੇ ਆਉਣਾ ਹੀ ਠੀਕ ਨਹੀਂ ਬਾਈ ਜੀ। ਇਹ ਫਿਰ ਪਤਾ ਨਹੀਂ ਸਾਡਾ ਸਿਸਟਮ ਕਿਹੋ ਜਿਹਾ, ਕਾਹਦੇ ਪਿੱਛੇ ਵੋਟਾਂ ਪਿੱਛੇ ਆ, ਸਾਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਬਾਈ ਜੀ ਕੀ ਕੁਝ ਹੋਇਆ। ਬਿਲਕੁਲ ਬਿਲਕੁਲ ਫਿਰ ਇਹਨੂੰ ਪੰਜਾਬ ਦੇ ਵਿੱਚ ਬਾਈ ਜੀ ਜੇ ਇੰਨਾ ਕੁਝ ਹੋਇਆ, ਬਰਗਾੜੀ ਵਾਲਾ ਕਾਂਡ ਹੋਇਆ, ਫਿਰ ਇਹਨੂੰ ਇੱਥੇ ਸਲਾਬਤਪੁਰੇ ਵਰਗੇ ਲਿਆ ਕੇ ਜੋ ਵੀ ਭਾਵੇਂ ਵਰਚੁਅਲ ਭਾਵੇਂ ਲਾਈਨ ਦੇ ਤੌਰ ਤੇ ਇਹਨੂੰ ਕੀ ਲੋੜ ਹੈ ਸੰਗਤ ਕਰਾਉਣ ਦੀ? ਕਿਉਂ ਲੋਕਾਂ ਨੂੰ ਫਿਰ ਵਾਅਦੇ ਚ ਪਾਉਂਦੇ ਆ ਤੇ ਉਹੀ ਹਾਲਾਤ ਫਿਰ ਖੜੇ ਕਰਨੇ ਚਾਹੁੰਦੇ ਨਾ, ਫਿਰ ਸੇਮ ਹੀ ਆਹੀ ਗੱਲ ਹੋਊ ਨਾ ਬਾਈ ਜੀ। ਬਿਲਕੁਲ ਫਿਰ ਇਹ ਬਹੁਤ ਮਾੜਾ ਦਿਖਾਉਂਦਾ, ਸਾਨੂੰ ਸਮਝਣਾ ਚਾਹੀਦਾ ਸਾਡੇ ਲੋਕਾਂ ਨੂੰ ਵੀ ਤੇ ਸਾਡੇ ਪ੍ਰਸ਼ਾਸਨ ਨੂੰ ਵੀ। ਬਿਲਕੁਲ ਮੈਂ ਇੰਨਾ ਹੀ ਕਹੂੰਗਾ ਬਾਈ। ਠੀਕ ਹੈ, ਸ਼ੁਕਰੀਆ ਜੀ। ਸ਼ੁਕਰੀਆ ਜੀ। ਬਿਲਕੁਲ ਉਹੀ ਚੀਜ਼ ਆ, ਭਾਵੇਂ ਬਾਹਰ ਬੈਠੇ ਨੇ ਉਹ ਵੀ ਚਿੰਤਾ ਜ਼ਰੂਰ ਜ਼ਾਹਿਰ ਕਰਦੇ ਨੇ ਵੀ ਜੇ ਪੰਜਾਬ ਦੇ ਵਿੱਚ ਫਿਰ ਉਹੋ ਜਿਹੀ ਮਾਹੌਲ ਬਣਦਾ ਆ ਜਾਂ ਮਾਹੌਲ ਵਿਗੜ ਜਾਂਦਾ, ਜ਼ਿੰਮੇਵਾਰ ਕੌਣ ਹੋਊ? ਜਿਵੇਂ ਆਪਾਂ ਗੱਲ ਕੀਤੀ ਸੀ ਵੀ ਅਜਿਹੇ ਬੰਦੇ ਨੇ ਲੋਕਾਂ ਨੂੰ ਕੀ ਦੱਸਣਾ ਹੈ ਵੀ ਜਿਹਨੂੰ ਖੁਦ ਸਿੱਖਣ ਦੀ ਜ਼ਰੂਰਤ ਆ। ਤਾਂ ਇੱਕ ਹੋਰ ਕਾਲਰ ਸਾਡੇ ਨਾਲ ਜੁੜਦੇ ਨੇ। ਸਵਾਗਤ ਹੈ ਜੀ ਤੁਹਾਡਾ ਸ਼ੋਅ ਦੇ ਵਿੱਚ, ਤੁਸੀਂ ਆਪਣੀ ਰਾਏ ਰੱਖ ਸਕਦੇ ਹੋ। ਸਵਾਗਤ ਹੈ ਜੀ ਤੁਹਾਡਾ ਸ਼ੋਅ ਦੇ ਵਿੱਚ, ਤੁਸੀਂ ਆਪਣੀ ਰਾਏ ਰੱਖ ਸਕਦੇ ਹੋ। ਹੈਲੋ ਜੀ ਹਾਂਜੀ, ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੇਰਾ ਤਾਂ ਇੱਕ ਸਵਾਲ ਆ। ਜੀ ਜੀ। ਆਸਾ ਰਾਮ ਨੂੰ ਪਰੋਲ ਨਹੀਂ ਮਿਲੀ, ਉਹਦੇ ਮੁੰਡੇ ਨੂੰ ਪਰੋਲ ਨਹੀਂ ਮਿਲੀ, ਸਤਪਾਲ ਨੂੰ ਪਰੋਲ ਨਹੀਂ ਮਿਲੀ, ਇਹਨੂੰ ਕਾਹਤੇ ਘੜੀ ਮਿਲਦੀ ਆ? ਬਿਲਕੁਲ ਇਹਦੇ ਜੀ ਜੀ ਇਹਦੇ ਵਿੱਚ ਕੋਈ ਨਾ ਕੋਈ ਸਰਕਾਰ ਦੀ ਹੈਗੀ ਗੱਲਬਾਤ, ਜੋ ਮੰਨੇ ਕੋਈ ਨਾ ਮੰਨੇ। ਬਿਲਕੁਲ ਬਿਲਕੁਲ ਕੋਈ ਨਾ ਕੋਈ ਇਲਾਜ ਸਰਕਾਰ ਦਾ ਜ਼ਰੂਰ ਹੈਗਾ ਇਹਦੇ ਵਿੱਚ। ਜ਼ਿੰਮੇਵਾਰ ਤੁਸੀਂ ਕਹਿੰਦੇ ਕੌਣ ਹੋਊਗਾ? ਜ਼ਿੰਮੇਵਾਰ ਸਰਕਾਰ ਹੀ ਜਿਹਨੇ ਛੱਡਿਆ ਇਹਨੂੰ। ਬਿਲਕੁਲ ਬਿਲਕੁਲ ਬਿਲਕੁਲ। ਦੇਖੋ ਕਿੰਨੇ ਸੰਗੀਨ ਜ਼ੁਲਮ ਹੈ ਇਹਦੇ ਉੱਤੇ। ਫਿਰ ਸਾਰੀ ਉਮਰ ਦੀ ਸਜ਼ਾ ਸਮਝੋ ਤੁਸੀਂ ਚਾਹੋਗੇ? ਸਭਾ 20 ਸਾਲ ਦੀ ਉਮਰ ਹੈ, ਕੈਦ ਸਜ਼ਾ ਹੈ। ਇੱਕ ਦੇ ਵਿੱਚ ਉਮਰ ਕੈਦ ਵੀ ਹੈ ਜੀ, ਉਮਰ ਕੈਦ ਵੀ ਹੈ। ਹਾਂ, ਉਮਰ ਕੈਦ ਵੀ, ਪਰ ਦੂਜੇ ਦੇ ਏਦਾਂ ਆ। ਫਿਰ ਇਹਨੇ ਕੀ ਕਹਿੰਦੇ ਨੇ ਆਪਣੇ ਕਤੂਤਾਂ ਇਹਨੇ ਕਿਹੜੀਆਂ ਕੀਤੀਆਂ ਆ? ਜੇ ਫਰਜ਼ ਕਿਹਦਾ ਹਨ ਹੋਣ ਚੰਗਾ ਹੀ ਮੰਨ ਲਈਏ, ਇੱਦੋਂ ਤਾਂ ਬਹੁਤ ਪੁਰਾਣੇ ਬੈਠੇ, ਉਹ ਚੰਗੇ ਵਾਲੇ ਜ਼ਿਆਦਾ ਬੈਠੇ ਜਿਹਨੇ ਕੁਝ ਵੀ ਨਹੀਂ ਕੀਤਾ ਉੱਥੇ ਜਾ ਕੇ। ਏਡਾ ਉਹਨਾਂ ਜ਼ੁਲਮ ਵੀ ਹੈ ਨਹੀਂ ਗੇ। ਫਿਰ ਤਾਂ ਸਾਰੀਆਂ ਜੇਲਾਂ ਖਾਲੀ ਕਰੀ ਜੇ ਤੁਸੀਂ ਇਸ ਹਿਸਾਬ ਨਾਲ ਜੀ। ਹਾਂਜੀ, ਥੈਂਕ ਯੂ ਜੀ। ਸ਼ੁਕਰੀਆ ਜੀ, ਸ਼ੁਕਰੀਆ। ਤਾਂ ਬਿਲਕੁਲ ਹਰ ਕੋਈ ਸਵਾਲ ਤਾਂ ਹਰ ਦੇ ਮਨ ਦੇ ਵਿੱਚ ਬਲਬਲਾ ਜਿਹਾ ਉੱਠਦੀ ਆ ਵੀ ਬਾਕੀ ਜਿਵੇਂ ਇਹਨਾਂ ਨੇ ਵੀ ਗੱਲ ਕਰੀ ਆ ਵੀ ਹੋਰ ਵੀ ਕਈ ਬਥੇਰੇ ਬਾਬੇ ਆ ਜਿਹੜੇ ਅੰਦਰ ਬੈਠੇ ਆ, ਉਹਨਾਂ ਵੱਲ ਧਿਆਨ ਨਹੀਂ ਜਾਂਦਾ, ਪਰ ਇਹਨੂੰ ਬਾਰ-ਬਾਰ ਉਹੀ ਵੀ ਕਿਤੇ ਨਾ ਕਿਤੇ ਵੋਟ ਬੈਂਕਿੰਗ ਦੀ ਰਾਜਨੀਤੀ ਸਾਹਮਣੇ ਆਏ ਜਾਂਦੀ ਹੈ ਨਾ ਮੁੱਦਿਆਂ ਦੇ ਵਿੱਚ। ਬਿਲਕੁਲ। ਇਹ ਤਾਂ ਦੇਖੋ ਆਪਾਂ ਜਦੋਂ ਵੀ ਰਾਮ ਰਹੀਮ ਦੀ ਗੱਲ ਤੁਰਦੀ ਆ ਤਾਂ ਵੋਟ ਬੈਂਕ ਤਾਂ ਨਾਲ ਹੀ ਤੁਰਦਾ, ਉਹ ਆਪਾਂ ਕਲੀਅਰ ਕੱਟ ਦੇਖ ਲਈ। ਔਰ ਵੈਸੇ ਵੀ ਪੱਟੀ ਸਾਹਿਬ ਇੰਡੀਆ ਦੇ ਵਿੱਚ ਬਾਬਿਆਂ ਦਾ ਇੰਨਾ ਕੁ ਜ਼ੋਰ ਹੈਗਾ। ਥੋੜੇ ਦਿਨ ਪਹਿਲਾਂ ਚਲੋ ਉਹ ਖੈਰ ਆਊਟ ਆਫ ਦਾ ਕੰਟੈਕਸਟ ਚਲੇ ਜਾਵਾਂਗੇ ਆਪਾਂ, ਪਰ ਧੀਰੇਂਦਰ ਸ਼ਾਸਤਰੀ ਇੱਕ ਨਾਂ ਦਾ ਬਾਬਾ ਹੈਗਾ, ਬਾਗੇਸ਼ਵਰ ਧਾਮ ਹੈ ਨਾ ਜੀ, ਉੱਥੇ ਵੀ ਬੜਾ ਰੌਲਾ ਪਿਆ। ਇੱਥੋਂ ਤੱਕ ਕਹਿਤਾ ਉਹਨੇ, ਬਿਆਨ ਇੱਥੋਂ ਤੱਕ ਦੇਤਾ ਹੈਗਾ ਵੀ ਤੁਸੀਂ ਸਾਡਾ ਸਾਥ ਦਿਓ ਤੇ ਅਸੀਂ ਹਿੰਦੂ ਰਾਸ਼ਟਰ ਬਣਾ ਦਾਂਗੇ। ਇੱਥੋਂ ਤੱਕ ਬਿਆਨ ਜਿਹੜੇ ਨੇ ਉਹ ਦਿੱਤੇ ਜਾ ਚੁੱਕੇ ਨੇ। ਪਰ ਤੁਸੀਂ ਦੇਖੋ ਵੀ ਜਿਹੜਾ ਕੋਈ ਗੱਲਬਾਤ, ਕੋਈ ਸਰਕਾਰ ਵੱਲੋਂ ਕੋਈ ਇਹਨੂੰ ਮਤਲਬ ਇਹਦੇ ਉੱਪਰ ਟਿੱਪਣੀ ਜਾਂ ਆਬਜੈਕਸ਼ਨ ਜਿਹੜਾ ਕੋਈ ਚੀਜ਼ ਨਹੀਂ ਆ ਰਹੀ। ਤਾਂ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਸਵਾਗਤ ਹੈ ਜੀ ਤੁਹਾਡਾ, ਰਾਏ ਰੱਖ ਸਕਦੇ ਹੋ ਤੁਸੀਂ ਸ਼ੋਅ ਦੇ ਵਿੱਚ ਆਪਣੀ। ਹੈਲੋ ਭਾਜੀ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਅੱਛਾ ਭਾਜੀ, ਮੈਂ ਰਾਮ ਰਹੀਮ ਬਾਰੇ ਕੋਈ ਜ਼ਿਆਦਾ ਲੰਮੀ ਚੌੜੀ ਹਿਸਟਰੀ ਜਿਹੜੀ ਸੁਣਾਣੀ ਨਹੀਂ, ਕਿਉਂਕਿ ਆਪਾਂ ਸਾਰੇ ਭਰਾਵਾਂ ਨੂੰ ਪਤਾ ਹੈ ਵੀ ਇਹਦੇ ਕੀ ਕਾਰਨਾਮੇ ਨੇ, ਕੀ ਇਹਦੇ ਚਿੱਠੇ ਨੇ, ਜੱਗ ਜ਼ਾਹਰ ਹੋਏ ਨੇ ਟੀਵੀ ਤੇ, ਅਖਬਾਰਾਂ ਤੇ, ਸਾਰੀ ਜਗ੍ਹਾ ਤੇ ਜੀ। ਤੇ ਮੇਨ ਗੱਲ ਇਹ ਹੈਗੀ ਹੈ, ਹਰਿਆਣੇ 'ਚ ਵੀ ਬੀਜੇਪੀ ਦੀ ਸਰਕਾਰ ਹੈ ਤੇ ਸੈਂਟਰ 'ਚ ਵੀ ਬੀਜੇਪੀ ਦੀ ਸਰਕਾਰ ਹੈ। ਇਹ ਹੁਣ ਸਾਡੀ ਜਿਹੜੀ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਹਨੂੰ ਸੋਚਣਾ ਪਏਗਾ। ਇਹ ਬੀਜੇਪੀ ਨੇ ਜਿਸ ਸਿਆਸਤ ਵਾਸਤੇ ਉਹਨੂੰ ਪਰੋਲ ਤੇ ਬਾਹਰ ਲਿਆਂਦਾ, ਉਹਨਾਂ ਨੇ ਆਪਣੀ ਇਸ ਚਾਲ 'ਚ ਕਾਮਯਾਬ ਹੋ ਜਾਣਾ। ਬੀਜੇਪੀ ਚਾਹੁੰਦੀ ਹੈ ਪੰਜਾਬ ਦਾ ਮਾਹੌਲ ਖਰਾਬ ਹੋਵੇ, ਆਮ ਆਦਮੀ ਪਾਰਟੀ ਬਦਨਾਮ ਹੋਵੇ ਤੇ 24 'ਚ ਤਾਂ ਹੀ ਸਾਡਾ ਉੱਥੇ ਪੈਰ ਲੱਗਣਗੇ, ਨਹੀਂ ਤਾਂ ਅਦਰਵਾਈਜ਼ ਸਾਡੇ ਪੈਰ ਨਹੀਂ ਲੱਗਣੇ ਪੰਜਾਬ 'ਚ। ਬਿਲਕੁਲ ਜੀ। ਇਹ ਬੀਜੇਪੀ ਨੂੰ ਪਤਾ ਹੈ, ਭਾਵੇਂ ਉਹ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਲਵੇ, ਜਿਨ੍ਹਾਂ ਨੂੰ ਮਰਜ਼ੀ ਲੈ ਲਵੇ। ਤੇ ਜ਼ਿਆਦਾ ਲੰਮੀ ਚੌੜੀ ਗੱਲ ਮੈਂ ਨਹੀਂ ਕਰਨੀ ਚਾਹੁੰਦਾ। ਮੈਂ ਇਹ ਚਾਹੁੰਦਾ ਕਿ ਬੀਜੇਪੀ ਇਹ ਜਿਹੜੇ ਇਹ ਕਾਰਨਾਮੇ ਨੇ ਜਾਂ ਜੋ ਉਹ ਕਰਾਉਣਾ ਚਾਹੁੰਦੀ ਪੰਜਾਬ 'ਚ, ਉਹਨੇ ਆਪਣੇ ਮਕਸਦ 'ਚ ਹੱਲ ਹੋ ਜਾਣਾ। ਬਸ ਮੈਂ ਇਹੀ ਕਹਿਣਾ ਵੀਰ ਜੀ। ਜੀ। ਅੱਛਾ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਕਿ ਬੀਜੇਪੀ ਮਸਲੇ ਹੱਲ ਕਰਾਉਣਾ ਚਾਹੁੰਦੀ ਹੈ ਜਾਂ ਆਮ ਆਦਮੀ ਪਾਰਟੀ ਨੂੰ ਫੇਲ ਕਰਨਾ ਚਾਹੁੰਦੀ ਹੈ, ਆਮ ਆਦਮੀ ਪਾਰਟੀ ਨੂੰ ਕੀ ਰਾਏ ਦੋਗੇ? ਕਿਉਂਕਿ ਉਹਨਾਂ ਦੀ ਸਰਕਾਰ ਤਾਂ ਸੱਤਾ ਦੇ ਵਿੱਚ ਹੈਗੀ ਹੈ, ਸਰਕਾਰ ਉਹ ਚਲਾ ਰਹੇ ਨੇ, ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ?
ਮੈਨੂੰ ਲੱਗਦਾ ਸ਼ਾਇਦ ਡਿਸਕਨੈਕਟ ਹੋ ਗਿਆ ਨਾ। ਤਾਂ ਬਿਲਕੁਲ ਹਰ ਕੋਈ ਚਿੰਤਾ ਜਾ ਰਿਹਾ ਕਿਤੇ ਨਾ ਕਿ ਲੋਕ ਵੀ ਹੁਣ ਸਮਝਦੇ ਕਿ ਰਾਜਨੀਤੀ ਲਈ ਸਾਰਾ ਕੁਝ ਹੋ ਰਿਹਾ, ਕਿਉਂਕਿ ਜੇ ਦੇਖਿਆ ਜਾਵੇ ਸਮੇਂ-ਸਮੇਂ ਤੇ ਪੰਜਾਬ ਇਲੈਕਸ਼ਨਸ ਹੁੰਦੇ ਆ ਉਦੋਂ ਬਾਬੇ ਤੋਂ ਅੱਗੇ ਪਿੱਛੇ ਪੈਰੋਲ ਮਿਲ ਜਾਂਦੀ ਆ, ਫਿਰ ਗੁਜਰਾਤ ਹਿਮਾਚਲ ਦੀਆਂ ਇਲੈਕਸ਼ਨਾਂ ਵੇਲੇ ਆ ਜਾਂਦਾ, ਹੁਣ ਫੇਰ ਆ ਜਾਂਦਾ, ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣੇ 'ਚ ਵੀ ਹੈਗੀਆਂ, ਤਾਂ ਲੱਗਦਾ ਉਸ ਸਮੇਂ ਸ਼ਾਇਦ ਲੰਬੀ ਪੈਰੋਲ ਵੀ ਮਿਲ ਸਕਦੀ ਹੈ, ਇੱਥੋਂ ਤੱਕ ਕਿ 90 ਦਿਨ ਦੀ ਸਜ਼ਾ ਵੀ ਮਾਫ ਕੀਤੀ ਗਈ ਆ। ਹਾਲਾਂਕਿ ਕਹਿੰਦੇ ਆ ਵੀ ਬਾਕੀ ਕੈਦੀਆਂ ਦੀ ਵੀ ਕੀਤੀ ਗਈ ਆ, ਪਰ ਉਹਦੇ ਵਿੱਚ ਚਰਚਾ ਦਾ ਵਿਸ਼ਾ ਇਹ ਹੈ ਵੀ 90 ਦਿਨ ਦੀ ਸਜ਼ਾ ਵੀ ਮਾਫ ਹੋ ਚੁੱਕੀ ਆ ਤੇ ਪੈਰੋਲ ਵੀ ਨਾਲ ਦੀ ਨਾਲ ਮਿਲਦੀ ਨਜ਼ਰ ਆਉਂਦੀ ਹੈ। ਬਿਲਕੁਲ ਔਰ ਇਹ ਤਾਂ ਪੂਰੇ ਤਰੀਕੇ ਨਾਲ ਆਪਾਂ ਜੇ ਇਹਨੂੰ ਇੱਕ ਸ਼ਬਦ 'ਚ ਕਹਿਣਾ ਹੋਵੇ ਵੀ ਮੋਦੀ ਸਰਕਾਰ ਜਾਂ ਭਾਜਪਾ ਸਰਕਾਰ ਜਿਹੜੀ ਮਿਹਰਬਾਨ ਜਾਂ ਖੱਟਰ ਸਰਕਾਰ ਜਿਹੜੀ ਮਿਹਰਬਾਨ ਹੋਈ ਹੈ। ਔਰ ਬਾਕੀ ਜਿਹੜੇ ਜਿਵੇਂ ਕਾਲਰ ਸਾਡੇ ਜੁੜੇ ਸੀ ਔਰ ਉਹਨਾਂ ਨੇ ਸਾਫ਼ ਤੌਰ ਤੇ ਕਹਿ ਹੀ ਦਿੱਤਾ ਹੈ ਕਿ ਰੋਲ ਮਾਡਲ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਕਿ ਸਤਸੰਗ ਦੀ ਸ਼ਾਇਦ ਉਹਨੂੰ ਜ਼ਿਆਦਾ ਲੋੜ ਹੈ, ਉਹ ਕਰੇ, ਤਾਂ ਉਹਨੂੰ ਰੋਲ ਮਾਡਲ ਜਿਹੜਾ ਬਣਾ ਕੇ ਪੇਸ਼ ਕਰਨਾ ਜਾਂ ਦੁਬਾਰਾ ਫੇਰ ਜਿਵੇਂ ਸਤਸੰਗ ਕਰਨੀ, ਇਹ ਤਾਂ ਬਹੁਤ ਹੀ ਜ਼ਿਆਦਾ ਗਲਤ ਹੈਗਾ। ਚਾਹੇ ਉਹ ਕੋਈ ਵੀ ਸਮਾਜ ਹੈ, ਚਾਹੇ ਇੰਡੀਅਨ ਆਪਾਂ ਕਲਚਰ ਦੀ ਗੱਲ ਕਰੀਏ ਜਾਂ ਵੈਸਟਰਨ ਕਲਚਰ ਸੁਸਾਇਟੀ ਦੀ ਗੱਲ ਕਰੀਏ, ਅਜਿਹਾ ਬੰਦਾ ਜਿਹਦੇ ਉੱਪਰ ਜੇ ਸੰਗੀਨ ਇਲਜ਼ਾਮ ਹੈਗੇ ਨੇ, ਕਨਵਿਕਟਡ ਆ ਬੰਦਾ, ਉਹ ਉਸ ਨੂੰ ਰੋਲ ਮਾਡਲ ਬਣਾ ਕੇ ਪੇਸ਼ ਕਰਨਾ ਉਹ ਸਰਾਸਰ ਗਲਤ ਹੈਗਾ, ਉਹ ਕਿਸੇ ਪਾਸੇ ਵੀ ਸਹੀ ਨਹੀਂ ਹੈ। ਬਿਲਕੁਲ ਇਸ ਚੀਜ਼ ਤੇ ਸੋਚਣੇ ਜ਼ਰੂਰਤ ਹੈਗੀ ਆ। ਜਿੱਥੇ ਲੋਕ ਹੋਣਿਆਂ ਚੀਜ਼ਾਂ ਵੱਲ ਨੂੰ ਧਿਆਨ ਦੇਣ ਲੱਗ ਗਏ ਤਾਂ ਸਰਕਾਰਾਂ ਵੀ ਸ਼ਾਇਦ ਵੋਟ ਬੈਂਕਿੰਗ ਦੀ ਰਾਜਨੀਤੀ ਨੂੰ ਛੱਡ ਕੇ ਇੱਧਰ ਧਿਆਨ ਦੇਵੇ ਤਾਂ ਸ਼ਾਇਦ ਕੁਝ ਸੁਧਾਰ ਸਾਡੇ ਦੇਸ਼ ਦਾ ਹੋਵੇ। ਤਾਂ ਜਿਵੇਂ ਕਿ ਮੋਦੀ ਸਾਹਿਬ ਕਹਿੰਦੇ ਆ ਕਿ ਵੀ ਵਿਸ਼ਵ ਗੁਰੂ ਬਣਾਉਣ ਤਾਂ ਸ਼ਾਇਦ ਅਸੀਂ ਉਧਰਲੇ ਪਾਸੇ ਨੂੰ ਜਾ ਸਕਦੇ ਹਾਂ। ਤਾਂ ਇੱਕ ਨਵੇਂ ਕਾਲਰ ਜੁੜਿਆ, ਸਵਾਗਤ ਹੈ ਜੀ ਤੁਹਾਡਾ ਸ਼ੋਅ ਦੇ ਵਿੱਚ, ਤੁਸੀਂ ਰਾਏ ਰੱਖ ਸਕਦੇ ਹੋ ਆਪਣੀ। ਹੈਲੋ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਇਸ ਬੀਜੇਪੀ ਤੋਂ ਕੀ ਇਨਸਾਫ ਦੀ ਮੰਗ ਕਰਦੇ ਹੋ? ਇਹ ਬੀਜੇਪੀ ਦਾ ਉਹ ਬੀਜੇਪੀ ਹੈ ਜਿਹਨੇ ਬਾਨੋ ਕੇਸ ਦੇ 11 ਬਲਾਤਕਾਰੀ ਬਾਹਮਣਾਂ ਨੂੰ ਛੱਡਤਾ, ਠੀਕ ਹੈ ਜੀ। 22 ਬੰਦੇ ਇਹਨਾਂ ਨੇ ਗੋਦਰਾ ਕਾਂਡ ਵਾਲੇ ਫੇਰ ਬਰੀ ਕਰਾਤੇ, ਠੀਕ ਹੈ ਜੀ। ਜਿਹੜੇ ਕਿ 7 ਹੁਣ ਵੱਡੇ ਫੈਸਲੇ ਸੀਗੇ ਸੁਪਰੀਮ ਕੋਰਟ ਦੇ ਵਿੱਚ, ਜਿਹੜੇ ਇਹਨਾਂ ਨੇ ਜੱਜਾਂ ਨੂੰ ਡਰਾ ਕੇ ਧਮਕਾ ਕੇ ਉਹ ਆਪਣੇ ਹੱਕ 'ਚ ਕਰਾਏ ਨੇ। ਜਿਹੜੀਆਂ ਹੁਣ ਬਾਹਰਲੀ ਕੰਟਰੀਆਂ ਤੋਂ ਇਹਨਾਂ ਦੇ ਖਿਲਾਫ ਆਉਂਦੀਆਂ ਨੇ ਖਬਰਾਂ BBC ਲੰਡਨ ਤੋਂ, ਉਹ ਸੱਚੀਆਂ ਹੀ ਆ ਰਹੀਆਂ ਨੇ। ਉਹਨਾਂ ਨੂੰ ਇੰਡੀਆ 'ਚ ਇਸੇ ਕਰਕੇ ਦਬਾਇਆ ਜਾ ਰਿਹਾ ਵੀ ਕਿਉਂਕਿ ਬੀਜੇਪੀ ਕਹਿੰਦੀ ਵੀ 2024 ਅਸੀਂ ਜਿੱਤਣਾ, ਵੀ ਸਾਡਾ ਅਕਸ਼ਰ ਨਾ ਖਰਾਬ ਹੋਵੇ। ਅਕਸ਼ਰਾਂ ਦਾ ਖਰਾਬ ਹੋ ਚੁੱਕਿਆ, ਹੁਣ ਅੰਧ ਭਗਤ ਇੰਨੇ ਨੇ ਦੇਸ਼ ਨੂੰ ਡੋਬਣ ਵਾਲੇ। ਇਸ ਕਰਕੇ ਮੈਂ ਕਹਿਣਾ ਵੀ ਜਿਸ ਦੇਸ਼ ਦਾ ਮੀਡੀਆ ਵਿਕ ਚੁੱਕਿਆ ਹੋਵੇ ਉਹ ਦੇਸ਼ ਡੁੱਬ ਜਾਂਦਾ। ਇਹ ਇੰਡੀਆ ਘੱਟੋ ਘੱਟ 80% ਡੁੱਬ ਚੁੱਕਿਆ। 2024 ਤੱਕ ਜੇ ਮੀਡੀਆ ਨਾ ਉੱਠਿਆ ਤਾਂ ਇਹ ਦੇਸ਼ 100% ਡੁੱਬ ਜੂਗਾ। ਇਹਦਾ ਹਾਲਾਤ ਵੀ ਪਾਕਿਸਤਾਨ ਵਾਲਾ ਹੀ ਹੋ ਜੂਗਾ। ਇੱਥੇ ਕੋਈ ਡੈਮੋਕ੍ਰੇਸੀ ਰਹੂਗੀ, ਕੋਈ ਕਾਨੂੰਨ ਦਾ ਰਾਜ ਰਹੂਗਾ, ਇੱਥੇ ਪੂਰੀ ਗੁੰਡਾਗਰਦੀ ਹੋਊਗੀ ਤੇ ਗੁੰਡੇ ਹੀ ਰਾਜ ਕਰਨਗੇ। ਥੈਂਕ ਯੂ ਜੀ, ਸ਼ੁਕਰੀਆ ਜੀ ਰਾਏ ਰੱਖਣ ਦੇ ਲਈ। ਤਾਂ ਬਿਲਕੁਲ ਹਰ ਕੋਈ ਇਸ ਮੁੱਦੇ ਤੇ ਆਪਣੀ ਰਾਏ ਜ਼ਰੂਰ ਰੱਖ ਰਿਹਾ। ਸਾਡੇ ਕਾਲਰਸ ਜਿਹੜੇ ਜੁੜਦੇ ਆ ਉਹ ਵੀ ਚਿੰਤਾ ਜ਼ਰੂਰ ਜ਼ਾਹਿਰ ਕਰਦੇ ਨੇ। ਪਰ ਇਸ ਦੇ ਨਾਲ ਹੀ ਇੱਕ ਹੋਰ ਅਗਲੇ ਮੁੱਦੇ ਵੱਲ ਜੇ ਵਧੀਏ, ਆਪਾਂ ਪੰਜਾਬ ਦੀ ਗੱਲ ਕਰ ਲਈ, ਹੁਣ ਸਾਡੀ ਸੂਬਾ ਸਰਕਾਰ ਦੇ ਵੱਲ ਨੂੰ ਆ ਜਾਈਏ ਤਾਂ ਸੂਬਾ ਸਰਕਾਰ ਦੇ ਵੱਲੋਂ ਸਮੇਂ ਸਿਰ ਤੇ ਜਦੋਂ ਸਰਕਾਰ ਬਣੀਆਂ 9 ਤੋਂ 10 ਮਹੀਨੇ ਹੋ ਚੁੱਕੇ ਆ ਸਰਕਾਰ ਬਣੀ ਨੂੰ, ਤੇ ਆਉਣ ਵਾਲੇ ਸਮੇਂ 'ਚ ਸਾਲ ਪੂਰਾ ਕਰ ਲੂਗੀ ਸਰਕਾਰ। ਮੁੱਦੇ ਬਥੇਰੇ ਉੱਠਦੇ ਆ, ਪਰ ਹੁਣ ਇੱਕ ਨਵਾਂ ਮੁੱਦਾ ਆ ਗਿਆ। ਸਾਬਕਾ ਵਿਧਾਇਕਾਂ ਮੰਤਰੀਆਂ ਨੂੰ ਸਮੇਂ ਤੇ ਰੇੜ ਕੇ 'ਚ ਲੈਂਦੀ ਰਹੀ ਆ ਸਰਕਾਰ, ਤਾਂ ਹੁਣ ਇੱਕ ਨਵਾਂ ਮੁੱਦਾ ਆ ਗਿਆ ਜੀ ਸਟੀਕਰਾਂ ਵਾਲਾ। ਕਹਿੰਦੇ ਵੀ ਜਿਹੜੇ ਵਿਧਾਇਕ ਨੇ ਸਟੀਕਰ ਨਹੀਂ ਮੋੜ ਰਹੇ, ਇਹ ਪਹਿਲਾਂ ਵੀ ਪੰਜਾਬ ਨੂੰ ਲੁੱਟਦੇ ਰਹੇ ਆ ਤੇ ਹੁਣ ਫੇਰ ਪੰਜਾਬ ਨੂੰ ਲੁੱਟਣ ਲੱਗੇ ਹੋਏ ਇਹਨਾਂ ਚੀਜ਼ਾਂ ਦੇ ਨਾਲ। ਸਟਿੱਕਰਾਂ ਨੂੰ ਲੈ ਕੇ ਸਿਆਸਤ ਭੱਟੀ ਸਾਹਿਬ ਭਖੀ ਹੋਈ ਆ ਪੂਰੀ ਐਨ ਵੀ ਸਟਿੱਕਰ ਜਿਹੜੇ ਨੇ ਉਹ ਪੁਰਾਣੇ ਸਟਿੱਕਰ ਮੋੜੇ ਜਾਂ ਨਹੀਂ ਮੋੜੇ। ਕੱਲ ਦਰਅਸਲ ਗੱਲ ਇਹ ਹੈ ਕਿ ਕੱਲ ਮਲਵਿੰਦਰ ਸਿੰਘ ਕੰਗ ਜਿਹੜੇ ਸਪੋਕਸਪਰਸਨ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਕਹਿੰਦੇ ਕਿ ਖਾਸ ਤੌਰ ਤੇ ਨਾਂ ਲਿਆ ਗਿਆ ਕੁਝ ਲੀਡਰਾਂ ਦਾ, ਸੁਖਬੀਰ ਬਾਦਲ, ਬਿਕਰਮ ਮਜੀਠੀਆ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ। ਕਹਿੰਦੇ ਵੀ ਇਹਨਾਂ ਕੋਲ ਵਿਧਾਇਕ ਦੇ ਜਿਹੜੇ ਸਟicker ਸੀਗੇ ਪਹਿਲਾਂ, ਉਹ ਇਹਨਾਂ ਨੇ ਆਪਣੀ ਗੱਡੀਆਂ ਤੋਂ ਜਿਹੜੇ ਨਹੀਂ ਲਾਹੇ ਹੈਗੇ ਜਾਂ ਉਹਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਵਿਧਾਨ ਸਭਾ ਨੂੰ ਕਹਿੰਦੇ ਵੀ ਉਹ ਵਾਪਸ ਨਹੀਂ ਕੀਤੇ, ਮੋੜੇ ਨਹੀਂ ਹੈਗੇ ਜਿਹੜਾ, ਤੇ ਉਹ ਉਸ ਨੂੰ ਲੈ ਕੇ ਪ੍ਰੈਸ ਕਾਨਫਰੰਸ ਜਿਹੜੀ ਆ ਕੱਲ ਮਲਵਿੰਦਰ ਸਿੰਘ ਕੰਗ ਉਹਨਾਂ ਨੇ ਕੀਤੀ ਆ ਤੇ 90 ਵਿਧਾਇਕਾਂ ਦਾ ਨਾਂ ਲਿਆ ਉਹਦੇ 'ਚ। ਕਹਿੰਦੇ ਕਿ 90 ਵਿਧਾਇਕ ਨੇ ਜਿਹੜੇ ਉਹ ਜਿਹੜਾ ਉਹ ਵਾਪਸ ਨਹੀਂ ਕਰ ਰਹੇ ਹੈਗੇ ਸਟicker। ਤਾਂ ਹੁਣ ਉਹਦੇ 'ਚ ਦੇਖੋ ਕਈ ਚੀਜ਼ਾਂ ਨੇ ਉਹ 'ਚ, ਜੇ ਆਪਾਂ ਇਸ ਖਬਰ ਨੂੰ ਆਪਾਂ ਲਈਏ ਤਾਂ ਉਹਦੇ 'ਚ ਇਹ ਹੈ ਕਿ ਜਿਹੜੇ ਸਟicker ਹੁੰਦੇ ਨੇ, ਮੈਂ ਕਹਿੰਦਾ ਆਪਣੇ ਪ੍ਰੋਫੈਸ਼ਨ ਤੋਂ ਸਟਾਰਟ ਕਰ ਲਈ ਹੈ। ਪੱਤਰਕਾਰ ਜਦੋਂ ਹੁੰਦੇ ਆ, ਜਰਨਲਿਸਟ ਹੁੰਦੇ ਆ, ਆਪਾਂ ਵਿਧਾਨ ਸਭਾ ਜਦੋਂ ਸੈਸ਼ਨ ਚੱਲਦਾ ਤਾਂ ਉਦੋਂ ਪਾਸ ਇਸ਼ੂ ਹੁੰਦੇ ਨੇ ਜਾਂ ਕਹਿ ਲਓ ਵੀ ਉਹ ਸਟicker ਹੀ ਹੁੰਦਾ ਇੱਕ ਕਾਈਂਡ ਆਫ, ਉਦਾਂ ਹੀ ਲਾ ਲਓ ਤੁਸੀਂ। ਉਹਦੇ ਉੱਪਰ ਵੈਲਿਡਿਟੀ ਪਾਈ ਹੁੰਦੀ ਹੈ ਵੀ ਫਲਾਣੀ ਡੇਟ ਤੋਂ ਇੰਨੀ ਡੇਟ ਤੱਕ ਵਿਧਾਨ ਸਭਾ ਸੈਸ਼ਨ ਚੱਲਣਾ ਹੈਗਾ ਤੇ ਇੰਨੇ ਦਿਨ ਜਿਹੜੀ ਆ ਉਹਦੀ ਵੈਲਿਡ ਰਹੂਗਾ। ਅਗਰ ਉਹ ਤੋਂ ਬਾਅਦ ਤੁਹਾਡੇ ਕੋਲ ਪਿਆ ਵੀ ਆ, ਮੈਨੂੰ ਲੱਗਦਾ ਆਮ ਤੌਰ ਤੇ ਪੱਤਰਕਾਰ ਉਹ ਜਾਂ ਮੋੜਦੇ ਵੀ ਹੈ ਨਹੀਂਗੇ ਜਾਂ ਉਹ ਮੋੜਨ ਦੀ ਲੋੜ ਵੀ ਨਹੀਂ ਹੁੰਦੀ ਸ਼ਾਇਦ ਉਸ ਚੀਜ਼ ਨੂੰ, ਕਿਉਂਕਿ ਜਦੋਂ ਵੈਲਿਡਿਟੀ ਖਤਮ ਹੋ ਜਾਂਦੀ ਹੈ ਤਾਂ ਕਿਉਂ ਵਿਧਾਨ ਸਭਾ 'ਚ ਆਟੋਮੈਟਿਕਲੀ ਐਂਟਰੀ ਨਹੀਂ ਹੁੰਦੀ ਹੈ ਉਸ ਤੋਂ ਬਾਅਦ।
ਤਾਂ ਉਹ ਉਸੇ ਤਰੀਕੇ ਨਾਲ ਸਟicker ਜਿਹੜੇ ਐਮਐਲਏ ਦੇ ਹੁੰਦੇ ਨੇ ਉਹ ਗੱਡੀ ਦੇ ਉੱਪਰ ਲੱਗੇ ਹੁੰਦੇ ਨੇ ਐਮਐਲਏ ਦੇ ਸਟicker ਤੇ ਉਹਦੇ ਪਿਛਲੇ ਪਾਸੇ ਜਿਹੜੀ ਆ ਉਹ ਵੈਲਿਡਿਟੀ ਲਿਖੀ ਹੁੰਦੀ ਹੈ ਫਲਾਣੀ ਵੀ ਇਹ 15ਵੀਂ ਵਿਧਾਨ ਸਭਾ ਦੇ ਲਈ ਇਹ ਇਸ਼ੂ ਕੀਤਾ ਜਾਂਦਾ ਹੈ ਜਾਂ 16ਵੀਂ ਵਿਧਾਨ ਸਭਾ ਲਈ ਜਾਂ 17ਵੀਂ ਵਿਧਾਨ ਸਭਾ ਲਈ ਇਸ਼ੂ ਕੀਤਾ ਜਾਂਦਾ ਹੈ। ਜਦੋਂ ਉਹ ਵਿਧਾਨ ਸਭਾ ਖਤਮ ਹੋ ਜਾਂਦੀ ਹੈ ਟਾਈਮ ਪੀਰੀਅਡ ਉਹਦਾ ਖਤਮ ਹੋ ਜਾਂਦਾ ਤਾਂ ਆਟੋਮੈਟਿਕਲੀ ਉਹ ਵੀ ਜਿਹੜਾ ਉਹਦੀ ਵੈਲਿਡਿਟੀ ਹੈ ਜਿਹੜੀ ਉਹ ਖਤਮ ਹੋ ਜਾਂਦੀ ਹੈ। ਪਰ ਆਮ ਆਦਮੀ ਪਾਰਟੀ ਇਹ ਗੱਲ ਕਹਿ ਰਹੀ ਹੈ ਕਿ ਉਹ ਜਿਹੜੇ ਵਿਧਾਇਕਾਂ ਦੇ ਸਟicker ਨੇ ਉਹ ਗੱਡੀ ਤੇ ਲਾ ਕੇ ਟੋਲ ਪਲਾਜ਼ਿਆਂ ਦੇ ਉੱਪਰ, ਕਿਉਂਕਿ ਜਿਹੜੇ ਟੋਲ ਪਲਾਜ਼ੇ ਹੁੰਦੇ ਨੇ ਉਹਨਾਂ ਦੇ ਉੱਪਰ ਜੇ ਸਟicker ਜੇ ਲੱਗਿਆ ਹੋਵੇ ਗੱਡੀ ਤੇ ਤਾਂ ਤੁਹਾਨੂੰ ਟੋਲ ਦੇਣ ਦੀ ਲੋੜ ਨਹੀਂ ਹੁੰਦੀ। ਆਮ ਤੌਰ ਤੇ ਜਿਹੜੇ ਪ੍ਰੈਸ ਦੇ ਲੋਕ ਹੁੰਦੇ ਨੇ ਮੀਡੀਆ ਦੇ ਉਹਨਾਂ ਕੋਲ ਵੀ ਅਗਰ ਉਹ ਕਾਰਡ ਹੋਵੇ ਤਾਂ ਉਹ ਜਿਹੜਾ ਉਹਨੂੰ ਟੋਲ ਦੇਣ ਦੀ ਕੋਈ ਲੋੜ ਨਹੀਂ ਹੁੰਦੀ। ਤਾਂ ਆਮ ਆਦਮੀ ਪਾਰਟੀ ਇਹ ਕਹਿ ਰਹੀ ਹੈ ਕਿ ਟੋਲ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੇ ਕੁਝ ਲੋਕ ਹੈਗੇ ਨੇ। ਪਰ ਦੇਖੋ ਹਾਸੋਹੀਣੀ ਗੱਲ ਇਹਦੇ ਵਿੱਚ ਕਿੱਡੀ ਕੁ ਵੱਡੀ ਹੈਗੀ ਆ। ਬਾਕੀ ਚਲੋ ਮੈਂ ਚਾਹੂੰਗਾ ਕਿ ਦਰਸ਼ਕ ਸਾਡੇ ਰਾਏ ਜ਼ਰੂਰ ਰੱਖਣ ਇਸ ਗੱਲ ਦੇ ਉੱਪਰ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਮਸਲਾ ਚੱਕਿਆ ਸੁਖਬੀਰ ਬਾਦਲ ਨੂੰ ਕਹਿੰਦੇ ਵੀ ਇਹ ਵੀ ਸਟicker ਦੀ ਦੁਰਵਰਤੋਂ ਕਰ ਰਹੇ ਨੇ। ਸੁਖਬੀਰ ਬਾਦਲ ਤਾਂ ਮੈਂਬਰ ਪਾਰਲੀਮੈਂਟ ਹੈਗੇ, ਉਹਨਾਂ ਨੂੰ ਵਿਧਾਇਕ ਦੇ ਸਟicker ਦੀ ਦੁਰਵਰਤੋਂ ਕਰਨ ਦੀ ਕੀ ਲੋੜ ਹੈ? ਉਹ ਲਾਉਣਗੇ ਤਾਂ ਮੈਂਬਰ ਪਾਰਲੀਮੈਂਟ ਵਾਲਾ ਸਟicker ਲਾਉਣਗੇ ਗੱਡੀ ਤੇ ਜੀ। ਇਸੇ ਤਰੀਕੇ ਨਾਲ ਮਤਲਬ ਜਿਵੇਂ ਆਪਾਂ ਜੇ ਗੱਲ ਕਰ ਲਈਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ, ਤਾਂ ਮੁੱਖ ਮੰਤਰੀ ਦਾ ਤਾਂ ਖੁਦ ਦਾ ਇੱਕ ਪ੍ਰੋਟੋਕਾਲ ਹੁੰਦਾ ਹੈ, ਚਾਹੇ ਉਹ ਸਾਬਕਾ ਵੀ ਹੋ ਜਾਣ। ਸਾਬਕਾ ਹੋਣ ਤੋਂ ਬਾਅਦ ਵੀ ਉਹਨਾਂ ਦੀ ਸਿਕਿਉਰਿਟੀ ਜਿਹੜੀ ਆ ਉਹ ਬਾਕੀਆਂ ਦੇ ਨਾਲੋਂ ਕੁਝ ਮਤਲਬ ਅਲੱਗ ਹੁੰਦੀ ਹੈਗੀ ਹੈ ਤੇ ਉਹਨਾਂ ਦਾ ਪ੍ਰੋਟੋਕਾਲ ਵੀ ਅਲੱਗ ਹੀ ਹੁੰਦਾ ਜਿਹੜਾ ਸਾਬਕਾ ਮੁੱਖ ਮੰਤਰੀ ਹੁੰਦਾ। ਤਾਂ ਚਲੋ ਇਹ ਗੱਲ ਤਾਂ ਠੀਕ ਹੈ, ਅਗਰ ਕੋਈ ਦੁਰਵਰਤੋਂ ਕਰ ਰਿਹਾ ਇਸ ਚੀਜ਼ ਦੀ, ਸਟਿੱਕਰਾਂ ਦੀ ਕੋਈ ਦੁਰਵਰਤੋਂ ਕੀਤੀ ਜਾ ਰਹੀ ਹੈ ਕਿਤੇ, ਮਤਲਬ ਆਪਾਂ ਇਹ ਲਾ ਲਓ ਕਿ ਪਿਛਲੇ ਸਮਿਆਂ ਦੇ ਵਿੱਚ ਇਹ ਵੀ ਖਬਰਾਂ ਆਉਂਦੀਆਂ ਰਹੀਆਂ ਨੇ ਕਿ ਐਮਐਲਏਆਂ ਦੀ ਗੱਡੀਆਂ ਦੇ ਵਿੱਚ ਤਸਕਰੀ ਹੁੰਦੀ ਰਹੀ ਹੈ, ਨਸ਼ੇ ਦੀ ਤਸਕਰੀ ਜਿਹੜੀ ਹੁੰਦੀ ਰਹੀ ਹੈ। ਬਿਲਕੁਲ ਸਾਡੇ ਨਾਲ ਕਾਲਰ ਜੁੜ ਚੁੱਕੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤਾਂ ਸਵਾਗਤ ਹੈ ਜੀ ਤੁਹਾਡਾ, ਰਾਏ ਰੱਖ ਸਕਦੇ ਹੋ ਤੁਸੀਂ ਸ਼ੋਅ ਦੇ ਵਿੱਚ ਆਪਣੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ ਦੋਨੋਂ ਭਾਜੀ ਨੂੰ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਕਿਹੜੇ ਮੁੱਦੇ ਦੀ ਗੱਲ ਕਰਾਂ? ਜਿਹੜਾ ਮੁੱਦਾ ਹੁਣ ਤੁਸੀਂ ਨਵਾਂ ਛੇੜਿਆ ਸਟਿੱਕਰਾਂ ਵਾਲਾ ਕਰਾਂ ਜਾਂ ਆਪਣੇ ਰਾਮਨਵਮੀ ਵਾਲੇ ਗੱਲ ਕਰਾਂ? ਜਿਵੇਂ ਸਰ ਤੁਹਾਨੂੰ ਠੀਕ ਲੱਗਦਾ, ਤੁਹਾਨੂੰ ਜਿਹੜੇ ਮਸਲੇ ਤੇ ਤੁਸੀਂ ਗੱਲਬਾਤ ਰੱਖਣੀ ਚਾਹੁੰਦੇ ਹੋ ਤੁਸੀਂ ਰੱਖੋ। ਹਾਂਜੀ। ਤੇ ਭਾਜੀ ਦੇਖੋ, ਮੈਂ ਤਾਂ ਰਾਮਨਵਮੀ ਦੀ ਗੱਲ ਕਰਦਾ। ਦੇਖੋ ਆਪਣੇ ਕਿਹੜਾ ਆਪਣਾ ਦੇਸ਼ ਆ ਜੀ, ਦੇਖੋ ਕੋਈ ਜਸਟਿਸ ਹੈਗਾ ਜੀ ਇੱਥੇ? ਦੇਖੋ ਬਲਾਤਕਾਰੀ ਬੰਦਾ ਬਾਹਰ ਘੁੰਮ ਰਿਹਾ ਤੇ ਕੀ ਕਰੂਗਾ? ਦੇਖੋ ਆਪਣੇ ਮੈਂ ਤਾਂ ਹੈਰਾਨ ਆ ਜੀ। ਦੇਖੋ ਆਪਣੇ ਤੇ ਇਹਦੇ ਵਿੱਚ ਆਪਣੇ ਕੋਈ ਰਿਟ ਨਹੀਂ ਪੈ ਸਕਦੀ ਜੀ, ਜਾਣੇ ਤੇ ਵੀ ਕੋਈ ਰਿਟ ਪਵੇ, ਜਿਹੜੀ ਜਿਹਨੇ ਸਰਵਾਈਵ ਕੀਤਾ ਉਹ ਰਿਟ ਪਾਉਣ। ਬਿਲਕੁਲ, ਚਲੋ ਉਹ ਬੜੀ ਰਿਟ ਪਾਉਂਦੇ, ਬੰਦਾ ਕਿਉਂ ਬਾਰ-ਬਾਰ ਆਪਣੇ ਆ ਰਿਹਾ। ਬਾਕੀ ਸ਼੍ਰੋਮਣੀ ਕਮੇਟੀ ਭਾਵੇਂ ਸਿੱਖ ਧਰਮ ਦੇ ਜਿਹੜੇ ਪੈਰੋਕਾਰ ਆ ਉਹ ਰਿਟ ਪਾਉਣੇ ਦੇ ਖਿਲਾਫ ਸਾਡੇ ਧਰਮ ਨੂੰ ਖਤਰਾ ਆ ਇਸ ਬੰਦੇ ਤੋਂ। ਇਸ ਬੰਦੇ ਨੇ ਅੱਗੇ ਵੀ ਆਪਣੇ 2007 ਤੋਂ ਲੈ ਕੇ ਇੰਨੇ ਵਜੇ ਤੱਕ ਆਪਣੇ ਸਾਡੇ ਵਿੱਚ ਆਹ ਕੰਮ ਕੀਤਾ ਜੀ, ਸਾਡੇ ਧਰਮ ਨੂੰ ਖਤਰਾ ਆ। ਤੇ ਰਿਟ ਕਿਉਂ ਨਹੀਂ ਪਾ ਰਿਹਾ ਜੀ? ਇਹ ਐਸਜੀਪੀਸੀ ਵੱਲੋਂ ਹੁਣ ਲਿਆ ਗਿਆ ਜੀ ਫੈਸਲਾ। ਐਸਜੀਪੀਸੀ ਵੱਲੋਂ ਫੈਸਲਾ ਲਿਆ ਗਿਆ ਕਿ ਉਹ ਕੋਰਟ ਦਾ ਰੁਖ ਕਰਨਗੇ, ਜਿਹੜੀ ਪੇਰੋਲ ਦਿੱਤੀ ਗਈ ਹੈ ਉਹਦਾ ਰੁਖ ਕਰਨਗੇ। ਐਸਜੀਪੀਸੀ ਨੇ ਐਲਾਨ ਕੀਤਾ। ਬਾਕੀ ਬਲਾਤਕਾਰੀ ਬੰਦਾ ਤੇ ਮੈਂ ਸਮਝ ਨਹੀਂ ਆਉਂਦਾ ਲੋਕ ਕੀ ਦੇਸ਼ ਦਾ ਕਾਨੂੰਨ। ਦੇਖੋ ਇਹ ਦੇਖੋ ਜੀ, ਆਪਣੇ ਆਪਾਂ ਕਾਂਗਰਸ ਨੂੰ ਕਹਿੰਦੇ ਆ, ਜਿਹੜੀ ਆਪਾਂ ਕਾਂਗਰਸ ਨੂੰ ਜਿਹੜੀ ਆਪਣੀ ਬੀਜੇਪੀ ਆ, ਇਹ ਆਪਣੇ ਕਾਂਗਰਸ ਨੂੰ ਵੀ ਕੱਟੜ ਪਾਰਟੀ ਆ। ਇਹ ਘੱਟ ਗਿਣਤੀਆਂ ਸੁਰੱਖਿਅਤ ਹੈ ਨਹੀਂ ਜੀ ਇਹਦੇ ਵਿੱਚ। ਦੇਖੋ ਆਪਣੇ ਸੈਂਟਰ ਵਿੱਚ ਵੀ ਆ ਤੇ ਉਹ ਬਾਕੀ ਇਹ ਆਪਣੇ ਆਮ ਪਾਰਟੀ ਨੂੰ ਇਹਦੇ ਖਿਲਾਫ ਆਪਣੇ ਐਕਸ਼ਨ ਲੈਣਾ ਚਾਹੀਦਾ ਜੀ। ਦੇਖੋ ਆਪਣੇ ਸਰਕਾਰ ਹੁਣ ਆਮ ਪਾਰਟੀ ਦੀ ਆਵੇ ਅਮਰ ਕਾਨੂੰਨ ਦੀ ਜਿਹੜੀ ਆਪਣੇ ਜਿਹੜੀ ਸਿਚੁਏਸ਼ਨ ਆਪਣੇ ਖਰਾਬ ਸਥਿਤੀ ਖਰਾਬ ਨਾ ਹੋਵੇ ਜੀ, ਉਹਦੇ ਤੇ ਆਪਾਂ ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਜੀ। ਜੀ ਸ਼ੁਕਰੀਆ ਜੀ। ਹਾਂਜੀ ਓਕੇ ਬਾਈ, ਥੈਂਕ ਯੂ ਜੀ। ਸ਼ੁਕਰੀਆ। ਤਾਂ ਬਿਲਕੁਲ ਰਬਾਮ ਰਹੀਮ ਦੇ ਭਾਵੇਂ ਨਵੇਂ ਕਾਲਰ ਸਾਡੇ ਨਾਲ ਜੁੜ ਚੁੱਕੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਪਹਿਲਾਂ ਸਵਾਗਤ ਹੈ ਜੀ ਤੁਹਾਡਾ, ਰਾਏ ਰੱਖ ਸਕਦੇ ਹੋ ਤੁਸੀਂ ਸ਼ੋਅ ਦੇ ਵਿੱਚ ਆਪਣੀ। ਸਤਿ ਸ਼੍ਰੀ ਅਕਾਲ ਜੀ, ਲਖਵਿੰਦਰ ਸਿੰਘ ਸੰਮੇਵਾਲੀ ਜੀ। ਸਤਿ ਸ਼੍ਰੀ ਅਕਾਲ ਲਖਵਿੰਦਰ ਜੀ। ਹਾਂਜੀ, ਬੇਨਤੀ ਹੈਗੀ ਵੀ ਭਾਜੀ ਜਿੰਨਾ ਬੰਦਿਆਂ ਨੇ ਉਹਨੂੰ ਮੰਨਣਾ ਹੈ ਨਾ ਜੀ, ਉਹ ਨਹੀਂ ਬਿਲਕੁਲ ਰੁਕਦੇ। ਨਾ ਕਸਰੀਆਂ ਦੀਆਂ ਠਾਠਾਂ ਚ ਰਾਮ ਰਹੀਮ ਨਾਲੋਂ ਵੀ ਵੱਧ ਹੁੰਦਾ, ਉਹ ਬੰਦੇ ਹਟ ਗਏ ਨੇ ਜੀ। ਤੇ ਪੰਜਾਬੀਆਂ ਦਾ ਖਾਸ ਕਰਕੇ ਸੁਭਾਅ ਹੈ ਵੀਰ ਜੀ, ਜਿਹਨੂੰ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਬਾਰੇ ਨਹੀਂ ਦੀਦਾ ਜੀ, ਉਹਨਾਂ ਨੂੰ ਤੁਸੀਂ ਕਿਵੇਂ ਰੋਕ ਲਓਗੇ ਜੀ? ਧੱਕੇ ਨਾਲ ਪੰਜਾਬੀ ਨਹੀਂ ਰੁਕਦੇ ਜੀ। ਕਰ ਲਏ ਤੇ ਉਹ ਕੀ ਫਰਕ ਪੈ ਜਾਏਗਾ ਜੀ? ਅੱਗੇ ਵੀ ਕਰਦਾ ਹੀ ਫਿਰਦਾ ਜੀ। ਐਵੇਂ ਤੇ ਇਹੀ ਸ਼੍ਰੋਮਣੀ ਕਮੇਟੀ ਹੈ ਜਿਹੜੇ 90 ਲੱਖ ਦੇ ਇਸ਼ਤਿਹਾਰ ਦਿੰਦੀ ਫਿਰਦੀ ਸੀ ਜੀ, ਉਹਦੇ ਹੱਕ ਚ ਜੀ। ਧੰਨਵਾਦ ਜੀ।
ਤਾਂ ਬਿਲਕੁਲ ਕਿਤੇ ਬਹੁਤੇ ਲੋਕਾਂ ਤੇ ਵੀ ਤੰਜ ਕੱਸਦੇ ਹੋਏ ਨਜ਼ਰ ਆਏ ਨੇ ਉਹ ਚੀਜ਼ਾਂ ਤੇ ਚੀਜ਼ ਹੁੰਦੀਆਂ, ਕਿਉਂਕਿ ਉਹ ਚੀਜ਼ਾਂ ਸਾਰੀਆਂ ਹਰ ਕੋਈ ਲੋਕ ਨਾ ਸਿਆਣੇ ਹੁੰਦੇ ਨਜ਼ਰ ਆਉਂਦੇ ਆ। ਹੁਣ ਲੋਕ ਬੋਲਣ ਲੱਗ ਕੇ ਉਹ ਚੀਜ਼ਾਂ ਦੇਖਣ ਨੂੰ ਜ਼ਰੂਰ ਮਿਲਦੀਆਂ ਨੇ ਕਿ ਲੋਕ ਹੁਣ ਲੀਡਰਾਂ ਨੂੰ ਵੀ ਬੋਲਦੇ ਆ ਜਾਂ ਜਿਹੜੇ ਜਵਾਬ ਨਹੀਂ ਦਿੰਦੇ ਉਹਨਾਂ ਨੂੰ ਵੀ ਹੁਣ ਬੋਲਦੇ ਨਜ਼ਰ ਆਉਂਦੇ। ਮੇਰੇ ਮਨ 'ਚ ਭੱਟੀ ਸਾਹਿਬ ਕਈ ਵਾਰ ਇਹ ਹੁੰਦਾ ਕਿ ਪੱਤਰਕਾਰਾਂ ਨੂੰ ਇਹ ਹੁੰਦਾ ਕਿ ਕੁਛ ਨਾ ਕੁਛ ਪੜ੍ਹਨ ਦਾ ਸ਼ੌਂਕ ਹੁੰਦਾ ਜਾਂ ਕੁਛ ਕਰਨ ਦਾ, ਤਾਂ ਮੈਂ ਕਈ ਵਾਰ ਇਹ ਸੋਚਦਾ ਹੁੰਦਾ ਵੀ ਭਾਰਤ ਦੇ ਵਿੱਚ ਇੰਨੇ ਕੁ ਜ਼ਿਆਦਾ ਧਾਰਮਿਕ ਗ੍ਰੰਥ ਨੇ, ਚਾਹੇ ਉਹ ਗੀਤਾ ਦੀ ਗੱਲ ਕਰ ਲਈਏ, ਚਾਹੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਲਈਏ, ਚਾਹੇ ਉਹ ਸ਼ਾਸਤਰ ਪੁਰਾਣ ਵੇਦ ਜਿਹੜੇ ਪੁਰਾਣੇ ਸਨਾਤਨ ਮਤ ਦੇ ਗ੍ਰੰਥ ਹੈਗੇ ਨੇ ਉਹ ਲਾ ਲਈਏ ਆਪਾਂ, ਇੰਨੇ ਗ੍ਰੰਥ ਹੋਣ, ਮੇਰਾ ਵੈਸੇ ਨਿੱਜੀ ਵਿਚਾਰ ਹੈ ਇਹ, ਸ਼ਾਇਦ ਮੇਰੇ ਨਾਲ ਕੁਝ ਲੋਕ ਸਹਿਮਤ ਹੋਣ ਜਾਂ ਨਾ ਹੋਣ, ਇੰਨੇ ਗ੍ਰੰਥ ਹੋਣ ਦੇ ਬਾਵਜੂਦ ਵੀ ਸਾਨੂੰ ਡੇਰਿਆਂ ਦੀ ਜਾਂ ਬਾਬਿਆਂ ਦੀ ਲੋੜ ਪਤਾ ਨਹੀਂ ਕਿਉਂ ਪੈ ਜਾਂਦੀ ਹੈ, ਮੈਨੂੰ ਸਮਝ ਨਹੀਂ ਲੱਗਦੀ ਹੈਗੀ। ਹਾਂ, ਉਹ ਉਹਨਾਂ ਗ੍ਰੰਥਾਂ ਦਾ ਕੋਈ ਅਨੁਵਾਦ ਕਰਕੇ ਸਾਨੂੰ ਪੜ੍ਹਾ ਸਕਦਾ, ਉਹ ਜਿਵੇਂ ਕਥਾਵਾਚਕ ਕਰਦੇ ਹੈਗੇ ਨੇ, ਉਹ ਮੈਂ ਗੱਲ ਮੰਨ ਸਕਦਾ, ਚਲੋ ਕਥਾਵਾਚਕ ਦਾ ਰਿਕਾਰਡ ਹੋ ਸਕਦਾ ਹੈ, ਸਨਮਾਨ ਹੋ ਸਕਦਾ ਹੈਗਾ, ਪਰ ਇੱਕ ਬੰਦੇ ਨੂੰ ਰੱਬ ਜਿਹੜਾ ਉਹ ਤੱਕ ਪਹੁੰਚਾ ਦੇਣਾ, ਹਨਾ, ਰੱਬੇ ਘੋਸ਼ਿਤ ਕਰ ਦਿੰਦੇ ਆ ਕਈ ਤਾਂ ਵੀ ਇਹ ਸਾਡੇ ਲਈ ਰੱਬ ਹੈ ਜੀ, ਉਹ ਮੇਰੇ ਸਮਝ ਨਹੀਂ ਆਉਂਦੀ ਕਿ ਇੰਨੇ ਚੰਗੇ ਗ੍ਰੰਥ ਹੈਗੇ ਨੇ ਭਾਰਤੀ ਸੰਸਕ੍ਰਿਤੀ ਦੇ, ਉਹਨਾਂ ਦੀ ਕੀ, ਉਹਨਾਂ 'ਚ ਕੀ ਘਾਟ ਰਹਿ ਗਈ ਇਹ ਜੀ ਜਿਹੜੇ ਸਾਨੂੰ ਬੰਦੇ ਨੂੰ ਫੇਰ ਘੁੰਮ ਫਿਰ ਕੇ ਜਿਹੜਾ ਫੇਰ ਉੱਥੇ ਜਾ ਕੇ ਰੱਬ ਕਹਿਣਾ ਪੈ ਜਾਂਦਾ ਹੈ, ਵੀ ਇੱਕ ਬੰਦੇ ਨੂੰ ਜਾ ਕੇ ਅਸੀਂ ਰੱਬ ਮੰਨ ਲੈਂਦੇ ਆਪਣੇ ਧਰਮ ਗ੍ਰੰਥਾਂ ਨੂੰ ਛੱਡ ਕੇ। ਤਾਂ ਸਾਡੇ ਨਾਲ ਕਾਲਰ ਜੁੜ ਚੁੱਕੇ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ, ਰਾਏ ਰੱਖ ਸਕਦੇ ਹੋ ਸ਼ੋਅ ਦੇ ਵਿੱਚ ਆਪਣੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਕੈਨੇਡਾ ਤੋਂ ਬੋਲਣਾ, ਹਰਭਜਨ ਸਿੰਘ ਜੀ। ਹਰਭਜਨ ਜੀ, ਸਵਾਗਤ ਹੈ ਜੀ ਤੁਹਾਡਾ, ਰਾਏ ਰੱਖ ਸਕਦੇ ਹੋ ਤੁਸੀਂ ਆਪਣੀ। ਹਾਂਜੀ ਕੈਪਟਨ ਸਾਹਿਬ, ਬਾਦਲ ਸਾਹਿਬ ਤੇ ਰਾਮ ਰਹੀਮ ਤੇ ਬਲਵੰਤ ਤੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਦੇ ਜਿਹੜੇ ਬੱਚੇ ਨੇ, ਇਹ ਭਾਰਤ ਸਰਕਾਰ ਤੇ ਕੋਹਨੂਰ ਹੀਰੇ ਨੇ। ਇਹਨਾਂ ਨੂੰ ਭਾਰਤ ਸਰਕਾਰ ਨੇ ਕਦੀ ਵੀ ਤੱਤੀ ਵਾਹ ਨਹੀਂ ਲੱਗਣ ਦੇਣੀ। ਹੁਣ ਤੁਸੀਂ ਵੇਖੋ ਵੀ 20 ਸਾਲ ਹੋ ਗਏ ਨੇ SGPC ਇਲੈਕਸ਼ਨ ਨਹੀਂ ਕਰਾਉਣ ਡਏ ਕਿਉਂਕਿ ਉੱਥੇ ਬਾਦਲਾਂ ਦਾ ਕਬਜ਼ਾ ਹੈ, ਤੇ ਫਿਰ ਇਹ ਅੰਮ੍ਰਿਤਸਰ ਨੂੰ ਸਿੱਧੀਆਂ ਇੰਟਰਨੈਸ਼ਨਲ ਫਲਾਈਟਸ ਨਹੀਂ ਜਾਣ ਦਿੰਦੀ ਭਾਰਤ ਸਰਕਾਰ, ਕਿਉਂਕਿ ਇਹਨਾਂ ਬਾਦਲਾਂ ਦੀਆਂ ਬੱਸਾਂ ਉੱਥੋਂ ਅੰਮ੍ਰਿਤਸਰ ਤੋਂ ਦਿੱਲੀ ਚੱਲਦੀਆਂ ਨੇ। ਤੇ ਇਹ ਜਿਹੜੇ ਕਾਂਗਰਸ ਤੇ ਭਾਜਪਾ, ਇਹਨਾਂ ਦੇ ਜਿਹੜੇ ਹੱਥ ਨੇ ਲੱਖਾਂ ਸਿੱਖਾਂ ਤੇ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਨੇ, ਤੇ ਇਹਨਾਂ ਤੋਂ ਇਨਸਾਫ ਦੀ ਉਮੀਦ ਅਸੀਂ ਕੀ ਰੱਖਣੀ ਹੈ? ਜੇ ਅਸੀਂ ਇਹਨਾਂ ਤੋਂ ਇਨਸਾਫ ਦੀ ਉਮੀਦ ਰੱਖੀ ਹੈ, ਵੀ ਆਰ ਜਸਟ ਲਿਵਿੰਗ ਇਨ ਫੂਲਸ ਪੈਰਾਡਾਈਜ਼। ਇੱਥੇ ਕੁਝ ਵੀ ਇਹ ਹੈ ਵੀ ਭਾਰਤ ਦੇ ਤੁਸੀਂ ਵੇਖ ਲਿਓ, ਹੋਰ ਇਹਨਾਂ ਤੋਂ ਸਾਡੇ ਸਿਆਸਤਦਾਨਾਂ ਦੇ ਘਰਾਂ ਚੋਂ ਅਰਬਾਂ ਰੁਪਈਏ ਕੈਸ਼ ਮਿਲਦਾ ਜਦੋਂ ਇਹਨਾਂ ਦੀ ਤਲਾਸ਼ੀ ਲਵੋ, ਤੇ ਇਹਨਾਂ ਇੰਨੀਆਂ ਜਾਇਦਾਦਾਂ ਬਣਾ ਲਈਆਂ ਨੇ। ਇਹ ਭਾਰਤ ਦੇ ਟੁਕੜੇ ਸੋਵੀਅਤ ਯੂਨੀਅਨ ਵਾਂਗੂ ਬੜੀ ਜਲਦੀ ਹੋ ਜਾਣੇ ਨੇ। ਜੀ ਜੀ, ਸ਼ੁਕਰੀਆ ਜੀ। ਤਾਂ ਬਿਲਕੁਲ ਉਹੀ ਜਿਵੇਂ ਆਪਾਂ ਗੱਲ ਕਰਦੇ ਸੀ ਨਾ, ਇੱਕ ਕਿੱਸਾ ਮੇਰੇ ਵੀ ਯਾਦ ਆ ਗਿਆ ਇੱਦਾਂ ਕਿ ਪੈਰੋਕਾਰ ਮਿਲਿਆ ਡੇਰੇ ਦਾ, ਤਾਂ ਉਹਦੇ ਨਾਲ ਇੱਦਾਂ ਹੀ ਗੱਲਬਾਤ ਚੱਲ ਪਈ। ਉਹ ਬੰਦੇ ਮਤਲਬ ਇਸ ਹੱਦ ਤੱਕ ਪੈਰੋਕਾਰ ਬਣੇ ਹੋਏ, ਉਹ ਕਹਿੰਦੇ ਵੀ ਸਾਨੂੰ ਲੱਗਦਾ ਹੁੰਦਾ ਸੀ ਵੀ ਜਿਹੜੇ ਰਾਮ ਰਹੀਮ ਉਹਨਾਂ ਤੋਂ ਪਹਿਲਾਂ ਸੀਗੇ, ਜਿਹੜੇ ਬਾਬੇ ਜਿਹੜਾ ਚਲਾ ਰਹੇ ਸੀਗੇ ਡੇਰਾ ਨਾ, ਵੀ ਉਹ ਰੱਬ ਨੇ ਆਪਣੇ ਬੰਦੇ ਭੇਜੇ ਹੋਏ ਸੀ, ਪਰ ਕਹਿੰਦੇ ਹੁਣ ਇਹ ਰੱਬ ਖੁਦ ਆਇਆ ਹੋਇਆ। ਮਤਲਬ ਇੱਥੋਂ ਤੱਕ ਲੋਕ ਅੰਦਰ ਖੁੱਭ ਜਾਂਦੇ ਆ, ਜਾਂ ਇੱਥੋਂ ਤੱਕ ਉਹਨਾਂ ਦੀ ਮਾਨਸਿਕਤਾ ਬਦਲ ਜਾਂਦੀ ਆ ਕਿ ਇੱਕ ਇਨਸਾਨ ਨੂੰ ਹੁਣ ਰੱਬ ਸਮਝਣ ਲੱਗ ਗਏ। ਧਰਮ ਗ੍ਰੰਥ ਜਿਵੇਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਇੱਕ ਚੀਜ਼ ਲਿਖੀ ਹੋਈ ਆ, ਹਨਾ, ਪਤਾਲ ਤੋਂ ਲੈ ਕੇ ਆਸਮਾਨ ਤੱਕ ਹਰੇਕ ਚੀਜ਼ ਲਿਖੀ ਹੋਈ ਆ। ਰਮਾਇਣ, ਮਹਾਭਾਰਤ, ਜਿੰਨੇ ਵੀ ਗ੍ਰੰਥ ਹੋਰ ਹੈਗੇ ਬਾਕੀ ਧਰਮਾਂ ਦੇ ਵੀ, ਹਰ ਇੱਕ ਚੀਜ਼ ਉਹਨਾਂ ਦੇ ਵਿੱਚ ਲਿਖੀ ਪਈ ਆ। ਅਸੀਂ ਉਹ ਨਹੀਂ ਪੜ੍ਹਦੇ, ਪਰ ਅਸੀਂ ਡੇਰਿਆਂ ਵੱਲ ਚਲੇ ਜਾਂਦੇ ਹਾਂ। ਇੱਥੇ ਕੋਈ ਬਾਬਾ ਸਾਨੂੰ ਗੀਤ ਗਾ ਕੇ ਉਹਦਾ ਅਨੁਵਾਦ ਕਰਕੇ ਦੇ ਦਿੰਦਾ ਆ, ਜਾਂ ਕੋਈ ਹੋਰ ਚੀਜ਼ ਕਰਕੇ। ਸਾਡੇ ਲੋਕ ਜਾਂ ਤਾਂ ਫਿਰ ਇਹ ਆ ਵੀ ਮਨੋਰੰਜਨ ਨੂੰ ਇਹ ਹੁਣ ਰੱਬ ਸਮਝਣ ਲੱਗ ਗਿਆ, ਵੀ ਕਿਸੇ ਨੇ ਕੋਈ ਮਨੋਰੰਜਨ ਕਰਦਾ 2 ਮਿੰਟ ਦਾ ਤਾਂ ਅਸੀਂ ਉਸ ਤੋਂ ਖੁਸ਼ ਹਾਂ, ਪਰ ਅਸੀਂ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਤੋਂ ਉਹ ਕਰਦੇ ਹਾਂ। ਬਿਲਕੁਲ। ਇਹ ਤਾਂ ਹੁਣ ਜਿਹੜਾ ਮਨੋਰੰਜਨ ਦੀ ਤੁਸੀਂ ਗੱਲ ਕੀਤੀ ਆ, ਉਹ ਤਾਂ ਤੁਸੀਂ ਦੇਖੋ ਕਿ ਜਿਹੜਾ ਰਾਮ ਰਹੀਮ ਹੈ, ਉਹ ਪਿਛਲੇ ਦਿਨੀ ਉਹਨੇ ਇੱਥੇ ਤੱਕ ਵੀ ਦਾਅਵਾ ਕੀਤਾ ਸੀ ਵੀ ਜਿਹੜਾ T20 ਜਿਹੜਾ ਹੈਗਾ ਫਾਰਮੈਟ ਮੈਚ ਦਾ, ਕ੍ਰਿਕਟ ਮੈਚ ਦਾ, ਉਹ ਕਹਿੰਦਾ ਮੈਂ ਸ਼ੁਰੂ ਕੀਤਾ ਹੋਇਆ। ਕਹਿੰਦਾ ਹੁਣ ਕਹਿੰਦਾ ਅਸੀਂ 8 ਵੀ ਜਿਹੜਾ ਲੈ ਕੇ 8 ਵੀ ਸ਼ਾਮਲ ਕਰਾਂਗੇ, ਕਹਿੰਦਾ ਕ੍ਰਿਕਟ ਦੇ ਵਿੱਚ 8 ਵੀ ਅਸੀਂ ਲੈ ਕੇ ਆਵਾਂਗੇ। ਇਦਾਂ ਦੀਆਂ ਗੱਲਾਂ ਮੈਨੂੰ ਤਾਂ ਬੜੀਆਂ, ਕਈ ਕ੍ਰਿਕਟਰਾਂ ਦੇ ਨਾਮ ਲੈ ਦਿੰਦੇ ਵੀ ਉਹਨਾਂ ਨੂੰ ਮੈਂ ਸਿਖਾਇਆ ਹੋਇਆ ਆ, ਵੀ ਇਹ ਮੇਰੇ ਤੋਂ ਸਿੱਖ ਕੇ ਗਾਂਹ ਵਧੇ ਹੋਇਆ ਹੈ ਨਾ। ਇਦਾਂ ਚੀਜ਼ਾਂ ਫਿਲਮਾਂ ਕੱਢਣੀਆਂ, ਗਾਣੇ ਗਾਉਣੇ। ਤਾਂ ਸਾਡੇ ਨਾਲ ਨਵੇਂ ਕਾਲਰ ਜੁੜ ਚੁੱਕੇ ਨੇ, ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ ਸ਼ੋਅ ਦੇ ਵਿੱਚ ਤੁਹਾਡਾ, ਰਾਏ ਰੱਖ ਸਕਦੇ ਹੋ ਤੁਸੀਂ ਆਪਣੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੁਸਕੀ ਗੁਪਤਾ ਬੋਲਦਾ ਜੀ, ਮੋਹਾਲੀ ਤੋਂ। ਜੀ ਗੁਪਤਾ ਸਾਹਿਬ। ਸਰ ਇਹ ਬੰਦਾ ਮਾਨਸਿਕ ਰੂਪ ਚ ਅਸਵਸਥ ਹੈ। ਕਿਉਂ ਅਸਵਸਥ ਹੈ ਜੀ? ਦੇਖੋ, BJP ਦੇ ਜਿਹੜੇ ਥਿੰਕ ਟੈਂਕ ਨੇ ਉਹ ਛੋਟੇ ਮੋਟੇ ਨਹੀਂ ਹੈਗੇ ਜੀ।
ਇਸ ਬੰਦੇ ਦਾ ਜਿਹੜਾ ਸਾਸੇ ਤੋਂ ਸੁਸ਼ਮਾ ਸਵਰਾਜ ਦੀ ਸਿਸਟਰ ਹਾਰ ਗਈ ਸੀ ਜੀ। ਇਹਦਾ ਕੁੜਮ ਹੈ ਜੀ, ਉਹ ਕਦੇ ਨਹੀਂ ਜਿੱਤਿਆ। ਵੋਟਾਂ ਇਹਦੇ ਕੋਲ ਵੋਟਾਂ ਤਾਂ ਹੈ ਹੀ ਨਹੀਂ, ਵੋਟਾਂ ਦਾ ਢਕਵਾਂਜਾ ਆਪਣੇ ਮੀਡੀਆ ਸਰਕਲ 'ਚ ਜ਼ਰੂਰ ਹੈਗਾ, ਹੋਰ ਕਿਤੇ ਨਹੀਂ ਹੈ। ਇਹ ਪੈਸੇ ਦੇ ਸਹਾਰੇ ਪ੍ਰੋ ਲੈਂਦਾ ਜੀ, ਪੈਸੇ ਦੇ ਸਹਾਰੇ ਪ੍ਰੋ ਲੈਂਦਾ। ਸਮਾਜ ਵਿੱਚ ਕੁਝ ਚੀਜ਼ਾਂ ਨੂੰ ਅਸੀਂ ਅੱਜ ਮੰਨ ਲਿਆ, ਜਿਵੇਂ ਸੰਗੀਤ ਨੂੰ ਮੰਨ ਲਿਆ। ਪਹਿਲਾਂ ਸਾਡੇ ਜਿਹੜੇ ਬਜ਼ੁਰਗ ਜੀ ਸੰਗੀਤ ਨੂੰ ਕੰਜਰਖਾਨਾ ਕਹਿੰਦੇ ਹੁੰਦੇ ਸੀ, ਤੇ ਫਿਲਮਾਂ ਨੂੰ ਵੀ, ਫਿਲਮਾਂ 'ਚ ਵੀ ਭਾਗ ਲੈਣੇ ਨੂੰ ਕੰਜਰਖਾਨਾ ਕਹਿੰਦੇ ਸੀ ਜੀ। ਸ਼ਰਾਬ ਨੂੰ ਵੀ ਮਾੜੀ ਕਹਿੰਦੇ ਸੀ ਜੀ। ਤੇ ਉਹ ਕੋੜਾ ਕੰਮ ਹੈ ਜੀ ਜਿਹੜਾ ਇਸ ਸ਼ਖਸ ਨੇ ਨਹੀਂ ਕੀਤਾ। ਫਿਲਮਾਂ ਬਣਾਈਆਂ, ਗਾਣਾ ਗਾਏ ਜੀ, ਕਤਲ ਕੀਤਾ, ਬਲਾਤਕਾਰ ਕੀਤਾ। ਉਹ ਹਰ ਜੁਰਮ ਜੋ ਸਮਾਜ 'ਚ ਵੈਦ ਨਹੀਂ, ਇਹ ਬੰਦੇ ਨੇ ਕੀਤਾ ਹੋਇਆ। ਇਹਨੂੰ ਤਾਂ ਅੱਜ ਮਾਨਸਿਕ ਡਾਕਟਰ ਕੋਲ ਦਿਖਾਉਣ ਦੀ ਜ਼ਰੂਰਤ ਹੈ, ਤਾਂ ਜੋ ਇਹਨੂੰ ਉਹ ਹੋ ਜੇ। ਦੂਜਾ ਆ ਗਿਆ ਜੀ ਬੰਦੀ ਸਿੰਘਾਂ ਦਾ। ਬੰਦੀ ਸਿੰਘਾਂ ਤੇ ਇੱਕ ਤਾਂ ਕੇਂਦਰ ਸਰਕਾਰ ਕੋਲ ਤਾਂ ਜਿਹੜੇ ਹੈਗੇ ਨੇ ਜੀ। ਸਾਡੇ ਆਮ ਆਦਮੀ ਪਾਰਟੀ ਕੋਲ ਭੁੱਲਰ ਸਾਹਿਬ ਵਾਲਾ ਕੇਸ ਹੈਗਾ, ਉਹਨੂੰ ਕਿਉਂ ਨਹੀਂ ਰਿਹਾ ਕਰਦੇ? ਬਿਲਕੁਲ ਬਿਲਕੁਲ ਜੀ। ਤਾਂ ਸ਼ੁਕਰੀਆ ਜੀ। ਜੀ 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 ਰੱਖ ਸਕਦੇ ਹੋ, ਗੱਲ ਰੱਖੋ ਆਪਣੀ। ਹਾਂ ਕੰਗ ਜੀ, ਲਾਲ ਸਿੰਘ ਜੀ ਸਵਾਗਤ ਹੈ ਜੀ, ਸਵਾਗਤ ਹੈ ਜੀ। ਹਾਂਜੀ ਲਾਲ ਸਿੰਘ ਜੀ ਰੱਖੋ, ਗੱਲ ਰੱਖੋ ਆਪਣੀ। ਤੇ ਗੱਲ ਇਹ ਜੀ, ਪਹਿਲੇ ਕਾਲਰ ਜਿਹੜੇ ਆ ਕੇ ਗਏ ਨੇ ਉਹਨਾਂ ਨਾਲ ਵੀਰ ਜੀ ਦਾ ਦਰਦ ਬਹੁਤ ਹਲਕਿਆ ਵੀ ਇਹਨਾਂ ਨੂੰ 31 ਵਾਰ ਹੀ ਲੱਗਣੀ। ਇਹ ਵੀ ਕੋਈ ਗੱਲ ਨਹੀਂ ਬਾਈ ਜੀ, ਅਮਲਾ ਦੇ ਹੋਣਗੇ ਨਵੇੜੇ, ਉੱਥੇ ਨਾ ਕਿਸੇ ਨੇ ਬਾਤ ਪੁੱਛੀ। ਇੱਕ ਕੰਗ ਜੀ ਮੈਂ ਤੁਹਾਡੇ ਧਿਆਨ 'ਚ ਵੀ ਹੋਣਾ ਨਾ ਭੱਟੀ ਸਾਹਿਬ ਦੇ ਧਿਆਨ 'ਚ ਹੋਣਾ, ਇੱਕ ਵੀਡੀਓ 2 ਮਿੰਟ ਦੀ ਰਾਮ ਰਹੀਮ ਦੀ ਜੀ, ਉਹਦੇ ਵਿੱਚੋਂ ਕਹਿ ਰਿਹਾ, ਕਹਿੰਦਾ ਹਮ 9वीं में पढ़ते थे, हमारे पिताजी ने हमने 9वीं से हटा लिया, हम उस वक्त नॉन मेडिकल करते थे। मैं कई प्रेमियों ਨੂੰ ਪੁੱਛਿਆ ਵੀ ਇਹਦਾ ਜਵਾਬ ਦਿਓ ਯਾਰ, ਹਰੇਆਮ ਦਾ ਇਹ ਝੂਠ ਬੋਲੀ ਜਾਂਦਾ ਦਾ। ਨੌਨ ਮੈਡੀਕਲ ਤਾਂ ਪਲੱਸ 1 ਦੇ ਵਿੱਚ ਲੱਗਦਾ, ਇਹਨੂੰ ਉਦੋਂ ਲੱਗਦਾ ਹੋਊਗਾ ਬਾਬਾ ਜਦੋਂ ਪੜ੍ਹਦਾ ਹੋਊਗਾ। ਇਹਨਾਂ ਦਾ ਜਵਾਬ ਦੇਖੋ। ਮੈਂ ਕਿਹਾ ਇਕੱਲਾ ਉਦੋਂ ਬਾਬਾ ਹੀ ਪੜ੍ਹਿਆ, ਹੋਰ ਨਹੀਂ ਕੋਈ ਪੜ੍ਹਿਆ ਹੈਗਾ। 67 ਦਾ ਜਨਮਾਗਾ। ਦੇਖੋ ਸਰੇਆਮ ਝੂਠ ਬੋਲੀ ਜਾਂਦਾ। ਮੈਂ ਤੁਸੀਂ ਦੇਖੋ ਯਾਰ, ਸਰੇਆਮ ਮੈਂ ਝੂਠ ਬੋਲੀ ਜਾਂਦਾ, ਤੁਸੀਂ ਫੇਰ ਇਹਦੇ ਮਗਰ ਲੱਗੇ ਫਿਰਦੇ ਹੋ। ਲੋਕ ਮੰਨੀ ਵੀ ਜਾਂਦੇ ਆ ਲਾਲ ਸਿੰਘ ਜੀ। ਹਾਂਜੀ, ਰਹੀ ਗੱਲ ਹੈ ਜਿਹੜੀ ਪੰਜਾਬ ਗੌਰਮੈਂਟ ਨੇ ਇਹਨੂੰ ਮਨਜ਼ੂਰੀ ਨਹੀਂ ਦੇਣੀ ਚਾਹੀਦੀ ਸਲਾਬਪੁਰੇ ਦੀ। ਕੋਈ ਵੱਡਾ ਹਾਦਸਾ ਹੋ ਸਕਦਾ, ਕੁਝ ਵੀ ਹੋ ਸਕਦਾ। ਇੱਥੋਂ ਦਾ ਜੜ ਲੱਗੀ ਦੀ ਸਾਰੀ ਲੜਾਈ ਦੀ। 2007 ਦਾ ਦੇਖੋ ਜਦੋਂ 10ਵੇਂ ਪਾਤਸ਼ਾਹ ਦੀ ਨਕਲ ਕਰਦਾ ਸੀਗਾ, ਇਹ ਬਲਾਤਕਾਰੀ 10ਵੇਂ ਪਾਤਸ਼ਾਹ ਦੀ ਨਕਲ ਕਰੂਗਾ। ਉਹਨਾਂ ਦਾ ਪਰਿਵਾਰ ਵਾਰਤਾ ਦੇਖੋ, 4 ਬੱਚੇ ਵਾਰਤੇ ਰਹਿੰਦੀ ਖੋਦੀ। ਜਦੋਂ ਉਹਨਾਂ ਦਾ ਜਾਣ ਦਾ ਟਾਈਮ ਸੀ, ਉਦੋਂ ਵੀ ਖੰਜਰ ਉਹਨਾਂ ਦੇ ਸੀਨੇ 'ਚ ਵੱਜਿਆ, ਉਦੋਂ ਆਪਦਾ ਵੀ ਖੂਨ ਡੋਲਿਆ ਉਹਨਾਂ ਨੇ। ਇਹ ਜਾ ਕਿੱਧਰ ਨੂੰ ਰਹੇ ਨੇ, ਬਸ ਮੈਂ ਤਾਂ ਆਹੀ ਗੱਲ ਕਹਿਣੀ ਸੀ। ਉਹ ਵੀਡੀਓ ਕਿਰਪਾ ਕਰਕੇ ਜ਼ਰੂਰ ਦੇਖ ਲੈ, ਤੁਹਾਡੇ ਵੀ ਜਾਣਕਾਰੀ 'ਚ ਵਾਧਾ ਹੋ ਜਾਊਗਾ। ਸ਼ੁਕਰੀਆ ਲਾਲ ਸਿੰਘ ਜੀ, ਸ਼ੁਕਰੀਆ। ਤਾਂ ਬਿਲਕੁਲ ਹਰ ਕੋਈ ਉਹੀ ਚੀਜ਼, ਮੈਂ ਵੀ ਲੋਕ ਹੁਣ ਸਮਝਣ ਲੱਗ ਗਏ, ਸ਼ਾਇਦ ਸਾਡੇ ਲੀਡਰ ਵੀ ਸਮਝ ਲੈਣ ਇਹਨਾਂ ਚੀਜ਼ਾਂ ਨੂੰ ਤਾਂ ਜ਼ਿਆਦਾ ਵਧੀਆ ਹੋਊਗਾ। ਬਿਲਕੁਲ ਤਾਂ ਬਿਲਕੁਲ ਉਹ ਆਪਾਂ ਸਟੀਕਰਾਂ ਵਾਲਾ ਮੁੱਦਾ ਚੱਲਿਆ ਸੀਗਾ, ਉਹਦੇ 'ਚ ਇੱਕ ਮੈਂ ਚੀਜ਼ ਹੋਰ ਐਡ ਔਨ ਕਰਨਾ ਚਾਹੁੰਦਾ ਹੈ ਕਿ ਲੱਗਦਾ ਹੈ ਵੀ ਜਿਵੇਂ ਜਦੋਂ ਕੋਈ ਮੁੱਦਾ ਉੱਠਦਾ ਆ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਕੋਈ ਮੁੱਦਾ ਭਾਰੀ ਪੈਣ ਲੱਗ ਜਾਂਦਾ, ਜਿਵੇਂ ਹੁਣ ਮੁਹੱਲਾ ਕਲੀਨਿਕ ਇਹਨਾਂ ਨੇ ਬਣਾਏ ਨੇ, ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ, ਪਰ ਉਦਘਾਟਨ ਹੁੰਦੀ ਸਾਰੇ ਵਿਵਾਦਾਂ 'ਚ ਵੀ ਆ ਗਏ। ਲੋਕ ਬੋਰਡ ਨਹੀਂ ਲੱਗਣ ਦੇ ਰਹੇ, ਕਿਤੇ 5 ਪਿਆਰਿਆਂ ਦੇ ਨਾਮ ਵਾਲੇ ਬੋਰਡ ਉਤਾਰਤੇ। ਕੱਲ੍ਹ ਇੱਕ ਕੌਂਕੇ ਕਲਾਂ ਤੋਂ ਖਬਰ ਸਾਹਮਣੇ ਆਉਂਦੀ ਹੈ, ਸ਼ਾਮ ਸਿੰਘ ਅਟਾਰੀ ਵਾਲੇ ਦੇ ਨਾਮ ਤੋਂ PHC ਬਣਿਆ ਹੋਇਆ ਸੀਗਾ, ਉਹਨਾਂ ਦੀ ਫੋਟੋ ਉਤਾਰ ਕੇ ਭਗਵੰਤ ਮਾਨ ਸਾਹਿਬ ਦੀ ਫੋਟੋ ਲਾ ਕੇ ਇਹਨਾਂ ਨੇ ਹੁਣ ਮੁਹੱਲਾ ਕਲੀਨਿਕ ਲਿਖਤੀ ਆ ਚੀਜ਼। ਲੱਗਦਾ ਵੀ ਜਦੋਂ ਆਮ ਆਦਮੀ ਪਾਰਟੀ ਤੇ ਕੋਈ ਮੁੱਦਾ ਭਾਰੂ ਪੈਣ ਲੱਗਦਾ ਤਾਂ ਫਿਰ ਇਹ ਨਵਾਂ ਮੁੱਦਾ ਕੱਢ ਲਿਆਉਂਦੇ ਆ। ਹੁਣ ਉਹ ਮੁੱਦੇ ਤੋਂ ਬਚਣ ਦੇ ਲਈ ਸ਼ਾਇਦ ਇਹ ਸਟੀਕਰਾਂ ਵਾਲਾ ਹੁਣ ਮੁੱਦਾ ਕੱਢ ਲਿਆ। ਉਹਦੇ ਵਿੱਚ ਕਈ ਅਜਿਹੇ ਜ਼ਾਬ, ਜਿਵੇਂ ਆਪਾਂ ਗੱਲ ਕੀਤੀ ਹੈ ਕਿ ਸੁਖਬੀਰ ਬਾਦਲ ਜਿਹੜੇ ਮੈਂਬਰ ਆਫ ਪਾਰਲੀਮੈਂਟ, ਉਹਨਾਂ ਨੂੰ ਕਹਿੰਦੇ ਵੀ ਟੋਲ ਬਚਾਉਣ ਲਈ MLA ਵਾਲਾ ਸਟੀਕਰ ਲਾਈ ਫਿਰਦੇ ਆ। ਇਹ ਦੇਖੋ ਉਹ ਗੱਲ ਦੇਖੋ, ਜਿਹੜੀ ਦੇਖੋ ਰਾਜਨੀਤਿਕ ਪਾਰਟੀਆਂ ਜਿਹੜੀਆਂ ਹੁੰਦੀਆਂ ਨੇ, ਸਿਆਸੀ ਉਹਨਾਂ ਨੇ ਰਾਜਨੀਤੀ ਤਾਂ ਕਰਨੀ ਹੁੰਦੀ ਹੈ ਜੀ। ਉਹਦੇ 'ਚ ਹੁਣ ਆਹ ਚੀਜ਼ ਵੀ ਆ ਜਾਂਦੀ ਹੈ ਵੀ ਜੇ ਕੋਈ ਚੀਜ਼ ਉਹਨਾਂ ਦੇ ਖਿਲਾਫ ਜਾਂਦੀ ਹੈ ਤਾਂ ਡਾਇਰੈਕਸ਼ਨ ਚੇਂਜ ਕਰ ਦਿਓ, ਕੋਈ ਹੋਰ ਮਸਲਾ ਛੇੜ ਦਿਓ, ਹਨਾ। ਤਾਂ ਉਹ ਚੀਜ਼ ਤਾਂ ਬਿਲਕੁਲ ਡੈਫੀਨੇਟਲੀ ਹੈਗੀ ਹੈ। ਰਾਜਨੀਤਿਕ ਪਾਰਟੀਆਂ ਨੇ ਰਾਜਨੀਤੀ ਤਾਂ ਕਰਨੀ ਹੈ, ਚਾਹੇ ਕੋਈ ਵੀ ਪਾਰਟੀ ਆਵੇ, ਚਾਹੇ ਉਹ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਕਹਿੰਦੀ ਹੋਵੇ ਵੀ ਅਸੀਂ ਆਮ ਆਦਮੀ ਦੀ ਪਾਰਟੀ ਹੈ। ਮੈਂ ਕਹਿੰਦਾ ਹੋਣਗੇ ਆਮ ਆਦਮੀ ਦੀ ਪਾਰਟੀ, ਪਰ ਜਿਹੜੀ ਪਾਰਟੀ ਰਾਜਨੀਤਿਕ ਹੈ, ਉਹਨੇ ਰਾਜਨੀਤੀ ਕਰਨੀ ਹੈ। ਉਹ ਤੋਂ ਉਹ ਪਰਹੇਜ਼ ਨਹੀਂ ਕਰ ਸਕਦੇ ਹੈਗੇ। ਉਹ ਜਿੱਥੇ ਉਹਨਾਂ ਨੂੰ ਲੋੜ ਪਊਗੀ ਉਹ ਕਰਨਗੇ, ਚਾਹੇ BJP, ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ, ਕੋਈ ਮਰਜ਼ੀ ਪੰਥਕ ਪਾਰਟੀ ਹੋਵੇ, ਕੁਝ ਵੀ ਹੋਵੇ। ਤਾਂ ਉਹ ਚੀਜ਼ ਤਾਂ ਦੇਖੋ ਡੈਫੀਨੇਟਲੀ ਮੈਂ ਇਸ ਉਹਨੂੰ ਕਹੂੰਗਾ। ਪਰ ਹਾਂ, ਇਹ ਜਿਹੜੀ ਆਪਾਂ ਗੱਲ ਕਰ ਰਹੇ ਸੀ, ਜਿਵੇਂ ਤੁਸੀਂ ਗੱਲ ਕਹੀ
ਕਿ ਕੀ ਇਹ ਟਾਈਮਿੰਗ ਸਹੀ ਸੀ? ਜਿਵੇਂ ਕੱਲ ਸਟਿੱਕਰਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਪੰਜਾਬ ਦੇ ਜਾਂ ਭਾਰਤੀ ਮੀਡੀਆ ਦੇ ਵਿੱਚ, ਕੱਲ ਪੰਜਾਬ ਦਾ ਜਿਹੜਾ ਰੀਜਨਲ ਮੀਡੀਆ ਸੀਗਾ ਉਹ ਤੇ ਡਿਬੇਟਾਂ ਜਿਹੜੀਆਂ ਨੇ ਚੱਲ ਪਈਆਂ ਸਟਿੱਕਰਾਂ ਨੂੰ ਲੈ ਕੇ, ਵੀ ਸਟਿੱਕਰ ਜਿਹੜੇ ਨੇ ਉਹ ਮੋੜੇ ਨੇ, ਕਿਉਂ ਨਹੀਂ ਮੋੜੇ, ਫਲਾਣਾ ਢਿਮਕਾ। ਤਾਂ ਮਤਲਬ ਇਹ ਕੀ ਟਾਈਮ ਸਹੀ ਸੀਗਾ ਸਟਿੱਕਰਾਂ ਦੀ ਗੱਲ ਚੱਕਣ ਦਾ, ਜਾਂ ਗੱਲ ਚੱਕਣੀ ਚਾਹੀਦੀ ਸੀ ਕਿ ਪੰਜਾਬ ਦੇ ਸਲਾਬਤਪੁਰਾ ਡੇਰੇ ਦੇ ਵਿੱਚ ਕਿਵੇਂ ਸਤਸੰਗ ਹੋਏਗਾ ਰਾਮ ਰਹੀਮ ਦਾ, ਵਰਚੁਅਲ ਸਤਸੰਗ ਹੋਏਗਾ? ਤਾਂ ਇੱਕ ਨਵੇਂ ਕਾਲਰ ਜੁੜ ਚੁੱਕੇ ਆ, ਆਪਾਂ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ ਸ਼ੋਅ ਦੇ ਵਿੱਚ, ਰਾਏ ਰੱਖ ਸਕਦੇ ਹੋ ਤੁਸੀਂ ਆਪਣੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਹਿੰਦਾ ਇਸ ਰੰਗੀਲੀ ਮਹਿਫਲ ਅੰਦਰ ਬੰਦੇ ਚਮਤਕਾਰ ਮਿਲਣਗੇ, ਅਸਲੀ ਨਕਲੀ ਲਿਸ਼ਕੇ ਪੋਚੇ ਇੱਥੇ ਰੰਗ ਹਜ਼ਾਰ ਮਿਲਣਗੇ। ਵਾਹ ਜੀ ਵਾਹ। ਇਹ ਪੰਜਾਬ ਦੇ ਵਿੱਚ ਜੇ ਡੇਰਾਵਾਦ ਪੈਦਾ ਹੋਇਆ ਤਾਂ ਸਾਡੀ ਸਿੱਖਾਂ ਦੀ ਆਪਣੀ ਨਲਾਇਕੀ ਆ। ਸਾਡੀ ਆਪਣੀ ਜਿਹੜੀ ਸਰਮੋਰ ਸੰਸਥਾ ਹੈਗੀ ਆ ਸ਼੍ਰੋਮਣੀ ਕਮੇਟੀ, ਉਹਦੇ ਵਿੱਚ ਜਿਹੜੇ ਬੰਦੇ ਵਧੀਆ ਨਹੀਂ ਮਿਲੇ ਸਾਨੂੰ, ਸਾਡੇ ਅਕਾਲ ਤਖਤ ਨੇ ਵੀ ਕੋਈ ਵਧੀਆ ਰੋਲ ਨਹੀਂ ਨਿਭਾਇਆ। ਉੱਥੇ ਵੀ ਜਿੰਨੇ ਜਥੇਦਾਰ ਆਏ ਸਾਰੇ ਜੇਲ੍ਹ ਚੋਂ ਆਏ। ਇੱਕ ਫੈਸਲਾ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਉਹ ਵੀ ਚਲੋ ਉਹਦੇ ਕਿਰਦਾਰ ਦੇ ਉੱਤੇ ਦਾਗ ਸੀਗਾ ਕਰਕੇ ਉਹ ਆ ਗਿਆ, ਨਹੀਂ ਅੱਜ ਤਾਈਂ ਅਸੀਂ ਨਹੀਂ ਦੇਖਿਆ ਕੋਈ ਨਿਬੜਦਾ ਜੀ। ਦੂਜੀ ਗੱਲ ਇਹ ਆ ਵੀ ਜਿੰਨਾ ਇਹਨਾਂ ਲੋਕਾਂ ਦਾ ਅਸੀਂ ਇਹਨਾਂ ਨੂੰ ਹਾਈਲਾਈਟ ਕਰਾਂਗੇ, ਜਿੰਨਾ ਅਸੀਂ ਰੌਲਾ ਪਾਵਾਂਗੇ ਆਹ ਕਰਤਾ ਜੇ ਕਰਤਾ, ਕਰਨ ਦਿਓ ਕੀ ਕਰਦੇ ਆ। ਹੁਣ ਇਹ ਆ ਵੀ ਉਹਦੇ ਵਿੱਚ ਉਨਾ ਹੀ ਉਹ ਹੀਰੋ ਬਣੀ ਜਾਂਦੇ ਆ। ਤੇ ਹੁਣ ਉੱਥੋਂ ਗੱਡੀ ਆਉਂਦੀ ਆ ਜਿਹੜੀ ਮਤਲਬ ਬਹੁਤ ਤੇਜ਼ ਆਉਂਦੀ ਆ ਦਿੱਲੀ ਤੋਂ, ਬਿਆਸ ਰੁਕਦੀ ਆ ਜੀ, ਕਰਨਾਲ ਨਹੀਂ ਰੁਕਦੀ, ਹੋਰ ਵੱਡੇ ਸਟੇਸ਼ਨਾਂ ਤੇ ਨਹੀਂ ਰੁਕਦੀ, ਸ਼ਤਾਬਦੀ ਐਕਸਪ੍ਰੈਸ। ਹਾਂਜੀ, ਔਰ ਬਿਆਸ ਰੁਕ ਕੇ ਜਾਂਦੀ ਆ। ਉਹ ਕਿੱਦਾਂ ਰੁਕ ਕੇ ਜਾਂਦੀ ਆ, ਕੀ ਚੱਕਰ ਆ ਇਹ, ਕਿੱਡਾ ਸ਼ਹਿਰ ਆ ਉਹ। ਇਹ ਜਿਹੜਾ ਸਿਸਟਮ ਆ ਵੋਟਾਂ ਦਾ ਸਿਸਟਮ ਆ, ਕਿਉਂਕਿ ਅੱਗੇ ਹੁੰਦਾ ਸੀ ਘਰਾਂ ਦੇ ਵਿੱਚ ਲੋਕ ਜਦੋਂ ਇਹ ਲੀਡਰ ਜਾਂਦੇ ਸੀਗੇ ਬਜ਼ੁਰਗਾਂ ਕੋਲ ਜਾਣਾ, ਗੱਲਬਾਤ ਕਰਨੀ, ਹੁਣ ਉਹ ਗੱਲ ਨਹੀਂ ਰਹੀ। ਹੁਣ ਸਿੱਧੇ ਡੇਰੇ 'ਚ ਟੈਚੀ ਜਾਂਦੇ ਆ, ਉੱਥੋਂ ਕੰਮ ਨਿਬੜੀ ਜਾਂਦਾ। ਜਿੰਨੇ ਡੇਰੇ ਵਧਣਗੇ ਸਿਆਸਤਦਾਨਾਂ ਦਾ ਉਨਾ ਹੀ ਨੇੜ ਹੋ ਜਾਂਦਾ ਜੀ, ਕੰਮ ਸੁਖਾਲਾ ਹੋ ਜਾਂਦਾ ਆ। ਤੇ ਹੁਣ ਬਾਕੀ ਇਹ ਆ ਵੀ ਇੱਥੇ ਤਾਂ ਜਿੱਦਾਂ ਕਹਿੰਦੇ ਹੁੰਦੇ ਆ ਅੰਨੀ ਪੀਂਦੀਆਂ ਕੁੱਤਾ ਚੱਟੀ ਜਾਂਦਾ ਆ ਜੀ। ਤੇ ਜੇ ਵੋਟਾਂ ਹੈਗੀਆਂ ਤਾਂ ਇਹਨਾਂ ਕੋਲ ਜਾਂ ਡੇਰਾਵਾਦ ਕੋਲ ਜਾਂ ਸਿੱਖਾਂ ਨੂੰ ਤੁਸੀਂ ਰਿਹਾਈ ਕਿੱਦਾਂ ਦਵਾ ਸਕਦੇ ਹੋ? ਤੁਹਾਡੇ ਕੋਲ ਤਾਂ ਕੁਛ ਵੀ ਨਹੀਂ ਹੈ। ਤੁਸੀਂ ਇੱਕ ਨਹੀਂ ਹੈ ਤੁਹਾਡੇ, ਜੇ ਇੱਕ ਮਾੜਾ ਜਿਹਾ ਕੋਈ ਬੋਲ ਤੁਹਾਡਾ, ਸਾਡਾ ਤਾਂ ਇਹੀ ਰੌਲਾ ਪਿਆ ਫਲਾਨੇ ਦਾੜੀ ਕੱਟ ਲਈ, ਫਲਾਨੀ ਬੀਬੀ ਨੇ ਭਰਵੱਟੇ ਕੱਟ ਲਏ, ਫਲਾਨਾ ਕਿੱਧਰ ਨੂੰ ਤੁਰੇ ਆ ਯਾਰ? ਤੁਹਾਡਾ ਤਾਂ ਸਾਡਾ ਤਾਂ ਸਭ ਕੁਝ ਖਤਮ ਹੋਈ ਜਾਂਦਾ। 25,000 ਮੈਂ ਅੱਜੇ ਫੋਨ ਕੀਤਾ ਪਿੰਡ ਤੇ ਉਹ ਕਿਸੇ ਦੀ ਮਦਦ ਕਰਨੀ ਸੀ, ਉਹ ਕਹਿੰਦੇ ਅਸਾਈ ਹੋ ਗਿਆ, ਉਹ 25,000 ਰੁਪਈਆ ਦਿੱਤਾ ਉਹਨੇ। 25,000 ਦੇ ਵਿੱਚ 6 ਜੀ ਅਸਾਈ ਹੋ ਗਿਆ। ਦੱਸੋ ਜਿਹੜਾ 25,000 ਨੂੰ ਵਿਕਦਾ ਆ ਉੱਥੇ ਅਸੀਂ ਕੀ ਕਰਾਂਗੇ? ਕੁਝ ਕਰ ਸਕਦੇ ਆ? ਨਹੀਂ। ਬਿਲਕੁਲ ਜੀ, ਸ਼ੁਕਰੀਆ ਜੀ, ਸ਼ੁਕਰੀਆ ਜੀ। ਤਾਂ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ ਸ਼ੋਅ ਦੇ ਵਿੱਚ, ਰਾਏ ਰੱਖ ਸਕਦੇ ਹੋ ਤੁਸੀਂ ਆਪਣੀ। ਹੈਲੋ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਬਹੁਤ ਸੋਹਣੀ ਗੱਲਬਾਤ ਚੱਲਦੀ ਸੀ। ਮੈਂ ਤਾਂ ਇਹ ਪੁੱਛਣਾ ਭਾਈ, ਜਿੱਦਾਂ ਹੁਣ ਸਾਡੇ ਜਥੇਦਾਰ ਇਹਨਾਂ ਦਾ ਵੀ ਕੋਈ ਬਿਆਨ ਆਇਆ ਡੇਰੇ ਬਾਰੇ, ਜਿੱਦਾਂ ਸਤਸੰਗ ਕਰਨਾ ਜਾਂ ਕਿੱਦਾਂ ਕੋਈ? ਹਾਂਜੀ ਬਿਲਕੁਲ, ਉਹਨਾਂ ਨੇ ਇਹ ਤਾਂ ਕਿਹਾ ਹੈਗਾ, ਵਿਰੋਧਤਾ ਕੀਤੀ ਹੈਗੀ ਆ ਵੀ ਇਹ ਗੱਲ ਠੀਕ ਨਹੀਂ ਹੈ ਜਿਸ ਤਰੀਕੇ ਨਾਲ ਸਤਸੰਗ ਜਿਹੜਾ ਹੋਣ ਜਾ ਰਿਹਾ। ਔਰ ਨਾਲ ਦੀ ਨਾਲ ਇਹ ਵੀ ਕਿਹਾ ਵੀ ਰਾਮ ਰਹੀਮ ਨੂੰ ਜਿਹੜੀ ਪੈਰੋਲ ਮਿਲੀ ਆ ਉਹਦੇ ਖਿਲਾਫ ਹੁਣ ਕੋਰਟ ਦਾ ਰੁਖ ਕਰਨ ਜਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਠੀਕ ਹੈ, ਥੈਂਕ ਯੂ। ਇਹਨੇ ਵਧੀਆ, ਕਿਉਂਕਿ ਇਹਨਾਂ ਨੂੰ ਸਾਡੇ ਜਥੇਦਾਰਾਂ ਨੂੰ ਅੱਜ ਜਾਣੀ ਕਿ ਨਾ ਮਤਲਬ ਕਿ ਜਿੱਦਾਂ ਹੁਣ ਮਾਹੌਲ ਚੱਲ ਰਿਹਾ ਆ, ਜੇ ਆਪਣੇ ਕੌਮ ਨੂੰ ਜਾਂ ਸਿੱਖਾਂ ਦੇ ਜਿਹੜੇ ਮਸਲੇ ਆ ਉਹਦੇ ਨਾਲ ਇਹਨਾਂ ਨੂੰ ਸਟੈਂਡ ਲੈ ਕੇ ਨਾ ਜਿੱਦਾਂ ਸਟ੍ਰਿਕਟਲੀ ਮੂਹਰੇ ਆਉਣਾ ਪੈਣਾ ਜਿੱਦਾਂ ਨਾ, ਕਿਉਂਕਿ ਕਈ ਵਾਰੀ ਫਿਰ ਅਸੀਂ ਆਮ ਲੋਕ ਆ ਹਨਾ, ਸਾਡੀ ਉਹਨਾਂ ਮਿਹਨਤ ਨਹੀਂ ਦਿਖਾਉਂਦੀ ਗੱਲ ਭਾਜੀ ਹਨਾ, ਜਿਹੜਾ ਸਾਡਾ ਵੀ ਆ ਜੋ ਕੁਛ ਵੀ ਆ, ਇਹਨਾਂ ਦੇ ਫਰਜ਼ ਜ਼ਿਆਦਾ ਬਣਦੇ। ਹੁਣ ਤੁਸੀਂ ਖਬਰਾਂ ਦੇ ਰਹੇ, ਤੁਹਾਡੀ ਜਿਹੜੀ ਖਬਰ ਆ ਮਤਲਬ ਉਹਦੇ ਚ ਜੈਨੂਅਨ ਤਾਂ ਉਹ ਤੁਹਾਡੀ ਰਿਸਪੌਂਸਿਬਿਲਿਟੀ ਆਪਣੀ ਹੁੰਦੀ ਆ ਨਾ, ਤੁਸੀਂ ਨਿਭਾ ਰਹੇ ਆ, ਕਿਉਂਕਿ ਸਾਡੇ ਇਹਨਾਂ ਦੀ ਜ਼ਰੂਰੀ ਆ। ਹੁਣ ਇਸ ਵੇਲੇ ਇੱਕ ਵਾਰੀ ਖੜ ਕੇ ਸਟੈਂਡ ਲੈ ਲੈਣ ਇਹ ਬੀਜੇਪੀ, ਹੁਣ ਦੇਖੋ ਬੰਦੀ ਸਿੰਘ ਅੰਦਰ ਆ, ਉਹਨੂੰ ਬਾਬਾ ਬਾਹਰ ਘੁੰਮਦਾ, ਇਹਦੇ ਤੇ ਸਟੈਂਡ ਲੈਣਾ ਚਾਹੀਦਾ ਇਹਨਾਂ ਨੂੰ। ਯਾਨੀ ਕਿ ਜਦੋਂ ਇਹ ਲੈਂਦੇ ਨਹੀਂ ਸਾਡੇ ਵਰਗਿਆਂ ਦੀ ਫਿਰ ਗੱਲ ਜਾਂਦੀ ਨਹੀਂ ਜਿੱਦਾਂ ਹਨਾ। ਜੀ
ਜੀ ਸ਼ੁਕਰੀਆ ਜੀ। ਬਿਲਕੁਲ ਬਲਦੀਪ ਜੀ, ਦੇਖਿਆ ਜਾਵੇ ਸਾਡੇ ਕਾਲਰ ਜਿਹੜੇ ਜੁੜੇ ਸੀ ਉਹਨਾਂ ਨੇ ਵੀ ਇੱਕ ਅਹਿਮ ਮੁੱਦਾ ਜਾਂ ਇੱਕ ਅਹਿਮ ਗੱਲ ਜ਼ਰੂਰ ਰੱਖੀ ਆ ਵੀ ਡੇਰਿਆਂ ਕਰਕੇ ਉਹਨਾਂ ਪਿੱਛੇ ਵੋਟ ਹੈਗੀ ਆ, ਲੋਕ ਹੈਗੇ ਆ, ਪੈਸਾ ਹੈਗਾ ਆ, ਤਾਂ ਫਿਰ ਸਰਕਾਰਾਂ ਉਹਨਾਂ ਨਾਲ ਸੁਣਦੀਆਂ, ਪਰੋਲ ਦੇ ਦਿੰਦੀਆਂ, ਪਰ ਸ਼ਾਇਦ ਲੱਗਦੀ ਇਹ ਘਾਟ ਹੈਗੀ ਵੀ ਸਾਡੀ ਕੌਮ ਦੀ ਜਿਹੜੀ ਏਕਤਾ ਆ, ਇਹ ਜਿਹੜੀ ਆਪਾਂ ਕਹਿੰਦੇ ਆ ਵੀ ਸਰਕਾਰਾਂ ਉਹਨਾਂ ਨਾਲ ਤਾਂ ਜੁੜਦੀਆਂ ਨੇ ਵੀ ਉਹਨਾਂ ਨਾਲ ਵੋਟ ਆ, ਇਹਨੂੰ ਵਾਈਸ ਵਰਸਾ ਵੀ ਦੇਖ ਸਕਦੇ ਆ ਆਪਾਂ। ਐ ਵੀ ਕਹਿ ਸਕਦੇ ਆ ਵੀ ਇਹ ਡੇਰੇ ਨੇ ਜਿਹੜੇ ਸਰਕਾਰਾਂ ਦੇ ਹੀ ਖੜੇ ਕੀਤੇ ਹੋਏ ਨੇ ਤੇ ਮੁੜ ਕੇ ਇਹ ਸਰਕਾਰਾਂ ਨੂੰ ਹੀ ਬੈਨੀਫਿਟ ਕਰ ਰਹੇ ਨੇ, ਸਰਕਾਰਾਂ ਨੂੰ ਬੈਨੀਫਿਟ ਕਰ ਰਹੇ ਆ। ਉਹ ਇਹ ਮਤਲਬ ਜਿਵੇਂ ਪ੍ਰੋਸੈਸ ਹੁੰਦਾ, ਇੱਕ ਵਾਈਸ ਵਰਸਾ ਪ੍ਰੋਸੈਸ ਹੁੰਦਾ ਹੈ, ਪਹਿਲਾਂ ਖੜੇ ਕਰ ਦੋ ਉਹ ਡੇਰੇ, ਮੁੜ ਕੇ ਉਹਨਾਂ ਨਾਲ ਲੋਕ ਲੱਗ ਜਾਣਗੇ, ਫਿਰ ਆਪਾਂ ਉਹਨਾਂ ਤੋਂ ਵੋਟਾਂ ਇਕੱਠੀਆਂ ਕਰ ਲਾਂਗੇ। ਦੋਨੇ ਚੀਜ਼ਾਂ ਮਤਲਬ ਉਹੀ ਚੀਜ਼ ਜਿਵੇਂ ਤੁਹਾਨੂੰ ਦੱਸਿਆ ਨਾ ਵੀ ਸੌਖਾ ਤਰੀਕਾ ਹੋ ਗਿਆ ਵੀ ਡੇਰਿਆਂ ਤੋਂ ਪੈਸੇ ਲਓ, ਡੇਰਾ ਖੜਾ ਜਿਵੇਂ ਹੋ ਗਿਆ ਵੀ ਡੇਰਾ ਖੜਾ ਕਰਤਾ, ਉਹ ਪੈਸੇ ਇਕੱਠੇ ਕਰਕੇ ਸਰਕਾਰਾਂ ਨੂੰ ਦੇ ਜਾਂਦੇ ਆ, ਸਰਕਾਰਾਂ ਇਹਨਾਂ ਨੂੰ ਬੈਨੀਫਿਟ ਦੇ ਜਾਂਦੀਆਂ ਨੇ, ਵੋਟਾਂ ਦੇ ਜਾਂਦੀਆਂ। ਪਰ ਦੂਜੇ ਪਾਸੇ ਬੰਦੀ ਸਿੰਘਾਂ ਵਾਲੀ ਗੱਲ ਵੀ ਸਹੀ ਸੀ ਵੀ ਜੇ ਸਾਡੀ ਏਕਤਾ ਹੋ ਜਾਵੇ, ਅਸੀਂ ਇਕਜੁੱਟ ਹੋ ਜਾਈਏ, ਸ਼ਾਇਦ ਅਸੀਂ ਵੀ ਸਰਕਾਰ ਤੇ ਦਬਾਅ ਪਾ ਸਕਦੇ ਹਾਂ ਵੀ ਨਹੀਂ ਸਾਡੇ ਬੰਦੇ ਵੀ ਰਿਹਾ ਕਰੋ, ਜੇ ਤੁਸੀਂ ਅਜਿਹੇ ਬੰਦਿਆਂ ਨੂੰ ਪਰੋਲ ਦੇ ਸਕਦੇ ਹੋ ਤਾਂ ਤੁਸੀਂ ਇੱਧਰ ਵੀ ਸਾਡੇ ਬੰਦਿਆਂ ਨੂੰ ਵੀ ਰਿਹਾ ਕਰੋ। ਡੈਫੀਨੇਟਲੀ ਇਹ ਤਾਂ ਚੀਜ਼ ਹੈਗੀ ਹੈ, ਪਰ ਇਹ ਏਕੇ ਵਾਲੀ ਗੱਲ ਤਾਂ ਜ਼ਰੂਰ ਹੋਣੀ ਚਾਹੀਦੀ ਹੈ ਵੀ ਸਾਰੇ ਜਥੇਬੰਦੀਆਂ ਜੇਕਰ ਇਕੱਠੀਆਂ ਹੋ ਕੇ ਜਿਹੜਾ ਉਹ ਪ੍ਰੈਸ਼ਰ ਪਾਉਣ ਕੇਂਦਰ ਦੇ ਉੱਪਰ। ਔਰ ਵੈਸੇ ਤਾਂ ਮੈਂ ਪਿਛਲੇ ਸ਼ੋਅ ਦੇ ਵਿੱਚ ਵੀ ਗੱਲ ਕੀਤੀ ਸੀ ਵੀ ਉਮੀਦ ਹੈ, ਮੈਨੂੰ ਲੱਗਦਾ ਕਿ 2024 ਦੀਆਂ ਇਲੈਕਸ਼ਨ ਤੋਂ ਪਹਿਲਾਂ ਇਹ ਐਜ਼ ਏ ਪੱਤਰਕਾਰ ਹੋਣ ਦੇ ਨਾਤੇ ਅਸੀਂ ਜਦੋਂ ਕੋਈ ਚੀਜ਼ ਦਾ ਐਨਾਲਿਸਿਸ ਕਰਦੇ ਹਾਂ, ਦੇਖਦੇ ਹਾਂ, ਪੜ੍ਹਦੇ ਹਾਂ ਉਸਨੂੰ, ਤਾਂ ਉਹ ਚੋਂ ਇਹ ਚੀਜ਼ ਨਿਕਲਦੇ ਵੀ ਹਾਂ 24 ਤੋਂ ਪਹਿਲਾਂ ਮੈਨੂੰ ਲੱਗਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਹੋ ਸਕਦੀ ਹੈ। ਪਹਿਲੀ ਦੋ ਚੀਜ਼ਾਂ ਨੇ, ਇੱਕ ਤਾਂ ਇਹ ਹੈ ਕਿ ਬੀਜੇਪੀ ਐਤਕੀ ਕੱਲਾ ਆਪਣੇ ਦਮ ਤੇ ਪੰਜਾਬ 'ਚ ਘੋੜੇ ਭਜਾ ਕੇ ਦੇਖੂਗੀ ਜਿਹੜੀਆਂ ਲੋਕ ਸਭਾ ਚੋਣਾਂ ਹੈਗੀਆਂ ਨੇ। ਦੂਜੇ ਨੰਬਰ ਤੇ ਮੈਨੂੰ ਲੱਗਦਾ ਹੈ ਕਿ ਰਿਹਾਈ ਬੰਦੀ ਸਿੰਘਾਂ ਦੀ ਜਿਹੜੀ ਹੈ ਉਹ ਹੋ ਸਕਦੀ ਹੈ, ਚਾਹੇ ਬੀਜੇਪੀ ਨੂੰ ਲਾਲਚ ਹੀ ਹੋਵੇ। ਵੈਸੇ ਹੈ ਲਾਲਚ ਹੀ ਹੈ ਵੀ ਪੰਜਾਬ ਦੇ ਵਿੱਚੋਂ ਅਸੀਂ ਲੋਕ ਸਭਾ ਦੀਆਂ ਸੀਟਾਂ ਲੈ ਜਾਈਏ ਤੇ ਮੁੜ ਕੇ ਅਸੀਂ ਫਿਰ ਵਿਧਾਨ ਸਭਾ ਦੇ ਵੱਲ ਵਧੀਏ, ਹੈ ਲਾਲਚ ਹੀ ਹੈ। ਪਰ ਮੈਨੂੰ ਲੱਗਦਾ ਉਸ ਲਾਲਚ ਦੇ ਚੱਕਰ ਦੇ ਵਿੱਚ ਸ਼ਾਇਦ ਬੰਦੀ ਸਿੰਘਾਂ ਦੀ ਰਿਹਾਈ ਹੋ ਸਕਦੀ ਹੈ, ਕਿਉਂਕਿ ਆਹ ਜਲ ਸ਼ਕਤੀ ਮੰਤਰੀ ਗਜਿੰਦਰ ਸ਼ੇਖਾਵਤ ਪਿਛਲੇ ਦਿਨੀ ਬਠਿੰਡੇ ਪਹੁੰਚੇ ਸੀਗੇ ਔਰ ਉੱਥੇ ਉਹਨਾਂ ਨੇ ਜਿਹੜਾ SGPC ਵੱਲੋਂ ਫਾਰਮ ਤਿਆਰ ਕੀਤਾ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ, ਦਸਤਕ ਦੀ ਮੁਹਿੰਮ ਜਿਹੜੀ ਚਲਾਈ ਹੈ SGPC ਨੇ, ਉਹਦੇ ਉੱਤੇ ਸਾਈਨ ਕਰਕੇ ਗਏ ਨੇ। ਬੀਜੇਪੀ ਦਾ ਮੰਤਰੀ ਸਾਈਨ ਕਰਕੇ ਗਿਆ ਉਹਦੇ ਉੱਪਰ ਕਿ ਹਾਂ ਰਿਹਾਈ ਹੋਣੀ ਚਾਹੀਦੀ ਹੈ। ਉੱਥੋਂ ਅੰਦਾਜ਼ਾ ਲੱਗਦਾ ਕਿ 24 ਤੋਂ ਪਹਿਲਾਂ ਇਹ ਚੀਜ਼ ਹੋ ਸਕਦੀ ਹੈ। ਤਾਂ ਬਿਲਕੁਲ ਬਲਦੀਪ ਜੀ, ਮੁੱਦੇ ਹੋਰ ਵੀ ਬਹੁਤ ਸੀ ਪਰ ਸਮਾਂ ਹੁਣ ਇਜਾਜ਼ਤ ਨਹੀਂ ਦਿੰਦਾ ਆ। ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੋਅ ਦੇ ਵਿੱਚ ਹਾਜ਼ਰੀ ਲਵਾਉਣ ਦੇ ਲਈ। ਤਾਂ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ ਹਰ ਇੱਕ ਮੁੱਦੇ ਤੇ ਗੱਲਬਾਤ ਕੀਤੀ ਹੈ। ਅੱਜ ਦੇ ਅਹਿਮ ਮੁੱਦੇ ਰਾਮ ਰਹੀਮ ਦੀ ਪਰੋਲ ਨੂੰ ਲੈ ਕੇ ਉੱਤੇ ਗੱਲਬਾਤ ਕੀਤੀ ਹੈ। ਸਾਡੇ ਕਾਲਰ ਸਾਡੇ ਨਾਲ ਜੁੜੇ ਸੀ, ਉਹਨਾਂ ਨੇ ਆਪਣੀ ਰਾਏ ਰੱਖੀ ਆ। ਤਾਂ ਉਮੀਦ ਕਰਦੇ ਹਾਂ ਤੁਹਾਡੀ ਹਰ ਇੱਕ ਰਾਏ ਸਾਡੇ ਸ਼ੋਅ ਦੇ ਜ਼ਰੀਏ ਅਸੀਂ ਸਰਕਾਰ ਤੱਕ ਵੀ ਪਹੁੰਚਾਈਏ। ਤਾਂ ਅੱਜ ਦੇ ਸ਼ੋਅ ਦੇ ਵਿੱਚ ਫਿਲਹਾਲ ਹੀ ਨਹੀਂ, ਮੈਨੂੰ ਯਾਨੀ ਪੱਟੀ ਬਹੁ ਮਾਜਰਾ ਦੀ ਇਜਾਜ਼ਤ। ਸਤਿ ਸ਼੍ਰੀ ਅਕਾਲ।